ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੈ ਭੁੱਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹਾਂ, ਜਿੱਥੇ ਬੈਠ ਕਰਕੇ ਗੁਰਬਾਣੀ ਦੇ ਗੂੜ ਅਰਥ, ਗੁਰਬਾਣੀ ਦੇ ਵਿਸ਼ਰਾਮ, ਸੁਧ ਉਚਾਰਨ ਔਰ ਬ੍ਰਹਮ ਵਿਚਾਰ ਜੋ ਮਨੁੱਖਾ ਸਰੀਰ ਵਿੱਚ ਆਉਣ ਦਾ ਮੁੱਖ ਮੰਤਵ ਹੈ, ਉਹਨੂੰ ਸਫਲਿਆਂ ਕਰਨ ਵਾਸਤੇ ਆਪਾਂ ਸਾਰੇ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਨਜ਼ਦੀਕ ਗੁਰਮਤਿ ਵਿਦਿਆਲਾ ਦੇ ਇਸ ਅਸਥਾਨ ਤੇ ਜਿੱਥੇ ਵਿਦਿਆਰਥੀ ਬੇਅੰਤ ਪੜ੍ਹ ਕੇ ਗਏ ਤੇ ਹੁਣ ਤੁਸੀਂ ਪੜ੍ਹ ਰਹੇ ਹੋ, ਧਿਆਨ ਦੇ ਨਾਲ ਔਰ ਮਿਹਨਤ ਕਰਕੇ ਉਹਨਾਂ ਅੱਖਰਾਂ ਨੂੰ ਪਕਾਓਗੇ, ਜ਼ਿੰਦਗੀ ਭਰ ਫਾਇਦਾ ਹੋਏਗਾ, ਤੁਹਾਨੂੰ ਖੁਦ ਫਾਇਦਾ ਹੋਏਗਾ। ਸੁਧ ਬਾਣੀ ਪੜ੍ਹਨ ਦਾ ਮਹਾਤਮ ਵੀ ਮਿਲੇਗਾ, ਸਤ ਸੰਗਤ ਕਰਨ ਦਾ ਮਹਾਤਮ ਵੀ ਮਿਲੇਗਾ। ਸੋ ਲੜੀਵਾਰ ਜੋ ਕਥਾ ਚੱਲ ਰਹੀ ਹੈ, ਰਾਮਕਲੀ ਦੀ ਇਹ ਬਾਰ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ ਹੈ, ਜਿਵੇਂ ਰਾਮਕਲੀ ਦੀ ਪਹਿਲੀ ਵਾਰ ਗੁਰੂ ਅਮਰਦਾਸ ਮਹਾਰਾਜ ਦੀ ਸੀ। ਤੋ ਹੁਣ ਜਿਸ ਪ੍ਰਕਾਰ 12 ਸ਼ਲੋਕਾਂ ਤੱਕ 12 ਪੌੜੀਆਂ ਤੱਕ ਪਿੱਛੇ ਵਿਚਾਰ ਹੋ ਚੁੱਕੀ ਹੈ, ਹੁਣ 13ਵਾਂ ਸ਼ਬਦ ਹੈ ਰਾਮਕਲੀ ਦੀ ਬਾਰ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਅਲੰਕਾਰ ਬਣੇ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਅਲੰਕਾਰ ਹਨ, ਉਹਦੇ ਵਿੱਚ ਬਹੁਤੀ ਵਰਤੋਂ ਕੀਤੀ ਹੈ ਰੂਪਕ ਅਲੰਕਾਰ ਦੀ। ਅਲੰਕਾਰ ਕੀ ਹੁੰਦਾ ਹੈ? ਅਲੰਕਾਰ ਨਾਮ ਗਹਿਣੇ ਦਾ ਹੈ, ਤੇ ਗਹਿਣਾ ਜਿਹੜਾ ਲੋਕ ਕਿਉਂ ਪਹਿਨਦੇ ਹੈ, ਉਹਨਾਂ ਨੂੰ ਇਹ ਗੱਲ ਅੰਦਰ ਬੈਠੀ ਹੋਈ ਹੈ ਵੀ ਗਹਿਣਿਆਂ ਦੇ ਨਾਲ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ, ਇਸ ਕਰਕੇ ਲੋਕੀ ਗਹਿਣੇ ਪਹਿਨਦੇ। ਜਿਹੜੇ ਦੇਹ ਅਧਿਆਸ ਹੈ ਜਿਨ੍ਹਾਂ ਨੂੰ, ਉਹ ਗਹਿਣੇ ਪਹਿਨਦੇ ਹੈ। ਗੁਰਮਤਿ ਵਿੱਚ ਤਾਂ ਗੁਰੂ ਮਹਾਰਾਜ ਨੇ ਸਾਨੂੰ ਸ਼ੁਭ ਗੁਣਾਂ ਦੇ ਗਹਿਣੇ ਦਿੱਤੇ। ਖੈਰ ਫਿਰ ਵੀ ਅਲੰਕਾਰ ਮਿਲ ਥੈਲੀ ਹੋਈ ਹੈ, ਉੱਥੇ ਗਹਿਣਿਆਂ ਦਾ ਭਾਵ ਲਿਆ ਮਹਾਰਾਜ ਨੇ। ਤੇ ਇਧਰ ਕਾਵ ਰਚਨਾ ਦੇ ਅੰਦਰ ਜਿਸ ਤਰ੍ਹਾਂ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਗਹਿਣੇ ਵਰਤਦੇ ਆ, ਕਾਵ ਨਿਯਮਾਂ ਦੇ ਅੰਦਰ ਕਾਵ ਨੂੰ ਸੁੰਦਰ ਬਣਾਉਣ ਵਾਸਤੇ, ਵਿਚਾਰ ਨੂੰ ਸੁੰਦਰ ਬਣਾਉਣ ਵਾਸਤੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਜਾਂਦੇ ਆ, ਤੇ ਉਹਨਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ। ਇਹ ਰੂਪਕ ਅਲੰਕਾਰ ਹੈ ਜਿਹੜਾ ਇੱਥੇ ਮਹਾਰਾਜ ਵਰਤ ਰਹੇ ਦਾ ਨਾ, ਰੂਪਕ ਅਲੰਕਾਰ। ਰੂਪਕ ਅਲੰਕਾਰ ਦਾ ਭਾਵ ਕੀ ਹੈ ਵੀ ਸੰਸਾਰ ਦੀ ਔਰਤ ਜਿਹੜੀ ਹੈ, ਤੇ ਉਹਦੇ ਥਾਂ ਤੇ ਜਿਗਿਆਸੂ ਨੂੰ ਪਰਮ ਪਵਿੱਤਰ ਉਪਦੇਸ਼ ਹੈ। ਪਰ ਮਹਾਰਾਜ ਸਾਹਿਬ ਜੀ ਨੇ ਤੇ ਇੱਕੋ ਹੀ ਸ਼ਬਦ ਦੇ ਨਾਲ, ਜਿਵੇਂ ਦੇਲੀ ਦੀਪਕ ਦੇਲੀ ਤੇ ਦੀਵਾ ਰੱਖਦੀ ਹੈ, ਵਿਹੜੇ 'ਚ ਵੀ ਚਾਨਣਾ ਤੇ ਘਰ ਦੇ ਵਿੱਚ ਵੀ ਚਾਨਣਾ, ਇਹੋ ਜਿਹਾ ਸਤਿਗੁਰੂ ਜੀ ਦ੍ਰਿਸ਼ਟਾਂਤ ਦਿੰਦੇ ਨੇ ਜਿਹਦੇ ਨਾਲ ਸਮਾਜ ਦਾ ਸੁਧਾਰ ਵੀ ਹੋਵੇ ਤੇ ਪਰਮਾਰਥ ਦਾ ਵੀ ਹੋਵੇ। ਐਸਾ ਹੀ ਅਲੰਕਾਰ ਹੈ ਅੱਜ। ਤੇ ਮਹਾਰਾਜ ਸਾਹਿਬ ਜੀ ਨੇ ਇਸਤਰੀ ਦਾ ਉਹ ਵਾਤਾਵਰਨ ਜੋ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਜਾਂ ਤਾਂ ਔਰਤ ਵੱਲੋਂ ਕੋਈ ਅਣਗਹਿਲੀ ਹੈ, ਜਿਹੜਾ ਸਹੁਰੇ ਘਰ ਦੇ ਵਿੱਚ ਅਣਬਣ ਹੋ ਜਾਣੀ, ਜਾਂ ਫਿਰ ਬੀਬੀ ਚੰਗੇ ਸਤ ਧਰਮ ਵਾਲੀ ਹੈ ਤੇ ਸਹੁਰਿਆਂ ਦੀ ਗਲਤੀ ਦੇ ਨਾਲ, ਪਤੀ ਦੀ ਗਲਤੀ ਦੇ ਨਾਲ, ਸੱਸ ਦੀ ਗਲਤੀ ਦੇ ਨਾਲ, ਪਰਿਵਾਰ ਦੇ ਹੋਰ ਮੈਂਬਰਾਂ ਦੀ ਗਲਤੀ ਨਾਲ
ਉੱਥੇ ਵਸਣਾ ਔਖਾ ਹੋ ਜਾਂਦਾ ਹੈ। ਇਹ ਸਾਂਝਾ ਉਪਦੇਸ਼ ਹੈ। ਜਿਹੜਾ ਪਹਿਲਾ ਅਰਥ ਹੋਏਗਾ ਉਹ ਸਮਾਜ ਸੁਧਾਰਨ ਵਾਸਤੇ, ਤੇ ਸਮਾਜ ਜੋ ਵਿਗੜਦਾ ਜਾਂਦਾ ਹੈ ਉਹਨੂੰ ਸਿੱਖਿਆ ਵੀ ਹੈ ਔਰ ਉਹਨੂੰ ਪ੍ਰਮਾਣ ਵੀ ਬਣਾ ਲਿਆ ਮਹਾਰਾਜ ਨੇ। ਉਹ ਜਿਸ ਪ੍ਰਕਾਰ ਹੈ ਤੇ ਆਪ ਮਨ ਬਿਰਤੀ ਕਾਗਰ ਕਰਕੇ ਸੁਣੋ ਜੀ। ਸ਼ਲੋਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਾਵਨ ਅਲੰਕਾਰ ਬਣਦੇ ਕਿ ਸਹੁਰੇ ਘਰ ਤੋਂ ਸੱਸ ਦੀ ਦੁਖੀ ਕੀਤੀ ਹੋਈ, ਜੇਠ ਦੀ ਦੁਖੀ ਕੀਤੀ ਹੋਈ ਤੇ ਬਹੁਤ ਹੀ ਕਿਤੇ ਤੰਗ ਹੋ ਕਰਕੇ ਕੋਈ ਬੀਬੀ ਆਪਣੇ ਪੇਕੇ ਘਰ ਵਿੱਚ ਆ ਕੇ ਤੇ ਬਿਰਧ ਅਵਸਥਾ ਦੇ ਵਿੱਚ ਆਪਣੀ ਦਾਦੀ ਮਾਂ ਨੂੰ ਜਾਂ ਫਿਰ ਆਪਣੀ ਮਾਂ ਨੂੰ ਜਾਂ ਮਾਂ ਵਰਗੀ ਕੋਈ ਹੋਰ ਦਰਦ ਵੰਡਾਉਣ ਵਾਲੀ ਬੀਬੀ ਦੇ ਕੋਲ ਆਪਣਾ ਦੁੱਖ ਬੋਲਦੀ ਹੈ ਤੇ ਉਹ ਆਪਣਾ ਦੁੱਖ ਦੱਸਦੀ ਹੈ। ਉਹ ਕਹਿੰਦੀ ਹੈ ਵੀ ਕੁੜੇ ਕੀ ਗੱਲ ਤੂੰ ਸਹੁਰੇ ਘਰ ਨਹੀਂ ਰਹਿ ਰਹੀ, ਇੱਥੇ ਆ ਗਈ ਹੈ, ਪੇਕਿਆਂ ਦੇ ਵਿੱਚ ਆ ਗਈ। ਉਹ ਕਹਿਣ ਲੱਗੀ ਜੀ ਮੇਰੇ ਸਹੁਰੇ ਘਰ ਚੰਗੇ ਨਹੀਂ ਹੈ। ਉਹ ਕਹਿੰਦੀ ਸੱਚ ਦੱਸ ਤੇਰਾ ਪਤੀ ਨਾਲ ਪਿਆਰ ਕੈਸਾ ਹੈ। ਉਹ ਅਲੰਕਾਰ ਮਹਾਰਾਜ ਸਾਹਿਬ ਜੀ ਵੀ ਸਖੀ ਪੁੱਛਦੀ ਹੈ ਬਿਰਧ ਅਵਸਥਾ ਵਾਲੀ ਵੀ ਤੂੰ ਇਹ ਦੱਸ ਤੇ ਫਿਰ ਸੱਸ ਦੱਸ ਵੀ ਕੀ ਤੈਨੂੰ ਤੰਗ ਕਰਦੀ ਹੈ, ਸਹੁਰਾ ਕੀ ਤੰਗ ਕਰਦਾ ਹੈ, ਜੇਠ ਕੀ ਤੰਗ ਕਰਦਾ ਹੈ, ਔਰ ਤੂੰ ਆਪਣਾ ਕਸੂਰ ਵੀ ਦੱਸ ਤਾਂ ਕਿ ਇਹ ਗੁੱਥੀ ਸੁਲਝ ਸਕੇ। ਉਹ ਫਿਰ ਸਚਾਈ ਦੇ ਆਧਾਰ ਤੇ ਕਹਿੰਦੀ ਹੈ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਰੋ ਰੋ ਕੇ ਕਹਿੰਦੀ ਹੈ ਹੇ ਬਿਰਧ ਮਾਤਾ ਵੀ ਐਸਾ ਵੀ ਹੈ ਵੀ ਕਸੂਰ ਮੇਰਾ ਵੀ ਹੈ। ਉਹ ਕਸੂਰ ਕੀ ਹੈ ਵੀ ਮੈਂ ਪਤੀ ਦੇ ਆਖੇ ਲੱਗਣ ਤੋਂ ਹਟ ਗਈ ਤੇ ਜਿਹੜਾ ਮੇਰਾ ਪਤੀ ਬਹੁਤ ਹੀ ਪਿਆਰਾ ਸੀ ਤੇ ਬੜਾ ਮੈਨੂੰ ਪਿਆਰ ਕਰਦਾ ਸੀ। ਤੇ ਸਖੀ ਨੇ ਪੁੱਛਿਆ ਕਿਵੇਂ ਪਿਆਰ ਕਰਦਾ ਸੀ। ਕਹਿੰਦੀ ਜਿਵੇਂ ਮਿੱਤਰਾਂ ਨੂੰ ਮਿੱਤਰ ਪਿਆਰ ਕਰਦੇ ਨੇ, ਪਤੀ ਪਤਨੀ ਵਾਲੀ ਬਾਤ ਬਣੀ ਤਾਂ ਮਿੱਤਰਾਂ ਦੀ ਤਰ੍ਹਾਂ ਮੈਨੂੰ ਪਿਆਰਾ ਸੀ। ਫਿਰ ਹੋਇਆ ਕੀ? ਕਹਿੰਦੀ ਮੈਂ ਛੱਡ ਗਵਾਇਆ। ਮੈਂ ਆਪਣੇ ਕੋਲੋਂ ਤੇ ਮੇਰੀ ਗਲਤੀ ਦੇ ਕਾਰਨ ਮੈਂ ਗਵਾ ਲਿਆ ਪਤੀ ਨੂੰ ਆਪਣੇ ਹੱਥੋਂ। ਰੰਗ ਕੁਸੁੰਬੈ ਭੁੱਲੀ। ਉਹ ਕਹਿੰਦੀ ਕੋਈ ਕਾਰਨ ਵੀ ਹੋਊਗਾ। ਕਹਿੰਦੀ ਜੀ ਕਾਰਨ ਇਹ ਹੈ ਮੈਨੂੰ ਹਾਰ ਸ਼ਿੰਗਾਰ ਕਰਨ ਦਾ, ਕਸੁੰਬੇ ਰੰਗ ਦੇ ਵਸਤਰ ਪਾਉਣ ਦਾ, ਮੈਂ ਇਹਨਾਂ ਦੇ ਪਦਾਰਥਾਂ ਦੇ ਉਲਝੀ ਰਹੀ। ਮੈਨੂੰ ਪਤੀ ਦੀ ਸੇਵਾ ਤੋਂ ਵਾਂਝੀ ਰਹਿ ਗਈ। ਮੈਂ ਇਹ ਨਾ ਸਮਝੀ ਵੀ ਪਤੀ ਦੀ ਖੁਸ਼ੀ ਕਿਹੜੀ ਗੱਲ ਵਿੱਚ ਹੈ। ਰੰਗ ਕਸੁੰਬੇ ਭੁੱਲੀ। ਕਸੁੰਬੇ ਰੰਗ ਦੇ ਵਸਤਰ, ਚਮਕੀਲੇ ਭੜਕੀਲੇ ਵਸਤਰ, ਰੰਗਾਂ ਰੰਗਾਂ ਦੇ ਨੇਤਰਾਂ ਨੂੰ ਦੇਖ ਕੇ ਰਾਗਨਾਦ ਤੇ ਪਤੀ ਦੇ ਪਿਆਰ ਤੇ ਸਤਿਕਾਰ ਨੂੰ ਮੈਂ ਭੁੱਲ ਗਈ। ਇਹ ਮੇਰੀ ਭੁੱਲ ਜ਼ਰੂਰ ਹੈ। ਤੇ ਕਹਿੰਦੀ ਹੁਣ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਕੋਲੋਂ ਵੀ ਗਲਤੀ ਹੋਈ, ਪਰ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਬਹੁਤ ਗਲਤੀ ਹੈ। ਦੇਖੋ ਸਾਂਝਾ ਕੈਸਾ ਉਪਦੇਸ਼ ਹੈ ਮਹਾਰਾਜ ਦਾ। ਅੱਗੇ ਦੱਸਦੇ ਹਨ ਤੋ ਸੱਜਣ ਕੀ ਮੈਂ ਕੀਮ ਨਾ ਪਾਉਦੀ। ਇਹ ਰੰਗ ਕਸੁੰਬੇ ਵਾਲੀ ਤੁਕ ਬੋਲਤੀ ਸੀ ਤੁਸੀਂ, ਦੁਬਾਰੇ ਬੋਲ ਦਿਓ ਇੱਕ ਵਾਰੀ। ਰੰਗ ਕਸੁੰਬੈ ਭੁੱਲੀ। ਮੇਰੀ ਭੁੱਲ ਦਾ ਕਾਰਨ ਕੀ ਹੈ ਵੀ ਮੈਂ ਰੰਗ ਤਮਾਸ਼ੇ ਦੇਖਣ ਦੇ ਵਿੱਚ, ਡਰਾਮੇ ਮੁਜਰੇ ਦੇਖਣ ਦੇ ਵਿੱਚ ਤੇ ਕਈ ਤਰ੍ਹਾਂ ਦੇ ਕਸੁੰਬੇ ਰੰਗ ਵਾਲੇ ਜਿਹੜੇ ਖਾਣ ਪੀਣ ਦੇ ਪਦਾਰਥ ਹੈ ਤਾਂ ਉਹਨਾਂ 'ਚ ਕੁਛ ਨਹੀਂ ਪਿਆ, ਉਹਨਾਂ 'ਚ ਭੁੱਲ ਗਏ। ਕਹਿੰਦੀ ਫਿਰ ਹੁਣ ਮਹਿਸੂਸ ਕਰਦੀ ਹਾਂ। ਕਹਿੰਦੀ ਹਾਂ ਮੈਨੂੰ ਮਹਿਸੂਸ ਹੋ ਗਿਆ ਵੀ ਪਤੀ ਤੋਂ ਬਿਨਾਂ ਜ਼ਿੰਦਗੀ ਬੜੀ ਔਖੀ ਹੈ। ਤੋ ਸੱਜਣ ਕੀ ਮੈਂ ਕੀਮ ਨਾ ਪਾਉਦੀ। ਤੋ ਉਹ ਜਿਹੜਾ ਮੇਰਾ ਸੱਜਣ, ਮੇਰਾ ਪਤੀ ਹੈ, ਅਸਲ ਦੇ ਵਿੱਚ ਵੀ ਮੈਂ ਹੁਣ ਮਹਿਸੂਸ ਕਰਦੀ ਹਾਂ ਵੀ ਬੜਾ ਚੰਗਾ ਸੀ ਉਹ, ਵੀ ਅਗਿਆਨ ਦੇ ਕਾਰਨ ਮੈਂ ਉਹਦੀ ਕੀਮਤ ਹੀ ਨਹੀਂ ਪਾਈ, ਜਣੀ ਕਦਰ ਨਹੀਂ ਪਾਈ ਮੈਂ ਕੋਈ।
ਪਤੀ ਦਾ ਨਿਰਾਦਰ ਕਰਦੀ ਰਹੀ ਹੈ। ਆ ਤੁਧ ਬਿਨ ਅੱਡ ਨਾ ਲਹਦੀ। ਕਹਿੰਦੀ ਹੁਣ ਮੈਨੂੰ ਮਹਿਸੂਸ ਹੋਇਆ ਕਿ ਹੇ ਮੇਰੇ ਪਤੀ, ਮੈਂ ਤਾਂ ਅੱਧੀ ਦਾਮ ਦੀ ਵੀ ਨਾ ਰਹੀ ਤੇ ਤੋਂ ਵਿਛੜ ਕੇ, ਤੁਧ ਬਿਨ ਅੱਡ ਨਾ ਲੈਂਦੀ। ਤੇ ਇੱਕ ਜਗ੍ਹਾ ਐਸਾ ਵੀ ਕਥਨ ਕੀਤਾ ਹੈ ਕਿ ਉਸ ਪਰਮੇਸ਼ਰ ਵਾਹਿਗੁਰੂ ਦੇ ਅੰਤਰੀ ਭਾਵ ਲੈਣੇ ਨੇ, ਬਾਹਰ ਸਮਝਦੇ ਜਾਣਾ। ਪਹਿਲਾਂ ਇਸਤਰੀ ਦਾ ਜਿਹੜਾ ਰੂਪ ਬਣਾਇਆ ਹੈ ਗੁਰਬਾਣੀ ਦੇ ਅਨੁਸਾਰ, ਜੋ ਬਾਤ ਸਮਝ ਆਉਂਦੀ ਹੈ ਉਹ ਇਹ ਹੈ, ਚੇਰੀ ਨਾਮ ਦਾਸੀ ਦਾ ਹੁੰਦਾ ਹੈ। ਅੱਜ ਦਾ ਕਾਨੂੰਨ ਕੀ ਕਹਿੰਦਾ ਹੈ? ਇਹਨੂੰ ਛੱਡ ਦਿਓ, ਲਾਂਭੇ ਰੱਖ ਦਿਓ, ਇਹਨੇ ਤਾਂ ਬੰਦਿਆਂ ਦਾ ਬਣਾਇਆ ਹੋਇਆ। ਰੱਬ ਨੇ ਕਾਨੂੰਨ ਕੀ ਬਣਾਇਆ? ਰੱਬ ਨੇ ਮਨੁੱਖੀ ਜਾਮੇ ਵਿੱਚ ਆ ਕੇ ਇਹ ਦੇਖਿਆ ਵੀ ਔਰਤ ਜਾਤੀ ਦਾ ਅਪਮਾਨ ਬੜਾ ਹੋ ਰਿਹਾ ਹੈ, ਸ਼ੂਦਰ ਜਾਤੀ ਕਹਿ ਕੇ ਮਨੁੱਖ ਦਾ ਅਪਮਾਨ ਬੜਾ ਹੋ ਰਿਹਾ ਹੈ। ਦੋਨਾਂ ਦੇ ਪੱਖ ਵਿੱਚ ਗੁਰੂ ਨਾਨਕ ਰੂਪ ਧਾਰਨ ਕਰਕੇ ਆਇਆ ਕਿ ਇਹ ਦੋਨੇ ਗੱਲਾਂ ਗਲਤ ਨੇ। ਪੰਜਾਂ ਤੱਤਾਂ ਦਾ ਉਹ ਬਣਿਆ ਜਿਹਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਚੂੜੇ ਚਮਾਰ ਕਹਿੰਦੇ ਹੋ, ਝੀਵਰ ਕਹਿੰਦੇ ਹੋ, ਨਾਈ ਸ਼ਿੰਬੇ ਕਹਿੰਦੇ ਹੋ। ਇਹ ਜਾਤਾਂ ਦੇ ਵਿਤਕਰੇ ਤੁਸੀਂ ਖੜੇ ਕਰ ਦਿੱਤੇ। ਮੈਨੂੰ ਤਾਂ ਸਾਰੇ, ਜਿਵੇਂ ਮਾਂ ਬਾਪ ਨੂੰ ਸੰਤਾਨ ਪਿਆਰੀ ਹੁੰਦੀ ਹੈ, ਮੈਨੂੰ ਸਾਰੇ ਪਿਆਰੇ। ਦੂਸਰੀ ਬਾਤ, ਜਿਹੜਾ ਤੁਸੀਂ ਇਹ ਇੰਨਾ ਨਿਰਾਦਰ ਕਰ ਦਿੱਤਾ, ਹੈਰਾਨ ਹੋ ਗਏ। ਗ੍ਰੰਥਾਂ ਵਿੱਚ ਲਿਖਿਆ ਹੈ, ਹਿੰਦੂ ਧਾਰਮਿਕ ਗ੍ਰੰਥਾਂ ਵਿੱਚ, ਕਿ ਔਰਤ ਪੈਰ ਦੀ ਜੁੱਤੀ ਹੈ, ਮੇਚ ਆਈ ਹੰਢਾ ਲਓ ਤੇ ਨਹੀਂ ਤਿਆਗ ਦਿਓ। ਤੇ ਗੁਰੂ ਨੂੰ, ਪਰਮੇਸ਼ਰ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹਨਾਂ ਕਿਹਾ, ਸੋ ਕਿਉ ਮੰਦਾ ਆਖੀਆ ਜਿਤ ਜੰਮੈ ਰਾਜਾਨ। ਪਰ ਨਾਲ ਇੱਕ ਨਿਯਮ ਬਣਾ ਦਿੱਤਾ, ਇਹਨਾਂ ਗੱਲਾਂ ਨੂੰ ਤਾਂ ਅਸੀਂ ਬਰਾਬਰ ਦੀ ਬਾਤ ਇਹ ਕਰ ਲਈ ਵੀ ਬਰਾਬਰ ਦੇ ਹੱਕ ਨੇ। ਬਾਈ ਕਦੇ ਗੁਰਬਾਣੀ ਤਾਂ ਖੋਲ ਕੇ ਦੇਖੋ, ਨਿਯਮ ਦੀ ਪਾਲਣਾ ਕਰਨੀ ਕਿਸ ਨੇ ਹੈ। ਨਿਯਮ ਕੀ ਬਣਾ ਦਿੱਤਾ? ਆ ਦੇਖੋ ਹੁਣ ਨਿਯਮ ਦੱਸਦੇ ਨੇ, ਜਿਹੜਾ ਰੱਬੀ ਨਿਯਮ ਹੈ। ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਤਾਰੇ। ਇਸਤਰੀ ਦਾ ਰੂਪ ਜਿਹੜਾ ਹੈ ਦਾਸੀ ਦੀ ਨਿਆਈ ਬਣਾਇਆ, ਕਿ ਜਿਵੇਂ ਦਾਸ ਜਾਂ ਦਾਸੀਆਂ ਰਾਜਿਆਂ ਮਹਾਰਾਜਿਆਂ ਦੇ ਸੇਵਕ ਹੁੰਦੇ ਸੀ, ਔਰਤ ਦਾ ਰੂਪ ਇਸ ਪ੍ਰਕਾਰ ਦਾ ਬਣਾਇਆ ਹੈ। ਦਾਸੀ ਦਾ ਰੂਪ ਹੈ ਲక్ష్ਮੀ ਦਾ। ਦੇਖੋ ਕਿਤੇ ਵੀ ਭਗਵਾਨ ਵਿਸ਼ਨੂੰ ਦੀ ਅਰਧੰਗਨੀ ਲక్ష్ਮੀ ਹੈ, ਕਿਵੇਂ ਪੈਰ ਚੱਸਦੀ ਰਹਿੰਦੀ ਹੈ, ਉਹ ਦਾਸੀ ਦਾ ਰੂਪ ਹੈ। ਔਰਤ ਲక్ష్ਮੀ ਦਾ ਰੂਪ ਹੈ। ਜਿਹੜਾ ਪਤੀ ਆਪਣੇ ਔਰਤ ਦਾ ਨਿਰਾਦਰ ਕਰਦਾ ਹੈ, ਲక్ష్ਮੀ ਨਾਰਾਜ਼ ਹੋ ਜਾਂਦੀ ਹੈ, ਉਹਦੇ ਘਰ ਦੇ ਵਿੱਚ ਬਰਕਤਾਂ ਖਤਮ ਹੋ ਜਾਂਦੀਆਂ, ਕਿਉਂਕਿ ਲక్ష్ਮੀ ਦਾ ਨਿਰਾਦਰ ਹੋ ਗਿਆ। ਜਿਹੜੇ ਘਰ ਦੇ ਵਿੱਚ ਔਰਤ ਪਤੀ ਦਾ ਨਿਰਾਦਰ ਕਰਦੀ ਹੈ, ਭਗਵਾਨ ਜੀ ਨਾਰਾਜ਼ ਹੋ ਜਾਂਦੇ ਨੇ ਵੀ ਮੇਰੇ ਰੂਪ ਦਾ ਨਿਰਾਦਰ ਕੀਤਾ ਜਾ ਰਿਹਾ। ਇਸ ਕਰਕੇ ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਤਾਰੇ। ਤੇ ਹੁਣ ਔਰਤ ਕਹਿੰਦੀ ਹੈ ਵੀ ਮੈਂ ਕੀਮਤ ਨਾ ਪਾਣੀ। ਹੁਣ ਮੈਨੂੰ ਪਤਾ ਲੱਗਿਆ, ਹੇ ਪਤੀ, ਤੇਤੇ ਬਿਨਾਂ ਤਾਂ ਮੈਂ ਅੱਧੀ ਦਾਮ ਦੀ ਵੀ ਨਾ ਰਹੀ। ਪੇਕੇ ਘਰ ਦੇ ਵਿੱਚ ਕਿੰਨੀ ਕੁ ਦੇਰ ਤੱਕ ਮਾਂ ਬਾਪ ਬੈਠੇ ਨੂੰ, ਨਹੀਂ ਦੇਰ ਤੱਕ ਥੋੜਾ ਬਹੁਤ ਰਹੂ ਸਤਿਕਾਰ, ਤੇ ਅੱਗੇ ਚੱਲ ਕੇ ਭਾਈ ਵੀ ਬਗਾਨੀ ਸੋਚ ਦੇ ਅਧੀਨ ਹੋ ਜਾਂਦੇ ਨੇ। ਇਸ ਕਰਕੇ ਅੱਧੀ ਦਮੜੀ ਵੀ ਜੀਵਨ ਦੀ ਕੀਮਤ ਨਾ ਰਹੀ, ਅੱਧੀ ਕੌਡੀ ਵੀ ਮੇਰੀ ਕੀਮਤ ਨਾ ਰਹੀ। ਹੁਣ ਅੱਗੇ ਮਹਾਰਾਜ ਸਾਹਿਬ ਜੀ ਫਿਰ ਮਹੱਲਾ ਉਚਾਰਨ ਕਰਕੇ ਉਹਦੇ ਵਿੱਚ ਜੋ ਸੱਚ ਬੋਲ ਕੇ ਦੱਸ ਦਿੱਤਾ ਵੀ ਮੇਰਾ ਆਪਣਾ ਕਸੂਰ ਸੀ। ਅਸਲ ਦੇ ਵਿੱਚ ਜਿਹੜਾ ਬੰਦਾ ਕਸੂਰ ਕਰਨ ਤੋਂ ਬਾਅਦ, ਭਾਵੇਂ ਉਹਨੇ ਜਾਣ ਕੇ ਕਰ ਲਿਆ, ਭਾਵੇਂ ਅਣਜਾਣਪਣੇ ਚ ਹੋ ਗਿਆ, ਕਸੂਰ ਕਰਨ ਤੋਂ ਬਾਅਦ ਜਿਹੜਾ ਸੱਚ ਦਾ ਪੱਖ ਲੈ ਲਵੇ, ਸੱਚ ਕਹਿ ਦੇਵੇ ਵੀ ਮੇਰਾ ਇਹ ਕਸੂਰ ਹੈ, ਉਹਦਾ ਗੁਨਾਹ ਅੱਧਾ ਰਹਿ ਜਾਂਦਾ ਹੈ। ਅੱਧਾ ਗੁਨਾਹ ਉਹ ਪਛਤਾਤਾਪ ਕਰਕੇ ਖਤਮ ਕਰ ਦਿੰਦਾ, ਮੁੜ ਕੇ ਪਛਤਾਤਾਪ ਕਰਦਾ ਵੀ ਇਹ ਮੇਰੀ ਗਲਤੀ ਸੀ, ਗੁਨਾਹ ਖਤਮ ਹੋ ਗਿਆ। ਜਿਹੜੇ ਲੋਕ ਗੁਨਾਹ ਕਰਕੇ ਫਿਰ ਝੂਠ ਬੋਲ ਕੇ ਹੋਰ ਗੁਨਾਹ ਕਰਦੇ ਨੇ, ਉਹ ਦੁੱਗਣਾ ਗੁਨਾਹੀ ਹੋ ਗਏ। ਇੱਕ ਤਾਂ ਪਾਪ ਕੀਤਾ, ਦੂਜਾ ਝੂਠ ਬੋਲਿਆ। ਇਸ ਕਰਕੇ ਹੁਣ ਜਦੋਂ ਸੱਚ ਬੋਲ ਦਿੱਤਾ ਔਰਤ ਨੇ, ਤਾਂ ਫਿਰ ਉਸ ਵੇਲੇ ਹੁਣ ਅੱਗੇ ਸਹੁਰੇ ਘਰ ਦਾ ਹੋਰ ਵਾਤਾਵਰਣ ਅੱਗੇ ਮਹੱਲੇ 'ਚ ਦੱਸਦੇ ਨੇ ਮਹਾਰਾਜ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਜੀ, ਸਸਰੀ ਰਾਇਣ ਨਾਨਕ ਜੀਓ ਸਸਰਾ ਵਾਦੀ।
ਤੇ ਹੁਣ ਫਰਮਾਨ ਕੀਤਾ, ਕਹਿੰਦੇ ਹੇ ਮਾਂ ਵੀ ਠੀਕ ਹੈ, ਮੈਂ ਆਪਣਾ ਕਸੂਰ ਵੀ ਦੱਸਤਾ ਤੈਨੂੰ, ਲੇਕਿਨ ਬਾਤ ਇਹ ਵੀ ਸਚਾਈ ਆ ਵੀ ਮੇਰੀ ਸੱਸ ਮੇਰੀ ਵੈਰਣ ਬਣ ਗਈ ਹੈ। ਕੈਸੀ ਵੈਰਣ ਬਣ ਗਈ? ਸੱਸ ਵਰਾਇਣ ਨਾਨਕ ਜੀਓ। ਨਾਨਕ ਸ਼ਬਦ ਤਾਂ ਫਿਰ ਇਹ ਆਉਣਾ ਨਾ ਵਿੱਚ, ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ ਵੀ ਮੇਰੀ ਸੱਸ ਮੇਰੀ ਵੈਰਣ ਬਣ ਗਈ। ਉਹਦਾ ਕਾਰਨ ਕੀ ਹੈ? ਸੱਸ ਦਾ ਇੱਕ ਰੂਪ ਗੁਰਬਾਣੀ 'ਚ ਹੋਰ ਲਿਖਿਆ ਹੈ, ਸਾਸ ਬੁਰੀ ਕਰ ਵਾਸ ਨਾ ਦੇਵੈ, ਫਿਰ ਸਿਉ ਮਿਲਨ ਨਾ ਦੇ ਬੁਰੀ। ਆਹ ਬੁਰਾਈ ਕਰਦੀ ਹੈ, ਮੇਰਾ ਪਤੀ ਮੇਰੇ ਕੋਲ ਬਹਿ ਜਾਏ ਤੇ ਮੇਰੀ ਸੱਸ ਉਹਦੇ ਗਲ ਪੈ ਜਾਂਦੀ ਹੈ, ਤੂੰ ਜੋਰੂ ਦਾ ਗੁਲਾਮ ਹੋ ਗਿਆ। ਇਸ ਕਰਕੇ ਉਹ ਮੇਰਾ ਪਤੀ ਵੀ ਸੰਕੋਚ ਕਰਦਾ, ਕਿਉਂਕਿ ਸੱਸ ਹੀ ਬੈਰਣ ਬਣ ਗਈ ਮੇਰੀ। ਤੇ ਉਹ ਸਿਆਣੀ ਬੀਬੀ ਨੇ ਕਿਹਾ, ਤੂੰ ਸਹੁਰੇ ਦੇ ਕੋਲ ਜਾ ਕੇ ਸ਼ਿਕਾਇਤ ਕਰਨੀ ਸੀ, ਸਹੁਰੇ ਦੇ ਵਾਸਤੇ ਨੂੰਹਾਂ ਧੀਆਂ ਵਰਗੀਆਂ ਹੁੰਦੀਆਂ ਨਾ। ਉਹ ਕਹਿੰਦੀ ਮੈਂ ਕਰਾਂ ਕਿ ਮੇਰਾ ਸਹੁਰਾ ਮੇਰੀ ਸੱਸ ਦੇ ਅਧੀਨ ਹੈ, ਸਸਰਾ ਬਾਦੀ। ਉਹ ਖੁਦ ਹੀ ਮੇਰੇ ਨਾਲ ਝਗੜਾ ਕਰਦਾ ਹੈ ਵੀ ਤੇਰੇ 'ਚ ਨੁਕਸ ਹੈ। ਕਹਿਣ ਲੱਗੇ ਫਿਰ ਤੂੰ ਘਰ ਦੇ ਵਿੱਚ ਪਤੀ ਦਾ ਤੇਰੇ ਦਾ ਜਿਹੜਾ ਭਰਾ ਹੈ ਵੱਡਾ, ਵੱਡੇ ਭਰਾ ਗਲਤੀ ਜਦੋਂ ਛੋਟੇ ਕਰਨ ਗਲਤੀ, ਛੋਟੇ ਭਰਾ ਗਲਤੀ ਕਰਨ ਵੱਡੇ ਸਮਝਾ ਦਿੰਦੇ, ਉਹ ਵੀ ਪਿਓ ਵਰਗੇ ਹੁੰਦੇ ਨੇ। ਤੂੰ ਜੇਠ ਨੂੰ ਕਹਿਣਾ ਸੀ, ਕਹਿੰਦੀ ਲੋ ਜੀ ਜੇਠ ਦੀ ਸੁਣ ਲਓ, ਜੇਠੋ ਪਉ ਪਉ ਲੂਹੈ। ਜਿਹੜਾ ਮੇਰਾ ਜੇਠ ਹੈ ਪੈਰ ਪੈਰ ਤੇ ਲੂੰਦਾ ਹੈ, ਇਹੋ ਜਿਹੇ ਸ਼ਬਦ ਕਹਿੰਦਾ ਹੈ। ਉਹ ਮੇਰਾ ਗਲਤ ਇਸਤੇਮਾਲ ਕਰਨਾ ਚਾਹੁੰਦਾ ਸੀ, ਉਹ ਮੇਰੇ ਤੇ ਬੁਰੀ ਨਜ਼ਰ ਰੱਖਦਾ ਸੀ, ਇਸ ਕਰਕੇ ਲੂੰਦਾ ਮੈਨੂੰ, ਉਹ ਵੀ ਦੁੱਖ ਦਿੰਦਾ ਹੈ। ਮੈਂ ਆਪਣਾ ਧਰਮ ਪਾਲ ਰਹੀ ਹਾਂ, ਲੂਹ ਦਿੱਤੀ ਉਸਨੇ ਵੀ। ਤੇ ਹੁਣ ਕਰਾਂ ਕੀ? ਅੱਗੇ ਹੁਣ ਦੱਸਦੇ ਹਨ ਜੀ, ਅੱਬੇ ਭਸ ਪੁਣੀਦੇ ਵਤਨ। ਤੇ ਉਹ ਸਿਆਣੀ ਬੀਬੀ ਕਹਿੰਦੀ ਵੀ ਇਹ ਗੱਲ ਤੇਰੀ ਠੀਕ ਹੈ, ਪਰ ਮੈਂ ਤੈਨੂੰ ਜੁਗਤੀ ਦੱਸਾਂ, ਤੂੰ ਆਪਣੇ ਪਤੀ ਨੂੰ ਐਸਾ ਆਪਣੇ ਗੁਣਾਂ ਦੇ ਆਧਾਰ ਤੇ, ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ। ਗੁਣਾਂ ਦਾ ਟੂਣਾ ਕਰਦੇ ਤਾਗੇ ਤਵੀਤ ਕਰਾਉਂਦੀ ਨਾ ਫਿਰ ਤੂੰ ਪਤੀ ਨੂੰ ਬਸ ਕਰਨ ਵਾਸਤੇ। ਤੇ ਫਿਰ ਕਰਨਾ ਕੀ ਹੈ? ਗੁਣਾਂ ਦਾ ਟੂਣਾ ਐਸਾ ਕਰਦੇ ਵੀ ਪਤੀ ਪਿਆਰ ਦੇ ਬਸ ਰੱਬ ਵਾਸ ਆ ਜਾਂਦਾ ਹੈ। ਬੰਦੇ ਤਾਂ ਮਨੁੱਖ ਤਾਂ ਹੈ ਹੀ ਕੀ, ਤੂੰ ਆਪਣੇ ਗੁਣ ਪੈਦਾ ਕਰ। ਤੇ ਫਿਰ ਹੱਬੇ ਭਸ ਪੁਣੇਂਦੇ ਵਤਨ। ਹੱਬੇ ਦਾ ਅਰਥ ਲਹਿੰਦੇ ਦੀ ਬੋਲੀ ਹੈ ਸੱਭੇ। ਸਾਰੀ ਭਸ ਨਾਮ ਹੈ ਸਵਾਦ ਆ। ਭਸ ਸਵਾਰ ਨੂੰ ਪੁਣੇਂਦੇ ਛਾਣ ਦੇ ਵਤਨ ਫਿਰਨ। ਕੀ ਕਰਨਗੇ? ਵਿਰੋਧ ਕਰਨ ਵਾਲੇ। ਪਰ ਜਿਸ ਵੇਲੇ ਇੱਕ ਪਤੀ ਵਸ ਵਿੱਚ ਹੋ ਜਾਏ, ਜਾਹਵੇਂ ਸੱਜਣ ਤੂੰ ਹੈ, ਤੇ ਜਦੋਂ ਇੱਕ ਪਤੀ ਸੱਜਣ ਬਣ ਜਾਏ ਤਾਂ ਫਿਰ ਇਹ ਰਿਸ਼ਤੇਦਾਰ ਕੁਝ ਵੀ ਨਹੀਂ ਕਰ ਸਕਦੇ। ਉਹ ਬੀਬੀ ਨੇ ਕਿਹਾ ਵੀ ਹਾਂ ਮਾਂ ਇਹ ਗੱਲ ਸਹੀ ਹੈ, ਜਾਂ ਮੇਰਾ ਸੱਜਣ ਮੇਰਾ ਪਤੀ ਮੇਰੇ ਵੱਲ ਹੋਵੇ ਤਾਂ ਇਹ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ। ਇਹ ਹੈ ਅਲੰਕਾਰ। ਇਹ ਹੈ ਇੱਕ ਸਮਾਜ ਨੂੰ ਸੁਧਾਰਨ ਵਾਸਤੇ ਸਿੱਖਿਆ ਵੀ ਹੈ, ਤੇ ਪਤੀ ਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਨੇ, ਤੇ ਜੋ ਅੱਗੇ ਵੀ ਇਹ ਵਿਚਾਰਾਂ ਸਾਸੀ ਗੁਰਬਾਣੀ ਦੇ ਕਈ ਥਾਂ ਤੇ ਆਉਣੀਆਂ ਨੇ, ਤੇ ਮਹਾਰਾਜ ਸਾਹਿਬ ਜੀ ਨੇ ਦੋਨਾਂ ਪੱਖਾਂ ਦੇ ਵਿੱਚ ਭਲਾ ਕੀਤਾ। ਪਰ ਅਸਲ ਦੇ ਵਿੱਚ ਇਹ ਬ੍ਰਹਮ ਗਿਆਨ ਹੈ। ਹੁਣ ਤੱਕ ਬ੍ਰਹਮ ਗਿਆਨ ਦੀ ਗੱਲ ਤਾਂ ਇੱਕ ਵੀ ਨਹੀਂ ਆਈ। ਗੁਰਬਾਣੀ ਤਾਂ ਬ੍ਰਹਮ ਗਿਆਨ ਹੈ। ਹੁਣ ਸੁਣੋ ਬ੍ਰਹਮ ਗਿਆਨ ਕੀ ਹੈ। ਇਸੇ ਪ੍ਰਕਾਰ ਜੇ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਹੁਣ ਇਹ ਹੈ ਵੀ ਜਿਗਿਆਸੂ ਰੂਪ ਤਾਂ ਹੈ ਇਸਤਰੀ। ਇਹ ਤਾਂ ਅੰਦਰ ਦੀ ਗੱਲ ਹੈ ਸਾਰੀ, ਬਾਹਰ ਦਾ ਤਾਂ ਦ੍ਰਿਸ਼ਟਾਂਤ ਸੀ। ਤੇ ਇਸ ਕਰਕੇ ਉਹ ਮਹਾਂਪੁਰਸ਼ ਜਿਹੜੇ ਜਿਨ੍ਹਾਂ ਦੀਆਂ ਉਮਰਾਂ ਲੰਘ ਗਈਆਂ ਬੰਦਗੀ ਕਰਨ ਵਾਲਿਆਂ ਦੀਆਂ, ਉਹ ਜਿਗਿਆਸੂ ਰੂਪ ਸਖੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਜਿਹੜਾ ਆਤਮਾਨੰਦ ਹੈ, ਤੇ ਉਹਦੇ ਵਾਸਤੇ ਸਾਧ ਸੰਗਤ ਜੀ ਜਿਹੜਾ ਆਤਮਾਨੰਦ ਰੂਪੀ ਸਹੁਰਾ ਘਰ ਹੈ ਨਾ, ਤੇ ਆਤਮਾਨੰਦ ਰੂਪੀ ਸਹੁਰਾ ਘਰ ਹੈ, ਉਹਦੀ ਪ੍ਰਾਪਤੀ ਵਿੱਚ ਆਉਣ ਵਾਲੇ ਵਿਘਨਾਂ ਦੀ ਬਾਬਤ ਸਤਿਗੁਰੂ ਕਹਿੰਦੇ, ਉਹਦੇ 'ਚ ਜਿਹੜੇ ਵਿਘਨ ਪੈ ਰਹੇ ਉਹਦੇ ਅੱਗੇ ਫਰਿਆਦ ਕਰਦੀ ਹੈ, ਹੇ ਮਾਂ ਜਾਣੀ ਹੇ ਮਹਾਂਪੁਰਸ਼ੋ ਕਿਰਪਾ ਕਰੋ ਮੇਰੇ ਤੇ,
ਤੇ ਰੱਬ ਦੇ ਨਾਲੋਂ ਵਿਛੋੜਾ ਮੇਰਾ ਪੈ ਗਿਆ ਪਤੀ ਪਰਮੇਸ਼ਰ ਨਾਲੋਂ। ਤੁਸੀਂ ਦੱਸੋ ਮੈਂ ਕੀ ਕਰਾਂ। ਉਹਨੇ ਕਿਹਾ ਵੀ ਤੂੰ ਦੱਸ, ਇਹਦਾ ਕਾਰਨ ਵੀ ਤਾਂ ਹੋਊਗਾ, ਰੱਬ ਨਾਲੋਂ ਵਿਛੜਿਆ ਕਿਵੇਂ, ਤੈਨੂੰ ਇਹ ਤਾਂ ਪਤਾ ਹੀ ਹੋਊਗਾ, ਇੰਨਾ ਕੁ ਤਾਂ ਕੋਈ ਅਣਜਾਣ ਨਹੀਂ, ਭੁੱਲਿਆ ਨਹੀਂ ਹੋਇਆ। ਉਹਦਾ ਭਾਵ ਲੈ ਕੇ ਕਹਿੰਦੇ ਨੇ ਮਹਾਰਾਜ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਹੇ ਪਰਮੇਸ਼ਰ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ, ਤੂੰ ਸਾਰਿਆਂ ਦਾ ਜੀਵਨ ਰੂਪ ਹੈ ਜੀ, ਜੀਵਨ ਰੂਪ ਹੈ। ਇਸ ਲੋਕ ਦਾ ਮਿੱਤਰ ਤੇ ਪ੍ਰਲੋਕ ਦਾ ਪਿਆਰਾ ਵੀ ਹੈ। ਇਸ ਕਰਕੇ ਮੈਂ ਤੇਰੀ ਪ੍ਰਾਪਤੀ ਵਾਲੇ ਪਿਆਰ ਨੂੰ ਛੱਡ ਜਾਣੀ ਤਿਆਗ ਦਿੱਤਾ ਤੇ ਤੈਨੂੰ ਗਵਾਇਆ, ਗਵਾ ਲਿਆ, ਭੁਲਾ ਦਿੱਤਾ ਮੈਂ ਤੈਨੂੰ, ਜਾਂ ਤੇਰੇ ਪਿਆਰ ਨੂੰ ਛੱਡ ਦਿੱਤਾ ਹੈ, ਤੇਰੇ ਉਪਕਾਰਾਂ ਨੂੰ ਭੁਲਾ ਦਿੱਤਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਹੈ ਗੁਰੂ ਨਾਨਕ ਸਾਹਿਬ ਤੇਰੇ ਅਸੀਂ ਉਪਕਾਰਾਂ ਨੂੰ ਭੁਲਾ ਦਿੱਤਾ ਹੈ। ਤੇ ਕਾਰਨ ਕੀ ਹੈ? ਜਗਿਆਸੂ ਨੂੰ ਪੁੱਛਿਆ ਹੈ ਮਹਾਂਪੁਰਖਾਂ ਨੇ ਤੇ ਉੱਤਮ ਸਖੀ ਨੇ ਕਿ ਕਿਸ ਪ੍ਰਕਾਰ ਭੁੱਲੀ ਹੈ, ਦੱਸਦੀ ਹੈ। ਰੰਗ ਕੁਸੁੰਬੈ ਭੁੱਲੀ। ਕਹਿਣ ਲੱਗੀ ਹੈ ਮਹਾਂਪੁਰਸ਼ੋ, ਜਗਿਆਸੂ ਰੂਪ ਇਸਤਰੀ ਕਹਿੰਦੀ ਹੈ, ਜਿਹਨੇ ਜਗਿਆਸੂ ਕਹਿ ਰਿਹਾ, ਇਹ ਜਿਹੜੇ ਕੁਸੁੰਬੇ ਰੰਗ ਦੀ ਨਿਆਈ ਮੈਕੀ ਪਦਾਰਥ ਨਾ, ਕੱਚਾ ਰੰਗ ਕੁਸੁੰਬ ਕਾ ਥੋੜੜਿਆਂ ਦਿਨ ਚਾਰ ਜੀਓ, ਇਹਨਾਂ ਦੇ ਵਿੱਚ ਖਾਣ ਪੀਣ ਭੋਗਣ ਦੇ ਵਿੱਚ ਮੇਰੇ ਚਿੱਤ ਦੀ ਬਿਰਤੀ ਵਾਹਿਗੁਰੂ ਨੂੰ ਭੁੱਲ ਗਈ। हे ਵਾਹਿਗੁਰੂ ਮੈਂ ਤੈਨੂੰ ਭੁੱਲ ਗਈ ਹਾਂ। ਤੋ ਸੱਜਣ ਕੀ ਮੈਂ ਕੀਮ ਨਾ ਪਾਉਦੀ। ਹਾਂ, ਪਰ ਇੱਕ ਗੱਲ ਜ਼ਰੂਰ ਹੈ, ਜੇ ਭੁੱਲੀ ਜੇ ਚੂਕੀ ਸਾਈਂ ਭੀ ਤਹਿੰਦੀ ਕਾਂਢੀਆ, ਹੈ ਤਾਂ ਤੇਰੀ ਜੇ ਭੁੱਲ ਗਈ। ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ। हे ਸਤਿਗੁਰੂ, ਤੋ ਤਦ ਹੀ ਸੱਜਣ ਅਕਾਲ ਪੁਰਖ ਦੀ ਮੇਰੇ ਪਾਸੋਂ ਕੋਈ ਪ੍ਰਾਪਤੀ ਰੂਪੀ ਕੀਮਤ ਨਹੀਂ ਪੈਂਦੀ ਹੈ। ਇਸ ਕਰਕੇ ਹੋ ਤੁਧ ਬਿਨ ਅੱਡ ਨਾ ਲਹਿਦੀ। ਹੋ ਮੈਂ ਤੁਧ ਤੇਰੀ ਕਿਰਪਾ ਤੋਂ ਬਿਨ ਬਗੈਰ ਅੱਡ ਅੱਧੀ ਦਮੜੀ ਵੀ ਮੇਰੇ ਜੀਵਨ ਦੀ ਕੋਈ ਕੀਮਤ ਨਾ ਰਹੀ, ਨਹੀਂ ਲੈ ਸਕਦੀ ਹਾਂ। ਅੱਡ ਕੌਡੀ ਭਾਵ ਥੋੜੇ ਮਾਤਰ ਵੀ ਸੁਖ ਨਹੀਂ ਲੈ ਸਕਦੀ ਹਾਂ। ਤੇ ਅੱਗੇ ਹੁਣ ਇਸੇ ਅਲੰਕਾਰ ਅਨੁਸਾਰ ਅੰਤਰੀ ਭਾਵ ਦੇ ਵਿੱਚ ਅੱਗੇ ਦੱਸਦੇ ਹਨ ਮਹੱਲੇ ਦੇ ਵਿੱਚ ਜੀ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸੇ ਅਲੰਕਾਰ ਦੁਆਰਾ ਅੱਗੇ ਵਿਚਾਰ ਤੋਰਦੇ ਹਨ। ਸਸ ਵੀਰਾਇਣ ਨਾਨਕ ਜੀਉ ਸਸੁਰਾਵਾਦੀ। ਉਧਰ ਉਹ ਅਲੰਕਾਰ ਦੇ ਪਹਿਲੇ ਦ੍ਰਿਸ਼ਟਾਂਤ ਨੂੰ ਧਿਆਨ ਵਿੱਚ ਰੱਖਣਾ, ਤੇ ਜਿਹੜਾ ਇੱਕ ਤਾਂ ਇਹ ਪਾਠ ਦੀ ਕੁੰਡੀ ਹੈ, ਇਹਨੂੰ ਜੇ ਤਾਂ ਕਹਿਤਾ ਸੱਸ ਫਿਰ ਚੰਦਰਮਾ ਦਾ ਵਾਚਕ ਬਣ ਗਿਆ, ਜੇ ਕਹਿਤਾ ਸੱਸ ਤਾਂ ਪਤੀ ਦੇ ਅੱਗੇ ਮਾਂ ਦਾ ਵਾਚਕ ਬਣ ਗਿਆ। ਸੱਸ ਇਹ ਰਿਸ਼ਤਾ ਹੈ ਸਮਾਜ ਦਾ, ਇਹਨੂੰ ਸੱਸ ਕਹਿਣਾ ਹੈ। हे ਗੁਰੂ ਨਾਨਕ ਦੇਵ ਜੀ, ਜੀਵ ਰੂਪ ਇਸਤਰੀ ਦੀ ਸੱਸ ਕਿਹੜੀ ਹੈ? ਸੰਸਿਆਤਮਕ ਵਿਰਤੀ ਰੂਪ ਸੱਸ ਹੈ। ਇਹ ਵਿਰਾਨ ਵੈਰਨ ਬਣੀ ਹੋਈ ਹੈ। ਤੇ ਫਿਰ ਸਹੁਰਾ ਕਿਹੜਾ ਹੈ? ਦੇਹ ਅਧਿਆਸ ਰੂਪੀ ਸਹੁਰਾ ਹੈ। ਬੜਾ ਹੀ ਝਗੜਾਲੂ ਹੈ, ਬਾਦੀ ਹੈ, ਝਗੜਾਲੂ ਹੈ ਇਹ। ਜਾਂ ਮਾਇਆ ਅਵਿਦਿਆ ਰੂਪੀ ਸੱਸ ਬੈਰਨ ਹੈ, ਅਗਿਆਨ ਰੂਪੀ ਸਹੁਰਾ ਬੜਾ ਝਗੜਾਲੂ ਹੈ। ਅੱਗੇ ਦੱਸਦੇ ਹਨ, ਜੇਠੋ ਪਉ ਪਉ ਲੂ ਹੈ। ਜੇਠੋ ਜੇਠ ਰੂਪ ਕੌਣ ਹੈ? ਧਰਮਰਾਜ। ਜੀਵ ਰੂਪ ਇਸਤਰੀ ਨੂੰ ਨਰਕਾਂ ਦੇ ਚ ਪਾ ਪਾ ਕੇ ਲੂੰਦਾ, ਸਾੜਦਾ ਹੈ, ਭੱਠ ਦੇ ਵਿੱਚ ਝੋਕਦਾ ਹੈ, ਤੱਤਿਆਂ ਥੰਮਾਂ ਨਾਲ ਲਾਉਂਦਾ ਹੈ, ਇਉਂ ਸਾੜਦਾ ਰਹਿੰਦਾ। ਉਹ ਜੇਠ ਹੈ ਧਰਮਰਾਜ। ਜੂਨਾਂ ਵਿੱਚ ਪਾ ਕੇ, ਬਿਪਤਾ ਵਿੱਚ ਪਾ ਪਾ ਕੇ ਸਾੜਦਾ ਹੀ ਰਹਿੰਦਾ, ਇਹ ਜੇਠ ਹੈ ਧਰਮਰਾਜ। ਅੱਗੇ ਦੱਸਦੇ ਹਨ ਜੀ, ਹੱਬੇ ਭਸ ਪੁਣੀ ਦੇ ਵਤਨ। ਹੇ ਪਰਮੇਸ਼ਰ, ਤੇ ਤੋਂ ਬਿਨਾ ਤਾਂ ਇੰਨੇ ਦੁੱਖ ਤਕਲੀਫ ਹੈ, ਪਰ ਜੇ ਤੂੰ ਮੇਰਾ ਸੱਜਣਾ, ਸਾਰੀ ਤੁਕ ਬੋਲਦੇ ਹੋ ਜੀ। ਜਾਵੈ ਸੱਜਣ ਤੂੰ ਹੈ। ਹੇ ਪਰਮੇਸ਼ਰ, ਜਾਂ ਜਦੋਂ ਤੂੰ ਮੈਂ ਮੇਰਾ ਪਿਆਰਾ ਸੱਜਣ ਮਿੱਤਰ ਕਿਤੇ ਮੇਰੀ ਤਰਫ ਹੋ ਜਾਵੇਂ ਨਾ, ਤਾਂ ਬੇਸ਼ੱਕ ਫਿਰ ਇਹ ਜਿਹੜੇ ਹਨ ਤਾਂ ਹੱਬੇ, ਤੇ ਹੱਬੇ ਜਿਹੜਾ ਸਭਿਆਂ ਦਾ ਵਾਚਕ ਹੈ, ਲਹਿੰਦੇ ਦੀ ਬੋਲੀ ਹੈ ਇਹ। ਹੱਬੇ ਭਸ ਪੁਣੇਂਦੇ ਵਤਨ। ਇਹਨੂੰ ਜੇ ਤਾਂ ਦੇਖੋ ਵਤਨ ਕਹਿ ਦਿੱਤਾ ਫਿਰ ਦੇਸ਼ ਦਾ ਵਾਚਕ ਬਣ ਗਿਆ। ਵਤਨ ਦੇਸ਼ ਨੂੰ ਕਹਿੰਦੇ ਨੇ। ਵਤਨ ਕਹਿ ਦਿੱਤਾ ਤਾਂ ਫਿਰਨ ਦਾ ਵਾਚਕ ਆ ਗਿਆ, ਫਿਰਨ।
ਇਸ ਕਰਕੇ ਇਹਨੂੰ ਹੱਬੇ ਭਰਮੀ ਆਵਾਜ਼ ਹੋਵੇ, ਹਵੇ ਨਾ ਬਣ ਜਾਏ, ਨਹੀਂ ਤਾਂ ਫਿਰ ਨਾਲ ਤਾਂ ਵਾਵਾ ਲੱਗ ਜੂ, ਭੱਬਾ ਲੋਪ ਹੋ ਜੂਗਾ ਤੇ ਨਾਲੇ ਅਰਥ ਬਦਲੇ। ਹੱਬੇ ਇਹਨੂੰ ਭਸ ਨਹੀਂ ਕਹਿਣਾ, ਭਸ। ਕਈ ਵਾਰੀ ਤਾਂ ਇੱਕ ਇੱਕ ਤੁਕ 'ਚ ਕਈ ਘੁੰਡੀਆਂ ਆਉਂਦੀਆਂ ਨਾ, ਇਹ ਨੋਟ ਕਰਨ ਵਾਲੀਆਂ ਨੂੰ ਤੁਹਾਡੇ। ਹੱਬੇ ਭਸ ਪਣਿੰਦੇ ਵਤਨ, ਇਹ ਸਾਰੇ ਜਿਹੜੇ ਨੇ ਪਏ ਸਵਾਹ ਛਾਣ ਦੇ ਫਿਰਨ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਮੈਨੂੰ ਕਿਸੇ ਦੀ ਕੋਈ ਮੁਸ਼ੰਦਗੀ ਨਹੀਂ, ਮੇਰੇ ਉੱਤੇ ਬਲ ਨਹੀਂ ਪਾ ਸਕਦੇ। ਸੰਸੇ ਆਤਮਿਕ ਬਿਰਤੀ, ਮਾਇਆ ਸੱਸ, ਸੰਸੇ ਆਤਮਿਕ ਬਿਰਤੀ ਸੱਸ, ਅਵਿਦਿਆ ਰੂਪੀ ਸੱਸ, ਦੇਹ ਅਧਿਆਸ ਰੂਪੀ ਸਹੁਰਾ ਜਾਂ ਅਗਿਆਨ ਰੂਪੀ ਸਹੁਰਾ, ਧਰਮ ਰਾਜ ਰੂਪੀ ਜੇਠ। ਤੇ ਇਹ ਸਾਰੇ ਦੁਨੀਆ ਦੇ ਔਗਣਾ ਰੂਪੀ ਖਾਕ ਛਾਣ ਦੇ ਫਿਰਨ ਤੇ ਕਿੱਥੋਂ ਸਾਨੂੰ ਔਗਣ ਲੱਭਣ। ਤੇ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੋਸ਼ੰਦਾ, ਜਿਹਦੇ ਬਲ ਹੋ ਜਾਣਾ ਮਹਾਰਾਜ ਤੇ ਉਹਨੂੰ ਫਿਰ ਕਿਸੇ ਪ੍ਰਕਾਰ ਦਾ ਸੰਸਾ ਨਹੀਂ ਰਹਿੰਦਾ ਹੈ। ਇਸ ਕਰਕੇ ਹੁਣ ਅੱਗੇ ਦੱਸਦੇ ਹਨ। ਹਾਂਜੀ ਬੋਲੋਗੇ। ਪੌੜੀ ਅੱਗੇ ਸਾਸ ਜੀ ਹੁਣ ਪੌੜੀ ਹੈ। ਹੁਣ ਦੇਖੋ ਜਿਹੜੀ ਪੂਰਾ ਰਸ ਰਹਿ ਕੇ ਕਥਾ ਦਾ ਭਾਵ ਹੈ ਨਾ। ਹੁਣ ਦੋ ਸ਼ਬਦ ਹੋਇਆ, ਇੱਕ ਸ਼ਲੋਕ ਹੈ, ਇੱਕ ਮਹਲਾ ਹੈ। ਸਮਾਂ ਨੋਟ ਕਰੋ ਵੀ ਕਿੰਨਾ ਹੋ ਗਿਆ। ਤਕਰੀਬਨ ਅੱਧਾ ਘੰਟਾ ਹੋ ਗਿਆ। ਹੁਣ ਜੇ ਆਪਾਂ ਇੱਕਣ ਕਥਾ ਕਰੀਏ ਤਾਂ ਫਿਰ 7-8 ਸਾਲ ਲੱਗਣਗੇ ਨਾ। ਹੁਣ ਜਦੋਂ ਇਹ ਇੱਕ ਮਜਬੂਰੀ ਹੈ ਵੀ ਸਮੇਂ ਦੇ ਅਨੁਸਾਰ, ਤਾਂ ਕਿ ਫਿਰ ਜੇ ਸਮਾਂ ਇੰਨਾ ਲੰਮਾ ਹੁੰਦਾ ਹੈ, ਦੱਸੋ ਕਿਹੜੇ ਵਿਦਿਆਰਥੀ 'ਚ ਸਬਰ ਹੈ ਇੰਨਾ, ਬੈਠ ਜੂ ਤੁਹਾਡੇ ਕੋਲ 8 ਸਾਲ ਕਥਾ ਸੁਣਨ ਵਾਸਤੇ। ਇਸ ਕਰਕੇ ਵੀ ਸੰਪਰਦਾ ਦੇ ਵਿੱਚ ਕਥਾ ਚਲੰਤ ਕੀਤੀ ਜਾਂਦੀ ਹੈ। ਜਦੋਂ ਉਹ ਕਿਤੇ ਖੁੱਲੀ ਵਿਚਾਰ ਹੁੰਦੀ ਹੈ, ਉਹਦੇ 'ਚ ਫਿਰ ਵਿਸਥਾਰ ਨਾਲ ਗੱਲ ਹੋ ਜਾਂਦੀ ਹੈ। ਇਹ ਤਾਂ ਹੈ ਸਰੋਤਿਆਂ ਵਾਸਤੇ, ਸੁਣਨ ਵਾਲਿਆਂ ਵਾਸਤੇ ਆਨੰਦ ਦੇਣ ਵਾਲੀ ਇਹ ਕਥਾ ਹੈ, ਜਿਹੜੇ ਢੰਗ ਨਾਲ ਤੁਸੀਂ ਦੋ ਸ਼ਬਦ ਸੁਣੇ। ਤੇ ਹੁਣ ਆਪਾਂ ਨਿਯਮ ਪੂਰਾ ਕਰਨ ਵਾਸਤੇ ਜਿੰਨੀ ਸੰਥਾ ਕਰਦੇ ਹਾਂ, ਕਿਉਂਕਿ ਇਹ ਸੰਥਿਆ ਹੋ ਰਹੀ ਹੈ ਜਿਹੜੀ ਲਗਭਗ ਸਾਲ ਵਿੱਚ, 1.5 ਸਾਲ ਵਿੱਚ 2 ਸਾਲਾਂ ਦੀ ਗੱਲ ਹੁੰਦੀ ਹੈ ਵੀ ਉਹਦੇ 'ਚ ਮਹਾਂਪੁਰਖ ਪੂਰੀ ਕਰਦਿਆ ਕਰਦੇ ਸੀ। ਉਸ ਨਿਯਮ ਨਾਲ ਚੱਲਦੇ ਆ। ਉਹਦੇ 'ਚ ਇੱਕਣ ਰਸ ਨਹੀਂ ਆਊਗਾ। ਅਖਰੀ ਅਰਥਨ ਵਿਦਿਆਰਥੀਆਂ ਨੂੰ ਲਾਭ ਹੈ, ਜਿਨ੍ਹਾਂ ਨੇ ਪਾਠ ਸੁੱਧ ਕਰਨਾ ਉਹਨਾਂ ਨੂੰ ਲਾਭ ਹੈ। ਸਰੋਤਿਆਂ ਨੂੰ ਕਿਤੇ ਨਾ ਕਿਤੇ ਕਾਹਲ ਦੇ ਵਿੱਚੋਂ ਉਹ ਰਸ ਨਹੀਂ ਆਉਂਦਾ ਜਿਹੜਾ ਆਉਣਾ ਚਾਹੀਦਾ। ਆਓ ਅੱਗੇ ਮਹਾਰਾਜ ਸਾਹਿਬ ਜੀ ਪੌੜੀ ਉਚਾਰਨ ਕਰਦੇ ਨੇ, ਸੁਣੋ ਜੀ। ਜਿਸ ਤੂੰ ਉੱਠਾ ਚਿੱਤ, ਮਹਾਰਾਜ ਜੀ ਦੇ ਚਿੱਤ ਦੇ ਵਿੱਚ ਤੂੰ ਬੁੱਠਾ ਨਾਮ ਹੈ ਬਸਣ ਦਾ, ਜਿਹਦੇ ਹਿਰਦੇ ਵਿੱਚ ਮਹਾਰਾਜ ਤੂੰ ਬਸ ਗਿਆ ਹੈ। ਤਿਸ ਦਰਦ ਨਿਵਾਰਣੋ, ਉਹਨਾਂ ਦੇ ਦਰਦ ਜਿਹੜੇ ਨੇ, ਅਵਿਦਿਆ ਦਾ ਦਰਦ ਹੈ, ਪੀੜਾ ਹੈ ਅਵਿਦਿਆ ਦੀ, ਨਿਵਾਰਨ ਨਿਵਰਤ ਕਰਦੇ ਨੇ। ਦੀਨ ਦਰਦ ਦੁੱਖ ਭੰਜਨਾ, ਭੰਨ ਦੇਣਾ ਉਹਨਾਂ ਨੂੰ। ਕੜਕੜ ਨਾਥ ਅਨਾਥ ਸਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਧ। ਜਿਸ ਤੂੰ ਬੁੱਠਾ ਚਿੱਤ, ਇਹਨੂੰ ਬੁੱਠਾ ਨਹੀਂ ਕਹਿਣਾ, ਬੁੱਠਾ ਅਧਿਕ ਸਹਿਤ ਹੈ। ਜਿਹਦੇ ਚਿੱਤ ਵਿੱਚ ਤੂੰ ਵਸ ਗਿਆ ਹੈ, ਉਹਦੇ ਅੰਦਰ ਤੋਂ ਅਵਿਦਿਆ ਰੂਪੀ ਦਰਦ ਪੀੜਾ ਨੂੰ ਨਿਵਾਰਨੋਂ ਨਿਵਰਤ ਕਰ ਦਿੰਦਾ ਹੈ। ਜਿਸ ਤੂੰ ਉੱਠਾ ਚਿੱਤ, ਜਿਹਦੇ ਚਿੱਤ ਹਿਰਦੇ ਵਿੱਚ ਤੂੰ ਵਸ ਗਿਆ ਹੈ, ਤਿਸ ਕਦੇ ਨਾ ਹਾਰਣੋ, ਉਹ ਕਦੇ ਵੀ ਦੁਨੀਆ ਦੇ ਵਿੱਚ ਵੀ ਹਾਰਦਾ ਨਹੀਂ ਹੈ। ਹਰਾਉਣ ਵਾਸਤੇ ਦੁਨੀਆ ਆ ਜਾਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਰਾਉਣ ਵਾਸਤੇ ਹੁਣ 4 ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੇ। ਕਿਹੜਾ ਜੰਗ ਹੈ ਜਿਹਦੇ ਵਿੱਚ ਹਾਰੇ? ਬਾਦਸ਼ਾਹ ਹਾਰਦਾ ਰਿਹਾ, ਦਿੱਲੀ ਦਾ ਤਖਤ ਹਾਰਦਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਜੰਗ ਕੀਤੇ, ਸਾਰਿਆਂ 'ਚ ਫਤਿਹ ਪ੍ਰਾਪਤ ਕੀਤੀ। ਸੱਚਾਈ ਹੈ। ਇਸ ਕਰਕੇ ਕਿਉਂਕਿ ਜਿਹੜੇ ਸਿੰਘ ਸਿਪਾਹੀ ਸਨ ਉਹ ਵਾਹਿਗੁਰੂ ਤੇ ਭਰੋਸਾ ਰੱਖਦੇ ਸੀ। ਜਿਸ ਤੋਂ ਬੁੱਠਾ ਚਿੱਤ, ਜਿਹਦੇ ਹਿਰਦੇ ਤੋਂ ਬਸ ਗਿਆ, ਉਹ ਤਾਂ ਫਿਰ ਨਿਸ਼ਚੈ ਕਰ ਆਪਣੀ ਜੀਤ ਕਰੂੰ। ਨਿਸ਼ਚੈ ਹੈ, ਉਹਨੇ ਕਦੇ ਵੀ ਹਾਰਨਾ ਨਹੀਂ ਹੈ। ਨਾਨਕ ਕੋ ਉਪਜੀ ਪ੍ਰਤੀਤ, ਮਨਮੁਖ ਹਾਰ, ਗੁਰਮੁਖ ਸਦ ਜੀਤ। ਗੁਰਮੁਖ ਸਦਾ ਹੀ ਜਿੱਤਦੇ। ਇਸ ਕਰਕੇ ਜਿਸ ਦਾ ਹੋਵੇ ਬਲ ਸੋ ਕਦੇ ਨਾ ਹਾਰਦਾ, ਉਹ ਕਦੇ ਵੀ ਨਹੀਂ ਹਾਰਦਾ ਜਿਹਦੇ ਬਲ ਵਾਹਿਗੁਰੂ ਹੋ ਜਾਵੇ। ਇਸ ਕਰਕੇ ਪਾਂਡਵਾਂ ਦੇ ਬਲ ਹੋਇਆ ਸੀ ਤਾਂ ਫਿਰ ਕਿੰਨਾ ਫਰਕ ਸੀ। ਉਹਨਾਂ ਕੋਲ 7 ਖੂਣੀਆਂ ਸੀ, ਉਹਨਾਂ ਦੇ ਕੋਲ 11 ਸੀ। ਤੇ ਹਾਰੇ ਕੌਣ? ਕੈਰੋਂ ਹਾਰੇ।
ਤੋ ਇਸ ਕਰਕੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹਦੇ ਵੱਲ ਤੂੰ ਹੋ ਜਾਂਦਾ ਉਹ ਕਦੇ ਹਾਰਦਾ ਨਹੀਂ ਹੈ, ਜਿਹਦੇ ਹਿਰਦੇ 'ਚ ਤੂੰ ਵਸ ਜਾਂਦਾ ਹੈ ਉਹ ਕਦੇ ਕਾਮ ਕਰੋ ਆਦਿਕ ਇਹਨਾਂ ਦੁਸ਼ਮਣਾਂ ਤੋਂ ਵੀ ਨਹੀਂ ਹਾਰਦਾ ਹੈ। ਤੇ ਬੋਲੋ ਜੀ, ਤਿਸ ਕਦੇ ਨਾ, ਤਿਸ ਕਦੇ ਨਾ ਹਾਰਣ। ਉਹ ਦੁਨੀਆ ਵਿੱਚ ਹਾਰਦਾ ਨਹੀਂ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਜਮਦੂਤ ਹੈ, ਅਗਿਆਨ ਹੈ, ਇਹ ਸਾਰੇ ਹੀ ਦੁਸ਼ਮਣ ਹੀ ਹਨ। ਸਾਰੇ ਇਹਨਾਂ ਦੇ ਅੱਗੇ ਕਦੇ ਹਾਰਦਾ ਨਹੀਂ, ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਜਿਸ ਮਿਲਿਆ ਪੂਰਾ ਗੁਰੂ, ਜਿਨ੍ਹਾਂ ਨੂੰ ਪੂਰਨ ਗੁਰੂ ਬ੍ਰਹਮਨੇਸ਼ਤੀ ਬ੍ਰਹਮ ਸਰੋਤੀ ਪ੍ਰਾਪਤ ਹੋਇਆ ਹੈ, ਸੋ ਸਰ ਪਰ ਤਾਰਨ। ਉਸ ਨੂੰ ਭਈ ਸਤਿਗੁਰੂ ਸਰ ਪਰ ਜ਼ਰੂਰ ਬਰ ਜ਼ਰੂਰ ਤਾਰ ਦਿੰਦੇ ਹੈ। ਨਿਸ਼ਚੈ ਕਰਕੇ ਸੰਸਾਰ ਸਮੁੰਦਰ ਤੋਂ ਤਾਰਨਾ ਕਰੇਗਾ। ਗੁਰੂ ਸਾਹਿਬ ਕਿਰਪਾ ਕਰਨਗੇ। ਜਿਸ ਨੂੰ ਲਾਏ ਸੱਚ, ਜਿਹਨੂੰ ਤੂੰ ਸੱਚੇ ਪਾਤਸ਼ਾਹ ਤੂੰ ਸੱਚ ਲਾ ਦਿੰਦਾ। ਸੱਚਾ ਕੌਣ ਹੈ? ਪਰਮੇਸ਼ਰ ਦਾ ਨਾਮ ਹੈ। ਸੱਚੇ ਨਾਮ ਜਪਣ ਦੇ ਵਿੱਚ ਲਾਉਂਦਾ ਹੈ। ਤੇ ਜਿਸ ਨੂੰ ਗੁਰੂ ਸਾਹਿਬ ਜੀ ਸੱਚੇ ਨਾਮ ਜਪਣ ਦੇ ਵਿੱਚ ਲਾ ਦਿੰਦੇ ਹਨ ਸਿੱਖ ਨੂੰ, ਤਿਸ ਸੱਚ ਸੰਭਾਲਣ। ਉਹ ਪੁਰਖ ਨੇ ਹੀ ਸੱਚੇ ਨਾਮ ਨੂੰ ਸੰਭਾਲਣਾ। ਦੂਜਿਆਂ ਝੂਠਿਆਂ ਨੇ ਕੀ ਸੰਭਾਲਣਾ ਭਾਈ? ਝੂਠਿਆਂ ਦੇ ਵੱਸ ਦੀ ਬਾਤ ਨਹੀਂ ਹੈ, ਉਹੀ ਸੰਭਾਲਣਗੇ। ਜਿਸ ਆਇਆ ਹੱਥ ਨਿਧਾਨ, ਤੇ ਜਿਹਦੇ ਹੱਥ ਖਜ਼ਾਨਾ ਆ ਜਾਏ, ਅੰਤਿਸ਼ ਕਰਨ ਰੂਪੀ ਹੱਥ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ, ਨਿਧਾਨ ਖਜ਼ਾਨਾ ਆ ਜਾਵੇ, ਸੋ ਰਹਿਆ ਭਾਲਣ। ਉਹ ਫੇ ਭਾਲੂਗਾ ਕਿਉਂ? ਤਾਂ ਹੱਥ ਤਾਂ ਆ ਗਿਆ, ਜਿਹੜੀ ਚੀਜ਼ ਲੱਭਣੀ ਸੀ ਰਹਿ ਗਿਆ ਭਾਲਣ ਤੋਂ। ਮੈਕੀ ਪਦਾਰਥਾਂ ਨੂੰ ਖੋਜਣ ਵੱਲੋਂ ਰਹਿ ਜਾਂਦਾ ਹੈ। ਜਿਸ ਨੂੰ ਇੱਕੋ ਰੰਗ, ਜਿਸ ਨੂੰ ਇੱਕੋ ਪਰਮੇਸ਼ਰ ਦੀ ਪ੍ਰਾਪਤੀ ਦਾ ਰੰਗ ਪ੍ਰੇਮ ਲੱਗਿਆ ਹੈ, ਜਾਂ ਫਿਰ ਰੰਗ ਆਨੰਦ ਪ੍ਰਾਪਤ ਹੋਇਆ ਹੈ, ਭਗਤ ਸੋ ਜਾਣੋ। ਉਸ ਨੂੰ ਅਸਲੀ ਭਗਤ ਜਾਣਨਾ ਕਰੋ। ਤੇ ਇਸ ਕਰਕੇ ਉਹ ਫਿਰ ਜਿਸ ਨੂੰ ਇੱਕੋ ਰੰਗ, ਇਹਦੇ ਵਿੱਚ ਹੈ ਰੈਣ ਦਿਨਸ ਰਹਿ ਇੱਕ ਰੰਗਾ। ਇੱਕੋ ਹੀ ਰੰਗ ਜਿਹੜਾ ਉਤਰੀ ਨਾ, ਉਹ ਗੂੜਾ ਰੰਗ ਨਾਮ ਦਾ ਰੰਗ ਹੈ ਜਿਹੜਾ ਕਦੇ ਲਹਿੰਦਾ ਨਹੀਂ। ਫਿਰ ਇਸ ਪ੍ਰਕਾਰ ਦੱਸਿਆ ਹੈ। ਓਹ ਸਭਨਾ ਕੀ ਰੇਣ। ਤੇ ਤੂੰ ਭਾਈ ਇਹ ਸਮਝ ਲੈ ਵੀ ਜਿਹਦੇ ਨਾਮ ਕਿਣਕਾ ਹਿਰਦੇ 'ਚ ਬਸ ਗਿਆ, ਉਹਦੇ ਅੰਦਰ ਹੈਂਕੜ ਨਹੀਂ ਰਹਿੰਦੀ, ਨਿਮਰਤਾ ਆ ਜਾਂਦੀ ਹੈ। ਉਹ ਤਾਂ ਸਾਰਿਆਂ ਦੇ ਚਰਨਾਂ ਦੀ ਰੇਣ ਧੂੜ ਬਣਿਆ ਰਹਿੰਦਾ ਹੈ। ਇਹ ਮੈਂ ਜੀ ਨਿਮਾਣਾ ਨਿਤਾਣਾ ਸਭਨਾਂ ਦੀ ਹੋ ਸਭਨਾ ਕੀ ਰੇਣ ਕਾ, ਤਾਂ ਆਓ ਹਮਾਰੇ ਪਾਸ। ਉਹਦੇ 'ਚ ਇੰਨੀ ਨਿਮਰਤਾ ਹੋ ਜਾਂਦੀ ਹੈ। ਬਿਰਹੀ ਚਾਰਣੋ, ਜੋ ਪਰਮੇਸ਼ਰ ਦੇ ਚਰਨਾਂ ਦਾ ਬਿਰਹੀ ਪ੍ਰੇਮੀ ਹੈ, ਜੋ ਪ੍ਰੇਮ ਦੇ ਆਚਰਣ ਵਾਲਾ ਹੈ, ਭਾਵ ਜੋ ਪ੍ਰੇਮ ਭਰੇ ਤੇ ਇਹਨਾਂ ਕਰਮਾਂ ਨੂੰ ਕਰਨ ਵਾਲਾ ਹੈ। ਤੇ ਇਸ ਕਰਕੇ ਪ੍ਰੇਮ ਦੇ ਸਹਿਤ ਭਗਤੀ ਰੂਪੀ ਕਰਮ ਨੂੰ ਕਰਨ ਵਾਲਾ ਹੈ। ਉਹਦੇ ਲਈ ਦੱਸਦੇ ਨੇ ਸਭ ਤੇਰੇ ਚੋਜ ਵਿਡਾਣ। ਇਹ ਪਰਮੇਸ਼ਰ ਤੇਰੇ ਸਭ ਸਾਰੇ ਚੋਜ ਕੌਤਕ ਵਿਡਾਣ ਅਚਰਜ ਰੂਪ ਹਨ। ਅਚਰਜ ਰੂਪ ਹੈ ਤੂੰ, ਤੇਰੇ ਕੌਤਕ ਵੀ ਅਚਰਜ ਰੂਪ ਹਨ। ਸਭ ਤੇਰਾ ਕਾਰਣੋ, ਸਭ ਸਾਰਾ ਪ੍ਰਪੰਚ ਤੇਰਾ ਹੀ ਕਾਰਣੋ ਕਾਰਨ ਰੂਪ ਹੈ, ਜਾਂ ਫਿਰ ਇਹ ਕਾਰਜ ਰੂਪ ਹੈ। ਤੂੰ ਆਪ ਮਾਰੇ ਕਰਨ ਕਾਰਨ ਸਮਰੱਥ ਰੂਪ ਹੈ। ਸ਼ਲੋਕ ਮਹਲਾ ਪੰਜਵਾ। ਸ਼ਲੋਕ ਪੰਜਵੇਂ ਪਾਤਸ਼ਾਹ ਦਾ ਹੈ। ਅੱਗੇ ਮਹਾਰਾਜ ਸਾਹਿਬ ਜੀ ਇਹਦੇ ਵਿੱਚ ਬੜੀ ਭਾਰੀ ਸਿੱਖਿਆ ਹੈ। ਇਹਦੇ ਚ ਰੂਪ ਕਲੰਕਾਰ ਹੈ। ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਹੁਤ ਰੂਪ ਕਲੰਕਾਰ ਵਰਤੇ, ਸਾਰੇ ਗੁਰੂ ਸਾਹਿਬਾਨਾਂ ਨੇ ਵਰਤੇ ਹੈ। ਜਦੋਂ ਆਨੰਦ ਕਾਰਜ ਹੁੰਦੇ ਹੈ, ਲੜਕੀ ਤੇ ਲੜਕੇ ਦੇ ਲਈ ਕੁਝ ਸਿੱਖਿਆ ਗੁਰਬਾਣੀ ਦੇ ਵਿੱਚ ਹੈ, ਔਰ ਇਸ ਦੀ ਵਿਆਖਿਆ ਕਰਨ ਵਾਲੇ ਜਿਹੜੇ ਨੇ ਉਹ ਸਵਾਰਥੀ ਹੋ ਗਏ, ਖੁੱਲ੍ਹ ਕੇ ਗੱਲ ਕਰਦੇ ਨਹੀਂ। ਦੂਸਰਾ, ਆਨੰਦ ਕਾਰਜ ਕਰਾਉਣ ਵਾਲੇ ਇੰਨੇ ਕਾਲੇ ਨੇ, ਉਹ ਕਹਿਣਗੇ ਭਾਈ ਸਾਹਿਬ ਜੀ ਦੇਖ ਤੂੰ ਸਾਡੇ ਲਿਹਾਜ਼ ਵਾਲਾ ਵੀ ਜਿਹੜੇ ਜਲਦੀ ਦੇ ਕੇ ਕੰਮ ਨਿਬੇੜ ਦੇ। ਉਹ ਇੰਨੀ ਜਲਦੀ ਕੰਮ ਨਿਬੇੜਦਾ ਵੀ ਵਿਆਹ ਪਿੱਛੋਂ ਹੁੰਦਾ, ਡਿਵੋਰਸ ਪਹਿਲਾਂ ਹੀ ਹੋ ਜਾਂਦਾ, ਕੰਮ ਛੇਤੀ ਨਿਬੜਿਆ ਨਾ। ਪਹਿਲੀ ਤਾਂ ਗੱਲ ਹੈ ਵੀ ਵਿਆਹ ਤੋਂ ਪਹਿਲਾਂ ਲੜਕੇ ਲੜਕੀ ਨੂੰ ਜੋ ਸਿੱਖਿਆ ਮਿਲਣੀ ਚਾਹੀਦੀ ਸੀ ਅੱਜ ਸਮਾਜ ਵਿੱਚ ਖਤਮ ਹੋ ਗਈ। ਉਹ ਗੁਰੂ ਗ੍ਰੰਥ ਸਾਹਿਬ 'ਚ ਸੀ। ਨੌਜਵਾਨ ਪੀੜ੍ਹੀ ਕਿੰਨੀ ਕਥਾ ਸੁਣਦੀ ਹੈ, ਲੋੜ ਹੀ ਨਹੀਂ ਉਹਨਾਂ ਨੂੰ।
ਫਿਲਮਾਂ ਦੇ ਵਿੱਚੋਂ, ਟੈਲੀਵਿਜ਼ਨਾਂ ਦੇ ਵਿੱਚੋਂ ਇਹ ਸਿੱਖਿਆ ਮਿਲਣੀ ਨਹੀਂ, ਨਾਵਲਾਂ 'ਚ ਤਾਂ ਮਿਲਣੀ ਨਹੀਂ ਇਹ ਸਿੱਖਿਆ। ਜਿੱਥੇ ਮਿਲਣੀ ਆ ਉੱਥੇ ਜਾਂਦੇ ਨਹੀਂ, ਫਿਰ ਕੀ ਹੋਊਗਾ? ਇਹ ਕੁਝ ਹੋਊਗਾ ਜਿਹੜਾ ਹੋ ਰਿਹਾ। ਇਹਦੇ ਵਿੱਚ ਸਿੱਖਿਆ ਹੈ ਦੋਨਾਂ ਪਾਸਿਆਂ ਦੀ। ਤੇ ਆਨੰਦ ਕਾਰਜਾਂ ਦੇ ਵੇਲੇ ਔਰਤ ਇੱਕ ਪਰਨ ਕਰਦੀ ਹੈ। ਇਸਲਾਮ ਦੇ ਵਿੱਚ ਅੱਜ ਵੀ ਇਸ ਤਰ੍ਹਾਂ ਦੇ ਪਰਨ ਕਰਾਏ ਜਾਂਦੇ ਨੇ ਨਿਕਾਹ ਦੇ ਵੇਲੇ, ਔਰ ਉਹਨੂੰ ਕਿਹਾ ਜਾਂਦਾ ਹੈ, ਬੰਦੇ ਨੂੰ ਵੀ ਕਿਹਾ ਜਾਂਦਾ ਹੈ, ਔਰਤ ਨੂੰ ਵੀ ਕਿਹਾ ਜਾਂਦਾ ਹੈ ਵੀ ਕਿਉਂਕਿ ਉਹ ਬੁਰਕੇ ਪਾਏ ਹੁੰਦੇ ਨੇ, ਪਰਦੇ 'ਚ ਹੁੰਦੇ ਨੇ, ਵੀ ਅੰਨਾ ਹੈ, ਚਾਹੇ ਕਾਣਾ ਹੈ, ਚਾਹੇ ਲੂਲਾ ਹੈ, ਚਾਹੇ ਲੰਗੜਾ, ਤੈਨੂੰ ਪ੍ਰਵਾਨ ਹੈ? ਉਹ ਕਹਿੰਦੀ ਹਾਂ ਮੈਨੂੰ ਪ੍ਰਵਾਨ, ਜਿਹਾ ਜਿਹਾ ਵੀ ਹੈਗਾ ਮੈਨੂੰ ਪ੍ਰਵਾਨ। ਉਹਨੂੰ ਪੁੱਛਿਆ ਜਾਂਦਾ ਵੀ ਚਾਹੇ ਕਾਣੀ ਹੋਵੇ, ਲੰਗੜੀ ਹੋਵੇ, ਤੈਨੂੰ ਪ੍ਰਵਾਨ ਹੈ ਔਰਤ? ਉਹ ਕਹਿੰਦਾ ਹਾਂ ਕਬੂਲ ਹੈ। ਉੱਥੇ ਕਬੂਲ ਸ਼ਬਦ ਵਰਤੇ। ਫਿਰ ਉਹ ਕਾਜ਼ੀ ਨਿਕਾਹ ਕਰਦਾ ਹੈ। ਸਾਡੇ ਧਰਮ ਦੇ ਵਿੱਚ ਐਸਾ ਹੈ ਕਿ ਔਰਤ ਇਹ ਪਰਨ ਕਰਦੀ ਹੈ। ਪਹਿਲਾਂ ਇਹ ਬਾਹਜ ਭਾਵ ਦੇ ਵਿੱਚ ਸਮਝੋ, ਕਿਉਂਕਿ ਅਲੰਕਾਰ ਹੈ ਵੀ, ਜਿਸ ਪ੍ਰਕਾਰ ਔਰਤ ਵੱਲੋਂ ਜਿਹੜਾ ਪਰਨ ਹੈ ਗੁਰੂ ਸਾਹਿਬ ਜੀ ਸਿੱਖਿਆ ਦਿੰਦੇ ਨੇ। ਸੁਣੋ ਜੀ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਹੰਝਾਈ। ਔਰਤ ਕਹਿੰਦੀ ਹੈ, ਹੇ ਪਤੀ ਮੈਂ ਪਰਨ ਕਰਦੀ ਹਾਂ ਕਿ ਅੱਜ ਤੋਂ ਬਾਅਦ ਮੈਂ ਤੇਰੀ ਕਦੇ ਨਿੰਦਾ ਨਹੀਂ ਕਰਾਂਗੀ। ਮੇਰਾ ਪਤੀ ਮਾੜਾ ਹੈ, ਕਿਸੇ ਨੂੰ ਨਹੀਂ ਕਹਾਂਗੀ, ਮੈਂ ਤੇਰੇ ਔਗਣ ਨਹੀਂ ਕਦੇ ਵੀ ਖੋਲਾਂਗੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੇ ਪਿਰ ਬਹੁ ਕਰ ਹੰਡਣਾ ਸਤ ਰਖੇ ਨਾਰੇ। ਤੂੰ ਆਪਣਾ ਧਰਮ ਦੇਖ, ਪਤੀ ਕੀ ਕਰਦਾ ਇਹਨੂੰ ਛੋੜ ਦੇ, ਤੂੰ ਆਪਣੇ ਧਰਮ ਦੀ ਪਾਲਣਾ ਕਰ। ਲੇਖਾ ਤੂੰ ਜਦੋਂ ਦੇਣ ਜਾਣਾ ਤੇਰੇ ਨਾਲ ਪਤੀ ਨਹੀਂ ਹੋਣਾ, ਜਦੋਂ ਪਤੀ ਨੇ ਲੇਖਾ ਦੇਣਾ ਤੇ ਪਤਨੀ ਨਹੀਂ ਹੋਣੀ ਨਾਲ। ਤੂੰ ਆਪਣੀ ਗੱਲ ਕਰ। ਗੁਰੂ ਸਾਹਿਬ ਜੀ ਕਹਿੰਦੇ ਤੇਰਾ ਧਰਮ ਕੀ ਕਹਿੰਦਾ ਹੈ, ਤੂੰ ਪਤੀ ਦੀ ਔਗਣ ਨਾ ਫੋੜ, ਉਹਦੀ ਨਿੰਦਿਆ ਨਹੀਂ ਕਰਨੀ। ਉਹ ਕਹਿੰਦੀ ਮੈਂ ਅੱਜ ਤੋਂ ਬਾਅਦ ਤੇਰੀ ਕਦੇ ਨਿੰਦਿਆ ਨਹੀਂ ਕਰੂੰਗੀ, ਔਰ ਤੇਰੀ ਜੋ ਕੋਈ ਮੇਰੇ ਕੋਲ ਨਿੰਦਿਆ ਕਰੂ ਮੈਂ ਸੁਣੂ ਵੀ ਨਹੀਂ। ਦੂਸਰੀ ਬਾਤ, ਆਪਣੀ ਕਦੇ ਉਸਤਤ ਨਹੀਂ ਕਰੂੰਗੀ, ਇਹ ਮੇਰਾ ਪਰਨ ਹੈ। ਆਪਣੇ ਗੁਣਾਂ ਦੀ ਉਸਤਤ ਨਹੀਂ ਕਰੂੰ। ਇਹ ਵੀ ਪਰਨ ਹੈ, ਮੈਂ ਪਤੀ ਤੋਂ ਵੱਧ ਕਿਸੇ ਦੂਸਰੇ ਮਰਦ ਦੀ ਉਸਤਤ ਨਹੀਂ ਕਰਾਂਗੀ ਵੀ ਮੇਰੇ ਪਤੀ ਨਾਲੋਂ ਤਾਂ ਜੀ ਫਲਾਣੇ ਦਾ ਪਤੀ ਚੰਗਾ ਹੈ। ਮੇਰਾ ਪਰਨ ਰਿਹਾ ਹੈ। ਔਰ ਇਹਦੇ ਨਾਲ ਮੈਂ ਅੱਗੇ ਦੱਸਦੀ ਹੈ ਕਿ ਮੈਂ ਹਬ ਵੰਝਾਈ, ਤੇ ਹਬ ਸਾਰੀ ਵੰਝਾਈ, ਇਹ ਗੱਲ ਮੈਂ ਗਵਾ ਦਿੱਤੀ। ਜਣੀ ਮੈਂ ਤੈਨੂੰ ਸਮਰਪਿਤ ਹਾਂ, ਤਨ ਮਨ ਦੇ ਨਾ ਅੰਤਰ ਰੱਖ ਹੈ। ਮੈਂ ਤੈਨੂੰ ਤਨ ਵੀ ਦਿੱਤਾ ਅੱਜ ਤੋਂ ਬਾਅਦ, ਮੈਂ ਤੈਨੂੰ ਮਨ ਵੀ ਦਿੱਤਾ ਅੱਜ ਤੋਂ ਬਾਅਦ। ਮੇਰੇ ਤਨ ਨੂੰ ਵੀ ਤੂੰ ਹੰਡਾ ਤੇ ਮੇਰਾ ਮਨ ਵੀ ਤੇਰਾ ਹੋਇਆ। ਏਕ ਜੋਤ ਦੋਈ ਮੂਰਤੀ ਤਨ ਫਿਰ ਕਈ ਐ ਸੋਏ। ਕਿੱਧਰ ਗਈ ਸਿੱਖਿਆ ਇਹ? ਮੈਂ ਹਬ ਵੰਝਾਈ, ਮੈਂ ਇਹ ਸਭ ਕੁਝ ਜਿਹੜਾ ਸੀ ਵੰਝਾਈ ਗਵਾ ਦਿੱਤਾ। ਵੰਝਾਈ ਨਾਲ ਗੁਮਾਉਣ ਦਾ ਹੁੰਦਾ ਹੈ। ਮੈਂ ਛੱਡ ਦਿੱਤਾ ਸਭ ਕੁਝ, ਅੱਜ ਮੈਂ ਪਰਨ ਕਰਦੀ ਹਾਂ। ਛੋੜਿਆ ਹਬ ਕਿਜ ਤਿਆਗੀ। ਮੈਂ ਸਭ ਕੁਝ ਛੱਡ ਦਿੱਤਾ। ਜਿੱਥੇ ਮੈਂ ਪੇਕਾ ਕਰ ਛੱਡਿਆ, ਜਿੱਥੇ ਮਾਂ-ਬਾਪ ਛੱਡੇ ਨੇ ਅੱਜ, ਉੱਥੇ ਮੈਂ ਆਪਣੀਆਂ ਇਹੋ ਜਿਹੇ ਖਿਆਲ ਜਿਹੜੇ ਸੀ, ਜਿੱਥੇ ਮੈਂ ਪਲੀ, ਜਿੱਥੇ ਵੱਡੀ ਹੋਈ, ਮੈਂ ਆਪਣੀਆਂ ਸਾਰੀਆਂ ਆਦਤਾਂ, ਮੈਂ ਸਾਰੇ ਆਪਣੇ ਭਾਵ, ਸਖੀਆਂ ਸਹੇਲੀਆਂ ਦਾ ਪਿਆਰ, ਭੈਣ ਭਰਾਵਾਂ ਦਾ ਪਿਆਰ, ਉਹ ਵੀ ਮੈਂ ਤਿਆਗ ਦਿੱਤਾ। ਅੱਜ ਤੇਰੇ ਵਾਸਤੇ ਤਿਆਗਿਆ। ਮੈਂ ਸੰਸਾਰ ਛੱਡ ਦਿੱਤਾ ਤੇਰੇ ਵਾਸਤੇ। ਹੱਬੇ ਸਾਕ ਕੂੜਾ ਵੀ ਡਿੱਠੇ। ਮੈਂ ਅੱਜ ਤੋਂ ਸਾਰੇ ਜਿਹੜੇ ਸਾਕ ਸੀ ਮੇਰੇ, ਜਿਹਦੇ ਚ ਮੇਰੀ ਮਾਂ ਜੀ ਦੀ ਕੁੱਖ ਵਿੱਚ ਪਲੀ, ਮੇਰਾ ਪਿਓ ਜੀ ਦੇ ਆਂਗਨ ਵਿੱਚ ਪਲੀ, ਤੇ ਜਿਹਦਾ ਲਾਡ ਪਿਆਰ ਮੈਂ ਮਾਣਦੀ ਰਹੀ, ਮੇਰੇ ਭੈਣ ਭਰਾ ਜਿਨ੍ਹਾਂ ਦੇ ਵਿੱਚ ਮੈਂ ਰਹੀ, ਮੇਰੇ ਚਾਚੇ ਤਾਏ, ਮੇਰਾ ਸਾਰਾ ਪਰਿਵਾਰ, ਮੇਰਾ ਨਾਨਕਾ ਪਰਿਵਾਰ, ਇਹ ਸਾਰੇ ਸਾਕ ਜਿੰਨੇ ਨੇ ਅੱਜ ਮੈਂ ਦੇਖ ਲਿਆ ਤੇਰੇ ਮੁਕਾਬਲੇ 'ਚ ਤਾਂ ਝੂਠੇ ਨੇ। ਕੂੜਾਵੇ ਝੂਠੇ ਕਿਉਂ ਨੇ? ਜੇ ਸੱਚੇ ਹੁੰਦੇ ਸਾਰੀ ਜ਼ਿੰਦਗੀ ਨਿਭਦੇ, ਤੇ ਅੱਜ ਮੈਂ ਇਹਨਾਂ ਨੂੰ ਛੱਡਦੀ ਕਿਉਂ? ਝੂਠ ਨੂੰ ਛੱਡਿਆ ਜਾਂਦਾ, ਇਸ ਲਈ ਮੈਂ ਇਹਨਾਂ ਨੂੰ ਛੱਡ ਰਹੀ ਹਾਂ। ਇਹਦਾ ਮਤਲਬ ਤੂੰ ਸੱਚ ਰੂਪ ਦੇ ਵਿੱਚ ਮੈਨੂੰ ਪਤੀ ਰੂਪ ਚ ਮਿਲਿਆ, ਇਸ ਕਰਕੇ ਤੋ ਪੱਲੇ ਤੈਡੇ ਲਾਗੀ। ਇਹਨਾਂ ਨੂੰ ਸਭ ਕੁਝ ਛੱਡ ਕੇ ਤਾਂ ਫਿਰ ਮੈਂ ਤੇਰੇ ਪੱਲੇ ਲੱਗੀਆਂ। ਬੂਟਾ ਹੈ, ਛੋਟਾ ਜਿਹਾ ਨਿੱਕਾ ਜਿਹਾ ਪੌਦਾ ਹੈ, ਜਿੱਥੇ ਉਹਨੇ ਜਨਮ ਲਿਆ, ਉਹਨੂੰ ਅੱਜ ਮੈਂ ਝੋਨੇ ਲੱਗ ਰਹੇ ਨੇ, ਚਲੋ ਹੁਣ ਤਾਂ ਲੱਗ ਲੂਗੇ, ਥੋੜੇ ਬਹੁਤ ਰਹਿੰਦੇ ਹੋਣਗੇ, ਤੇ ਇਹਦੀ ਪੌਦ ਤਿਆਰ ਹੁੰਦੀ ਹੈ, ਪਨੀਰੀ। ਨਰਸਰੀ ਦੇ ਵਿੱਚ ਪੌਦੇ ਤਿਆਰ ਹੁੰਦੇ ਨੇ,
ਫਲਾਂ ਵਾਲੇ, ਜੇ ਉੱਥੇ ਹੀ ਖੜੇ ਰਹਿਣ ਉਹਦਾ ਕੁਝ ਨਹੀਂ ਬਣਦਾ, ਉਹਨਾਂ ਨੂੰ ਉੱਥੋਂ ਪੁੱਟ ਕੇ ਦੂਏ ਪਾਸੇ ਲਾਇਆ ਜਾਂਦਾ। ਪੌਦਾ ਉਸ ਵੇਲੇ ਪੁੱਟਣ ਵੇਲੇ ਕਹਿੰਦਾ ਮੈਂ ਭਾਵੇਂ ਆਪਣੇ ਪਰਿਵਾਰ ਦੇ ਵਿੱਚੋਂ ਵਿਛੜਨ ਲੱਗਾ ਪਰ ਮੈਂ ਸਬਰ ਕਰਦਾ ਹਾਂ, ਐ ਪੁੱਟਣ ਵਾਲਿਆ ਜੇ ਮੈਨੂੰ ਹੋਰ ਥਾਂ ਤੇ ਲਿਜਾ ਕੇ ਜੜਨ ਲੱਗਿਆ ਤਾਂ ਫਿਰ ਮੇਰਾ ਜੀਵਨ ਸਫਲਾ ਹੋ ਜਾਏ। ਉਹ ਕਹਿੰਦਾ ਤੂੰ ਇਸ ਗੱਲ ਦੀ ਚਿੰਤਾ ਨਾ ਕਰ, ਉਹਨੂੰ ਪੁੱਟ ਕੇ ਦੂਏ ਪਾਸੇ ਲਾਉਂਦਾ ਤੇ ਉਹ ਬਿਰਛ ਬਣ ਜਾਂਦਾ ਤੇ ਫਲ ਦਿੰਦਾ, ਉੱਥੇ ਤਾਂ ਫਲ ਹੀ ਨਹੀਂ ਲੱਗ ਸਕਦਾ। ਪੌਦੇ ਨੂੰ ਆਪਣਾ ਪਰਿਵਾਰ ਛੱਡਣਾ ਪਿਆ। ਇਸੇ ਤਰ੍ਹਾਂ ਔਰਤ ਕਹਿੰਦੀ ਹੈ ਮੈਂ ਆਪਣਾ ਪਰਿਵਾਰ ਛੱਡਿਆ, ਛੱਡ ਕੇ ਫਿਰ ਮੈਂ ਦੁਬਾਰੇ ਬੋਲਦੀ ਤੋ ਪੱਲੇ ਤੈਡ ਲਾਗੀ, ਤੇ ਹੁਣ ਤੂੰ ਮੈਨੂੰ ਪੱਲਾ ਫੜਾਇਆ ਆਪਣਾ ਤੇ ਮੈਂ ਫੜ ਲਿਆ। ਇਹਦਾ ਮਤਲਬ ਹੈ ਮੈਂ ਤੇਰੇ ਲੜ ਲੱਗ ਗਈ ਹਾਂ। ਲੜ ਦਾ ਅਰਥ ਹੈ ਆਸਰਾ, ਉਹ ਬਸਤਰ ਦੀ ਬਾਤ ਨਹੀਂ ਹੈ, ਸਹਾਰਾ। ਮੈਂ ਤੇਰਾ ਪੱਲਾ ਫੜ ਲਿਆ ਯਾਨੀ ਤੇਰਾ ਸਹਾਰਾ ਫੜ ਲਿਆ ਤੇ ਤੂੰ ਹੁਣ ਮੇਰਾ ਸਹਾਰਾ ਬਣਿਆ ਰਹੇ ਤੇ ਕਦੇ ਮੈਨੂੰ ਬੇਗੁਨਾਹ ਨੂੰ ਛੱਡੀ ਨਾ। ਇਸ ਕਰਕੇ ਇਹ ਹੁਣ ਤੂੰ ਆਪਣੇ ਧਰਮ ਦੀ ਪਾਲਣਾ ਕਰੀ ਤੇ ਮੈਂ ਆਪਣੇ ਧਰਮ ਦੀ ਪਾਲਣਾ ਕਰੂੰ। ਐਸਾ ਫਰਮਾਨ ਕੀਤਾ ਹੈ ਕਿ ਉਸ ਵੇਲੇ ਲੜਕੀ ਦਾ ਜਿਹੜਾ ਇਹ ਭਾਵ ਹੈ, ਇਹਨੂੰ ਹੋਰ ਥਾਂ ਇੱਕ ਜਗ੍ਹਾ ਐਸਾ ਕਿਹਾ ਹੈ, ਜੇ ਕਰ ਗਏ ਪਿਆਰੜੇ ਤੁਧ ਨਾ ਛੋਡਾਂ ਮੂਲ। ਮੇਰੇ ਬਾਪ ਨੇ ਤੇਰਾ ਲੜ ਫੜਾਇਆ ਤੇ ਮੈਂ ਛੱਡਾਂਗੀ ਨਹੀਂ। ਮੈਂ ਤੇਰੇ ਘਰ ਨੂੰ ਸਰੀਰ ਛੱਡਣ ਤੱਕ, ਸਰੀਰ ਛੱਡਿਆ ਜਾਏਗਾ ਲੇਕਿਨ ਤੇਰੇ ਘਰ ਨੂੰ ਨਹੀਂ ਛੱਡਾਂਗੀ। ਸਾਡੇ ਸਮਾਜ ਵਿੱਚ ਇੱਕ ਭਾਵਨਾ ਸੀ, ਜਿਸ ਘਰ ਦੇ ਵਿੱਚ ਔਰਤ ਕਹਿੰਦੀ ਮੇਰੀ ਡੋਲੀ ਆਈ ਹੈ ਉੱਥੋਂ ਅਰਥੀ ਤਾਂ ਨਿਕਲ ਸਕਦੀ ਹੈ ਲੇਕਿਨ ਜਿਉਂਦੀ ਆਉਂਦੀ ਮੈਂ ਨਹੀਂ ਨਿਕਲ ਸਕਦੀ। ਤੇ ਹੁਣ ਤਾਂ ਜਿਉਂਦਿਆਂ ਮਾਂ ਬਾਪਾਂ ਦੀ ਖੇਹ ਕਰਕੇ ਲੜਕੀਆਂ ਆਪਣੇ ਆਪ ਨਿਕਲ ਜਾਂਦੀਆਂ ਨੇ। ਕੀ ਕਰੋਗੇ? ਸਮਾਜ ਵਿਗੜ ਗਿਆ ਤੇ ਮੈਂ ਨਹੀਂ ਛੱਡਾਂਗੀ। ਕੋਟੇ ਦੇ ਅੰਦਰ ਮਹਾਰਾਣੀ ਬਿਰਧ ਅਵਸਥਾ ਹੋ ਗਈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਰਿਆਸਤੀ ਰਾਜ ਖਤਮ ਹੋ ਗਏ ਤੇ ਕੋਟੇ ਦਾ ਰਾਜ ਦਾ ਵੀ ਉਹੀ ਹਾਲ ਹੋਇਆ ਜੋ ਰਿਆਸਤਾਂ ਦੇ ਹੋਏ। ਸਾਂਝੀ ਸਰਕਾਰ ਬਣ ਗਈ ਤਾਂ ਬੱਚੇ ਉਹਦੇ ਮਿਨਿਸਟਰ ਬਣ ਗਏ, ਕੋਠੀਆਂ ਸ਼ਹਿਰਾਂ 'ਚ ਬੜੀਆਂ ਬੜੀਆਂ ਪਾ ਲਈਆਂ ਤੇ ਬਿਰਧ ਮਾਤਾ ਉਸ ਮਹਿਲ ਦੇ ਵਿੱਚ ਸੀ, ਜਿਹੜੇ ਮਹਿਲ ਦੇ ਵਿੱਚ ਉਹ ਮਹਾਰਾਜਾ ਕਿਤੇ ਵਿਆਹ ਕੇ ਲੈ ਕੇ ਆਇਆ ਸੀ। ਉਹਨੂੰ ਕਹਿਣ ਲੱਗੇ ਮਾਂ ਪੋਤਰੇ ਤੇਰੇ ਵੱਡੇ ਵੱਡੇ ਹੋ ਗਏ, ਅਸੀਂ ਮਿਨਿਸਟਰ ਬਣ ਗਏ, ਤੂੰ ਆਹ ਜਿਹੜਾ ਪੁਰਾਣਾ ਘਰ ਹੈ ਇਹਨੂੰ ਛੱਡ ਦੇ। ਕਹਿੰਦੀ ਨਾ, ਕਦੀ ਨਹੀਂ ਛੱਡਾਂ। ਇਹ ਤੁਸੀਂ ਜਾ ਕੇ ਪਤਾ ਕਰ ਲਓ। ਕਿਉਂ? ਕਹਿੰਦੀ ਇਸ ਘਰ ਦੇ ਵਿੱਚ ਮੇਰੀ ਡੋਲੀ ਆਈ ਸੀ, ਮੇਰੀ ਅਰਥੀ ਜਾਏਗੀ ਲੇਕਿਨ ਮੈਂ ਜਿਉਂਦੀ ਜਿਉਂਦੀ ਇਸ ਘਰ ਨੂੰ ਨਹੀਂ ਛੱਡਾਂਗੀ। ਉੱਥੇ ਹੀ ਪ੍ਰਬੰਧ ਕੀਤਾ ਗਿਆ ਔਰ ਉਹੀ ਗੱਲ ਹੋਈ, ਉਸੇ ਘਰ ਦੇ ਵਿੱਚ ਉਹਦੀ ਮੌਤ ਹੋਈ ਤੇ ਉੱਥੋਂ ਅਰਥੀ ਨਿਕਲੀ ਸੀ ਉਸ ਦੀ ਮਹਾਰਾਣੀ ਦੀ। ਇਹ ਭਾਵਨਾ ਸੀ ਸਾਡੇ ਇਸ ਭਾਰਤ ਵਰਸ਼ ਦੇ ਵਿੱਚ ਜੰਮੀਆਂ ਬੀਬੀਆਂ ਦੀ, ਇਹ ਭਾਵਨਾ ਸੀ। ਇਸ ਕਰਕੇ ਜੇਕਰ ਗਏ ਹੈ ਪਿਆਰੜੇ ਤੁਧ ਨਾ ਛੋਡਾਂ ਮੂਲ, ਮੈਂ ਤੈਨੂੰ ਛੱਡਾਂਗੀ ਨਹੀਂ ਜਿਉਂਦੀ ਜਿਉਂਦੀ। ਤਾਂ ਫਿਰ ਮਹਾਰਾਜ ਕਹਿੰਦੇ ਵੀ ਸਜਣਾ ਤੂੰ ਵੀ ਪਰਨ ਕਰ, ਇਹਨੇ ਐਡਾ ਵੱਡਾ ਪਰਨ ਕੀਤਾ ਤੂੰ। ਉਹ ਕਹਿੰਦਾ ਮਹਾਰਾਜ ਤੂੰ ਜਾਮਨ ਹੈ, ਕਿਉਂਕਿ ਆਪਣੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਨੇ, ਗੁਰੂ ਸਾਹਿਬਾਨਾਂ ਦੀ ਹਜ਼ੂਰੀ ਮੰਨ ਕੇ ਹੁੰਦੇ ਨੇ, ਰੱਬ ਨੂੰ ਜਾਮਨ ਸਮਝ ਕੇ ਹੁੰਦੇ ਨੇ। ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਮਰਦ ਹਾਂ, ਜੇ ਲੜ ਫੜਾਇਆ, ਜੇ ਮੈਂ ਇਹਦੇ ਨਾਲ ਵਾਅਦਾ ਕੀਤਾ, ਜੇ ਇਹਨੇ ਕਿਹਾ ਵੀ ਮੈਨੂੰ ਬੇਗੁਨਾਹ ਨੂੰ ਨਾ ਛੱਡੀ, ਜੇ ਮੈਂ ਇਹਨੂੰ ਬੇਗੁਨਾਹ ਨੂੰ ਛੱਡਾਂ, ਹਰ ਛੋੜਨ ਸੇ ਦੁਰਜਨਾ ਪੜ੍ਹੈ ਦੋਜ ਕੈ ਸੂਲ। ਮਹਾਰਾਜ ਮੈਂ ਪਰਨ ਕਰਦਾ ਹਾਂ, ਜੇ ਮੈਂ ਆਪਣੀ ਔਰਤ ਨੂੰ ਛੱਡਾਂ ਤੇ ਮੈਨੂੰ ਦੋਜਕਾਂ ਦੀ ਅੱਗ ਦੇ ਵਿੱਚ ਸੜਾਂ, ਮੈਂ ਜਾ ਕੇ ਨਰਕਾਂ ਵਿੱਚ ਸੜਾਂ, ਨਹੀਂ ਛੱਡਾਂਗਾ। ਇਹ ਪਰਨ ਸੀ। ਇਹ ਸੀ ਸਮਾਜ ਦੇ ਸੁਧਾਰਨ ਵਾਸਤੇ ਬਾਹਰਲੀਆਂ ਗੱਲਾਂ। ਤੇ ਇਸ ਪ੍ਰਕਾਰ ਸਾਧ ਸੰਗਤ ਜੀ
ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਅੰਤਰੀ ਭਾਵ ਦੇ ਬ੍ਰਹਮ ਗਿਆਨ ਕੀ ਬਖਸ਼ਿਆ। ਸੁਣੋ ਜੀ, ਫਿਰ ਬੋਲੋ ਜੀ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਹੰਝਾਈ। ਤੇ ਜਿਵੇਂ ਔਰਤ ਨੇ ਕਿਹਾ ਸੀ, ਮੈਂ ਸਾਰੇ ਰਿਸ਼ਤੇਦਾਰ ਕੁੜਾਵੇ ਝੂਠ ਸਮਝ ਕੇ ਛੱਡ ਦਿੱਤੇ ਹੈ, ਮੈਂ ਤੇਰੇ ਪੱਲੇ ਲੱਗੀ ਹਾਂ। ਹੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਉਸਤਤ ਦੇ ਨਿੰਦਿਆ ਕਰਨੀ ਤੇ ਕਰਾਉਣੇ ਇਤਿਆਦ ਮੈਂ ਹੱਬ ਕੀ ਇਹ ਸਾਰੀ ਛੱਡ ਦਿੱਤੀ ਹੈ, ਤਿਆਗ ਦਿੱਤੀ ਹੈ। ਕੀ ਤਿਆਗ ਦਿੱਤਾ? ਮੈਂ ਆਪਣੀ ਕਦੇ ਉਸਤਤ ਨਹੀਂ ਕਰਾਂਗਾ ਆਪਣੀ ਜ਼ੁਬਾਨ ਨਾਲ, ਤੇ ਹੋਰਾਂ ਦੀ ਕਿਤੇ ਨਿੰਦਿਆ ਨਹੀਂ ਕਰਾਂਗਾ। ਇਸ ਕਰਕੇ ਮੈਂ ਦੋਨੇ ਉਸਤਤ ਤੇ ਨਿੰਦਾ ਦੋ ਤਿਆਗ ਹੈ। ਭਾਈ ਸਾਵਧਾਨ ਹੋ, ਇਸ ਤਰ੍ਹਾਂ ਨਾ ਕਰੋ, ਸਾਵਧਾਨ ਹੋ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਕੇ ਉਸਤਤ ਤੇ ਨਿੰਦਾ ਦੋ ਤਿਆਗ ਹੈ, ਇਹ ਦੋਨੇ ਤਿਆਗਣ ਵਾਲੀਆਂ। ਉਹ ਕਿਵੇਂ ਕਿਵੇਂ ਹੈ? ਉਸਤਤ ਆਪਣੀ, ਨਿੰਦਾ ਪਰਾਈ। ਤੇ ਜੇ ਕਹਿੰਦੀ ਵੀ ਉਸਤਤ ਵੀ ਛੱਡ ਦੋ, ਨਿੰਦਿਆ ਵੀ, ਫਿਰ ਕੀ ਹੋ ਗਿਆ? ਬਾਕੀ ਤਾਂ ਪੱਥਰ ਰਹਿ ਗਿਆ। ਫਿਰ ਕਿ ਜੇ ਗੁਰਮੁਖਾਂ ਦੀ ਉਸਤਤ ਨਹੀਂ ਕਰਨੀ, ਸੰਤਾਂ ਦੀ ਉਸਤਤ ਨਹੀਂ ਕਰਨੀ, ਇਹ ਭਾਵ ਨਹੀਂ। ਉਸਤਤ ਆਪਣੀ, ਨਿੰਦਾ ਪਰਾਈ, ਦੋਨੇ ਛੱਡ ਦੇਣੀ, ਤਿਆਗਣ ਯੋਗ। ਇਹ ਮੈਂ ਹੱਬ ਗਵਾ ਦਿੱਤੀਆਂ। ਅਤੇ ਹੋਰ ਜਿਹੜੇ ਪਦਾਰਥ ਹਨ, ਅਪਣਾਤਾ ਪਦਾਰਥਾਂ ਦੀ, ਇਹਦਾ ਵੀ ਤਿਆਗ ਕਰ ਛੱਡਿਆ ਹੈ। ਹਉਮੈ ਦਾ ਵੀ ਤਿਆਗ ਕਰ ਦਿੱਤਾ ਹੈ। ਮੈਂ ਹੱਬ ਵੰਝਾਈ, ਮੈਂ ਹੱਬ ਕੀਏ ਸਭ ਗਵਾ ਦਿੱਤਾ। ਵੰਝਾਈ ਨਾ ਗਵਾਉਂਦਾ, ਛੱਡ ਦਿੱਤੀਆਂ ਸਭ ਕੁਝ। ਇਹ ਪਦਾਰਥਾਂ ਨਾਲ ਮੋਹ ਕਰਨਾ, ਸਭ ਕੁਝ ਤਿਆਗ ਦਿੱਤਾ, ਛੋੜਿਆ, ਛੱਡ ਦਿੱਤਾ ਹੈ। ਇਸ ਕਰਕੇ ਅੱਗੇ ਹੁਣ ਦੱਸਦੇ ਹਨ, ਛੋੜਿਆ ਹੱਬ ਕਿਜ ਤਿਆਗੇ। ਇਹ ਤਿਆਗ ਕੇ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ, ਮਨ ਕਰਕੇ ਵੀ ਛੱਡ ਦਿੱਤਾ ਹੈ, ਤਨ ਕਰਕੇ ਵੀ। ਤੇ ਇਸ ਕਰਕੇ ਪਦਾਰਥਾਂ ਦਾ ਮੋਹ ਮਨ ਔਰ ਤਨ ਕਰੇ ਆਪਣਤ ਤਿਆਗ ਦਿੱਤੀ ਹੈ। ਇਹਦੇ ਨਾਲ ਹਉਮੈ ਦਾ ਵੀ ਤਿਆਗ ਕਰ ਛੱਡਿਆ, ਤਿਆਗ ਦਾ ਵੀ ਤਿਆਗ ਕਰ ਦਿੱਤਾ ਹੈ। ਮਹਾਰਾਣੀ ਚੁੜਾਲਾ ਹੋਈ ਹੈ ਇੱਕ, ਇਹ ਵਸਿਸ਼ਠ ਪੁਰਾਣ ਦੇ ਵਿੱਚ ਪ੍ਰਸੰਗ ਆਉਂਦਾ ਹੈ। ਉਹ ਬ੍ਰਹਮ ਗਿਆਨਣ ਸੀ। ਇਹ ਜ਼ਰੂਰੀ ਨਹੀਂ ਕਿ ਬ੍ਰਹਮ ਗਿਆਨ ਕਹਾਂ ਬੰਦਿਆਂ ਨੂੰ ਇਹ ਹੁੰਦਾ ਹੈ। ਬ੍ਰਹਮ ਗਿਆਨਣ ਸੀ ਤੇ ਉਸ ਨੇ ਆਪਣੇ ਪਤੀ ਨੂੰ ਉਪਦੇਸ਼ ਦਿੱਤਾ ਕਿ ਰਾਜਨ ਤਿਆਗ ਕਰ ਜੇ ਸੁਖ ਚਾਹੁੰਦਾ। ਉਹ ਕਹਿੰਦਾ ਵੀ ਸੁਖ ਨਹੀਂ ਪ੍ਰਾਪਤ ਹੋ ਰਿਹਾ, ਰਾਜ ਤਾਂ ਮਿਲ ਗਿਆ ਲੇਕਿਨ ਸੁਖ ਨਹੀਂ। ਕਹਿੰਦੇ ਤਿਆਗ ਦੇ ਵਿੱਚ ਸੁਖ ਹੈ। ਤੇ ਉਹਨੇ ਕਹਿੰਦਾ ਵੀ ਤਿਆਗ ਕਿਸ ਤਰ੍ਹਾਂ? ਉਹਨੇ ਤਿਆਗ ਦਿੱਤਾ। ਕਹਿੰਦਾ ਚਲੋ ਫਿਰ ਮੈਂ ਰਾਜ ਛੱਡ ਦੇਣਾ। ਜੰਗਲਾਂ ਚਲਿਆ ਗਿਆ। ਕਹਿੰਦੀ ਕੋਈ ਨਹੀਂ, ਪ੍ਰਬੰਧ ਮੈਂ ਆਪ ਹੀ ਚਲਾਉਂਗੀ, ਜਾ ਤੂੰ ਕਰ ਤਪੱਸਿਆ ਕਰ ਲੈ। ਉੱਥੇ ਜਾ ਕੇ ਤਪੱਸਿਆ ਕਰਨ ਲੱਗ ਗਿਆ। ਤੇ ਮਹਾਰਾਣੀ ਭੇਸ ਬਦਲ ਕੇ, ਉਹ ਕਈ ਆਵਾਜ਼ਾਂ ਬਦਲ ਲੈਂਦੀ ਸੀ। ਕਈਆਂ ਦੇ ਕੋਲ ਨਾ ਇਹ ਆਰਟ ਹੁੰਦਾ ਹੈ ਵੀ ਉਹ ਕਈ ਆਵਾਜ਼ਾਂ ਆਪਣੇ ਕੰਠ ਤੋਂ ਕੱਢ ਸਕਦੇ। ਉਹ ਆਵਾਜ਼ ਕੱਢ ਲੈਂਦੀ ਸੀ ਬੰਦਿਆਂ ਵਾਲੀ। ਯੋਗੀ ਬਣ ਕੇ ਭੇਸ ਸਾਧੂ ਦਾ ਧਾਰਨ ਕਰਕੇ ਜਿੱਥੇ ਤਪੱਸਿਆ ਕਰਦਾ ਸੀ, ਉਹਦਾ ਪਤੀ ਰਾਜੇ ਕੋਲ ਚਲੀ ਗਈ। ਉਹਨੇ ਉੱਠ ਕੇ ਪੈਰੀਂ ਹੱਥ ਲਾਉਣ ਲੱਗਾ, ਪਿੱਛੇ ਹਟ ਕੇ ਕਹਿਣ ਲੱਗੀ ਮੈਂ ਇਹੋ ਜਿਹਾ ਸੰਤ ਨਹੀਂ ਆ ਜਿਹੜਾ ਪੈਰੀਂ ਹੱਥ ਲਾਉਂਗਾ, ਪਰੇ ਹੋ ਜਾ, ਇੱਥੇ ਖੜ ਕੇ ਗੱਲ ਕਰ। ਉਹਨੂੰ ਇਹ ਸੀ ਨਾ ਵੀ ਪਤੀ ਆ ਮੇਰਾ, ਪੈਰੀਂ ਹੱਥ ਨਾ ਲਾਵੇ। ਕਹਿਣ ਲੱਗੇ ਕੀ ਕਰ ਰਹੇ ਹਾਂ? ਕਹਿੰਦੀ ਤਪੱਸਿਆ। ਰਾਜਾ ਕਹਿੰਦਾ ਤਪੱਸਿਆ? ਕਹਿੰਦੀ ਤਪੱਸਿਆ ਐ ਹੁੰਦੀ ਆ, ਤਿਆਗ ਕਰ। ਕਹਿੰਦਾ ਹੈ ਇਹੀ ਗੱਲ ਮੇਰੇ ਪਤਨੀ ਨੇ ਕਹੀ ਸੀ। ਮੈਂ ਹੇ ਮਹਾਤਮਾ ਜੀ, ਮੈਂ ਰਾਜ ਛੱਡ ਦਿੱਤਾ, ਚੁੜਾਲਾ ਮਹਾਰਾਣੀ ਵਰਗੀ ਰਾਣੀ ਛੱਡ ਦਿੱਤੀ ਜਿਹਦੇ ਚ ਇੰਨੇ ਗੁਣ ਸੀ, ਮੈਂ ਪਰਿਵਾਰ ਛੱਡਤਾ, ਪਰਜਾ ਛੱਡ ਦਿੱਤੀ, ਫਕੀਰ ਬਣ ਕੇ ਮੈਂ ਹੋਰ ਕੀ ਤਿਆਗ ਕਰਾਂ? ਕਹਿੰਦੀ ਇਹ ਤਿਆਗ ਨਹੀਂ ਹੈ। ਕਹਿੰਦਾ ਅੱਛਾ। ਉਹਨੇ ਸਾਰੇ ਵਸਤਰ ਲਾ ਕੇ ਰੱਖ ਦਿੱਤੇ ਤੇ ਉਹਨੇ ਕਿਹਾ ਵੀ ਹੁਣ, ਕਹਿੰਦੇ ਇਹ ਵੀ ਤਿਆਗ ਨਹੀਂ ਹੈ, ਇਨਕਾਰ ਕਰ ਦਿੱਤਾ। ਕਹਿੰਦਾ ਮੈਂ ਕੋਈ ਵੀ ਵਸਤਰ ਨਹੀਂ ਰੱਖਿਆ, ਸਾਰੇ ਵਸਤਰ ਲਾ ਦਿੱਤੇ, ਮੈਂ ਕਪੀਨ ਮਾਤਰ ਨਹੀਂ ਰੱਖਿਆ, ਅਜੇ ਵੀ ਮੈਂ ਤਿਆਗੀ ਨਹੀਂ। ਕਹਿੰਦੀ ਬਿਲਕੁਲ ਨਹੀਂ। ਕਹਿੰਦਾ ਅੱਛਾ, ਫਿਰ ਮੇਰੀ ਸਮਝ ਆ ਗਈ ਗੱਲ। ਚਿਖਾ ਇਕੱਠੀ ਕੀਤੀ, ਲੱਕੜਾਂ ਅੱਗ ਲਾ ਕੇ ਕਹਿੰਦਾ ਫਿਰ ਹੁਣ ਸਰੀਰ ਹੀ ਛੱਡ ਦੇਣਾ। ਕਹਿੰਦੀ ਇਹ ਵੀ ਤਿਆਗ ਨਹੀਂ ਹੈ। ਉਹਨੇ ਕਿਹਾ ਹੇ ਮਹਾਤਮਾ, ਤੇਰੀ ਰਮਜ ਮੇਰੀ ਸਮਝ ਨਹੀਂ ਆਈ। ਜੇ ਇਹ ਤਿਆਗ ਨਹੀਂ ਤਾਂ ਤਿਆਗ ਹੈ ਕੀ ਫਿਰ? ਤੇ ਮਹਾਰਾਣੀ ਨੇ ਬੜੀ ਕਮਾਲ ਦੀ ਗੱਲ ਕੀਤੀ। ਕਹਿੰਦੇ ਰਾਜਨ, ਜਿੰਨਾ ਚਿਰ ਤਿਆਗ ਦਾ ਤਿਆਗ ਨਹੀਂ ਕਰਦਾ ਉਨਾ ਚਿਰ ਤਿਆਗ ਨਹੀਂ ਹੈ। ਇਹ ਤਿਆਗ ਦਾ ਤਿਆਗ ਕੀ ਹੈ? ਤਿਆਗੀ ਹੋਈ ਵਸਤੂ ਦਾ ਵੀ ਤਿਆਗ ਕਰਦੇ ਮੈਂ ਤਿਆਗਿਆ, ਭਾਵ ਨਹੀਂ ਛੱਡਦੇ ਉਹਦੀ ਮੈਂ ਤਿਆਗਿਆ। ਉਸ ਵੇਲੇ ਬ੍ਰਹਮ ਗਿਆਨ ਹੋ ਗਿਆ, ਬ੍ਰਹਮ ਗਿਆਨ ਹੋ ਗਿਆ ਉਸ ਵੇਲੇ। ਉਹਨੇ ਕਿਹਾ ਮਹਾਤਮਾ,
ਮੈਂ ਤੈਨੂੰ ਨਮਸਕਾਰ ਕਰਦਾ, ਤੂੰ ਮੇਰਾ ਗੁਰੂ ਹੈ। ਇਸ ਕਰਕੇ ਕਹਿਣ ਲੱਗੀ ਨਹੀਂ, ਆਪਣੀ ਵਾਸਤਵ ਰੂਪ ਦੇ ਵਿੱਚ ਆ ਕੇ ਕਹਿਣ ਲੱਗੀ ਮੈਂ ਤੇਰੀ ਮਹਾਰਾਣੀ ਚੁੜਾਲਾ ਹਾਂ, ਮੈਂ ਤੇਰਾ ਗੁਰੂ ਨਹੀਂ। ਚੱਲ ਹੁਣ ਚੱਲ ਕੇ ਰਾਜ ਵੀ ਕਰੇਗਾ, ਤੈਨੂੰ ਰਾਜ ਦਾ ਨੁਕਸਾਨ ਨਹੀਂ ਹੋਏਗਾ, ਕਿਉਂਕਿ ਤੂੰ ਤਿਆਗ ਦਾ ਤਿਆਗ ਕਰ ਚੁੱਕਿਆ ਹੈ। ਹੁਣ ਰਾਜ ਕਰਦਾ ਹੋਇਆ ਵੀ ਤੂੰ ਜੋਗੀ ਹੋਏਗਾ। ਮੁੜ ਕੇ ਲੈ ਆਂਦੀ ਤੇ ਮੁੜ ਕੇ ਰਾਜ ਕਰਾਇਆ ਉਹਦੇ ਕੋਲ। ਇਸ ਕਰਕੇ ਸਾਧ ਸੰਗਤ ਜੀ, ਇਸ ਤਰ੍ਹਾਂ ਜਿਹੜਾ ਤਿਆਗ ਕਰ ਦੇਣਾ ਹੈ, ਤਿਆਗ ਦਾ ਵੀ ਤਿਆਗ ਕਰਨਾ। ਮੈਂ ਸਭ ਕੁਝ ਤਿਆਗ ਦਿੱਤਾ ਹੈ ਮਹਾਰਾਜ। ਅੱਗੇ ਦੱਸਦੇ ਹਨ ਜੀ, ਹੱਬੇ ਸਾਕ ਕੂੜਾਵੇ ਡਿਠੇ। ਹੁਣ ਇਹ ਜਿਹੜੇ ਸਾਰੇ ਸਾਕ ਸੀ, ਕੂੜਾਵੇ ਦਾ ਝੂਠ ਦਾ ਹੀ ਨਾਮ ਹੈ। ਕੁੜਾਵੇ ਝੂਠ ਹੁੰਦਾ, ਕੂੜਾਵੇ ਵੀ ਝੂਠ ਹੁੰਦਾ, ਪਰ ਅੱਖਰ ਜਿਹੜੇ ਬੋਲਣੇ ਆ ਉਹ ਜੋ ਲਿਖੇ ਨੇ ਉਸ ਤਰ੍ਹਾਂ ਬੋਲਣੇ ਹੁੰਦੇ ਆ। ਇਹ ਸਾਰੇ ਜਿਹੜੇ ਸਾਕ ਸੀ ਕਿਹੜੇ ਜੀ? ਜਦੋਂ ਜੀਵ ਜੰਮਦਾ ਹੈ, ਸਰੀਰ ਧਾਰਨ ਕਰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲੇ ਜੰਮੇ ਨੇ। ਇਹ ਵੀ ਤਾਂ ਭੈਣ ਭਰਾ ਹੀ ਨੇ, ਆਸਾ ਤ੍ਰਿਸ਼ਨਾ ਭੈਣਾਂ ਨੇ, ਇਹ ਵੀ ਤਾਂ ਨਾਲੇ ਜੰਮੀਆਂ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਟੱਬਰ ਹੀ ਹੈ, ਇਹ ਨਾਲੇ ਹੀ ਜੰਮਿਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਰੂਪੀ ਇਸਤਰੀ ਹੈ ਅਤੇ ਸੰਬੰਧੀ ਨੇ, ਇਹ ਸਾਰੇ ਝੂਠੇ ਵੇਖ ਲਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਝੂਠੇ ਨੇ, ਤ੍ਰਿਸ਼ਨਾ ਰੂਪੀ ਇਸਤਰੀ ਝੂਠੀ ਹੈ। ਇਹ ਸਾਰੇ ਜਿੰਨੇ ਸੰਬੰਧੀ ਸੀ, ਸ਼ਬਦ ਸਪਰਸ਼ ਰੂਪ ਰਸਗੰਧ, ਇਹ ਝੂਠੇ ਵੇਖ ਲਏ ਮੈਂ ਗਿਆਨ ਦ੍ਰਿਸ਼ਟੀ ਦੇ ਨਾਲ। ਹੱਬੇ ਸਾਕ ਕੁੜਾਵੇ ਡਿਠੇ ਦੇਖ ਲਏ ਹਨ। ਤੋ ਪੱਲੇ ਤੈਡੇ ਲਾਗੀ, ਤਾਂ ਮੈਂ ਤੇਰੀ ਸ਼ਰਨ ਰੂਪੀ ਪੱਲੇ ਲੱਗ ਗਈਆਂ, ਤੇਰੇ ਨਾਮ ਰੂਪੀ ਪੱਲੇ ਵਿੱਚ ਲੱਗ ਗਈ, ਤੇਰੇ ਉਪਦੇਸ਼ ਰੂਪ ਪੱਲੇ ਲੱਗਦੀ ਹੈ। ਇਸ ਕਰਕੇ ਆਪ ਹੀ ਹੋ ਮੇਰੀ ਪਤ ਰੱਖਣੀ ਮਹਾਰਾਜ। ਪਤ ਪਰਮੇਸ਼ਰ ਗਤ ਨਾ ਰਹਿਣ, ਆਪ ਹੀ ਕਿਰਪਾ ਕਰੋ ਮੇਰੇ ਤੇ। ਮਹੱਲਾ ਪੰਜਵਾ। ਤੇ ਅੱਗੇ ਮਹੱਲਾ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ, ਫਿਰਦੀ ਫਿਰਦੀ ਨਾਨਕ ਜੀਓ ਹਉ ਪਾਵੀ ਥੀ। ਹੇ ਪਰਮੇਸ਼ਰ ਸਰੂਪ ਗੁਰੂ ਨਾਨਕ ਦੇਵ ਜੀ, ਬਹੁਤ ਅਤਿਅੰਤ ਜੂਨਾਂ ਦੇ ਅੰਦਰ ਫਿਰਦੀ ਫਿਰਦੀ, ਭਾਵ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਰਹੀ। ਫਿਰਦੀ ਫਿਰਦੀ ਨਾਨਕ ਜੀਓ, ਸਤਿਗੁਰੂ ਮਹਾਰਾਜ ਕਹਿੰਦੇ ਜੀਓ ਜੀ, ਹੇ ਗੁਰੂ ਨਾਨਕ ਦੇਵ ਜੀ, ਮੈਂ ਬਹੁਤ ਹੀ ਅਤਿਅੰਤ ਜੂਨੀਆਂ ਵਿੱਚ ਫਿਰਦੀ ਹੋਏ। ਬਹੁਤ ਦਿਸਾਵਰ ਪੰਦਾ, ਅਤਿਅੰਤ ਹੀ ਜੂਨਾਂ ਵਿੱਚ ਦਿਸਾਵਰ, ਦੇਸਾਂ ਦੇ ਅੰਤਰ ਹੋਰ ਦੇਸ਼, ਜੂਨਾਂ ਦੇ ਅੰਦਰ ਹੋਰ ਜੂਨਾਂ। ਇਹ ਪੰਦਾ ਰਸਤਿਆਂ ਵਿੱਚ ਫਿਰਦੀ ਫਿਰਦੀ ਨਾ ਭਰਮਦੀ ਹਉ ਮੈਂ, ਮੇਰੇ ਚਿੱਤ ਦੀ ਬਿਰਤੀ ਫਾਵੀ ਛਿੱਥੀ ਹੋ ਗਈ, ਵਿਆਕਲ ਹੋ ਗਈ, ਮੈਂ ਥੀ ਹੋ ਰਹੀ ਹਾਂ। ਥੱਥੇ ਦੀ ਵਿਹਾਰੀ ਵੀ, ਈੜੀ ਦੀ ਵਿਹਾਰੀ ਦੋਨੇ ਬੋਲਣੀ ਹੈ। ਥੀ ਕਲੀ ਥੀ ਕਹਿ ਦਿੱਤਾ, ਈੜੀ ਵੀ ਗਈ, ਈੜੀ ਦੀ ਵਿਹਾਰੀ ਵੀ ਗਈ। ਇਸ ਕਰਕੇ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ। ਤੇ ਇਉਂ ਅੱਗੇ ਦੱਸਦੇ ਹਨ ਜੇ, ਤਾਹ ਸੁਖ ਸੁਖਾਲੀ ਸੁਤੀ। ਹੇ ਸਤਿਗੁਰੂ ਜੀ, ਜਦੋਂ ਤੇਰੇ ਨਾਲ ਮਿਲ ਮਿਲਾਪ ਕਰਕੇ, ਸਾਰੀ ਤੋਂ ਇਕੱਠੀ ਬੋਲ ਲਓ ਜੀ ਵੀ, ਜਾ ਗੁਰ ਮਿਲ ਸੱਜਣ ਮੈਂ ਲੱਦਾ। ਹੇ ਸਤਿਗੁਰੂ ਜੀ, ਜਾਂ ਜਦੋਂ ਤੇਰੇ ਨਾਲ ਮਿਲ ਮਿਲਾਪ ਕਰਕੇ ਸੱਜਣ ਮਿੱਤਰ ਰੂਪ ਪਰਮੇਸ਼ਰ ਨੂੰ ਲੱਭਣਾ ਕੀਤਾ, ਤਾਂ ਫਿਰ ਤਦੋਂ ਹੀ ਹਾਓ ਮੈਂ ਬਰਮਾਨੰਦ ਰੂਪੀ ਸੁਖ ਦੇ ਨਾਲ ਸੁਖਾਲੀ, ਸੁੱਖਾਂ ਵਾਲੀ ਹੋ ਕੇ ਨਿਰਵਿਕਲਪ ਸਮਾਧੀ ਦੇ ਵਿੱਚ ਸੁੱਤੀ ਬਿਰਾਜੀ ਇਸਤਤ ਹੋਈ ਹਾਂ। ਪੌੜੀ। ਅੱਗੇ ਪੌੜੀ ਕਥਨ ਕਰਦੇ ਨੇ ਜੀ, ਸਭੇ ਦੁੱਖ ਸੰਤਾਪ। ਹੇ ਪਰਮੇਸ਼ਰ, ਸਾਰੇ ਜਿੰਨੇ ਵੀ ਦੁੱਖ ਸੰਤਾਪ ਹਨ, ਜਾਂ ਤੁਧੋਂ ਭੁੱਲੀਐ। ਇਹ ਜੀਵਾਂ ਨੂੰ ਲੱਗਦੇ ਕਦੋਂ ਨਾ? ਜਾਂ ਤੁਧੋਂ ਭੁੱਲੀਐ, ਜਦੋਂ ਤੈਨੂੰ ਭੁੱਲ ਜਾਈਏ ਤਾਂ ਵੇ ਕੀ ਹੁੰਦਾ? ਸਭੇ ਦੁੱਖ ਸੰਤਾਪ, ਸੰਗ ਵਿਸ਼ੇਸ਼ ਕਰਕੇ ਤਾਪ ਤਪਾਉਣ ਵਾਲੇ ਆਦ ਵਿਆਦ ਉਪਾਦ ਸਾਰੇ ਤਪਾਉਂਦੇ ਆ। ਜਦੋਂ ਤੇਰਾ ਸਿਮਰਨ ਛੱਡ ਬੈਠੀਏ ਤਾਂ ਵੇ ਸਾਰੇ ਜੰਮਣ ਮਰਨ ਆਦ ਦੇ ਦੁੱਖ ਜਿਹੜੇ ਸੰਗ ਭਲੀ ਪ੍ਰਕਾਰ, ਇਹ ਸਾਰੇ ਆਦ ਵਿਆਦ ਉਪਾਧੀਆਂ ਆ ਕੇ ਚਿਮੜ ਜਾਂਦੀਆਂ ਹਨ। ਦੁੱਖ ਤਦੇ ਜਾ ਵਿਸਰ ਜਾਵੇ। ਦੁੱਖ ਉਦੋਂ ਮਿਲਦਾ ਜਦੋਂ ਤੂੰ ਭੁੱਲ ਜਾਂਦਾ ਹੈ। ਜੇ ਕੀਚਨ ਲੱਖ ਉਪਾਵ। ਤੇ ਜੇ ਉਪਾਵ ਨਾਮ ਯਤਨਾਂ ਦਾ ਹੁੰਦਾ, ਲੱਖਾਂ ਯਤਨ, ਹੇ ਪਰਮੇਸ਼ਰ ਤੇਰਾ ਨਾਮ ਸਿਮਰਨ ਛੱਡ ਕੇ ਲੱਖਾਂ ਸਾਧਨ ਕਰ ਲਈਏ, ਉਪਾਵ ਯਤਨ ਤੇ ਕੀਚਨ ਕੀਤੇ ਵੀ ਜਾਣ, ਤਾਂ ਫਿਰ ਤਾਂ ਕਹੀ ਨਾ ਭੁੱਲੀਐ। ਤਾਂ ਤਦ ਵੀ ਕਹੀਂ ਕਿਸੇ ਪ੍ਰਕਾਰ ਜੰਮਣ ਮਰਨ ਦੇ ਦੁੱਖਾਂ ਤੋਂ ਤਾਪਾਂ ਤੋਂ ਭੁੱਲੀਆ ਛਟਕਾਰਾ ਨਹੀਂ ਹੁੰਦਾ।
ਦੂਸਰਾ ਅਰਥ ਇਹਦਾ ਤਾਂ ਵੀ ਕਿਸੇ ਪ੍ਰਕਾਰ ਤੇਰੇ ਸਰੂਪ ਨਾਲ, ਤੇ ਕਹਿੰਦਾ ਫਲਾਣਾ ਘੁਲ ਮਿਲ ਗਿਆ ਜੀ, ਕੁਲੀਆ ਮਿਲਿਆ ਨਹੀਂ ਜਾਂਦਾ ਹੈ। ਤੇ ਇਸ ਪ੍ਰਕਾਰ ਦੱਸਦੇ ਨੇ ਜਿਸ ਨੂੰ ਵਿਸਰੈ ਨਾਉ, ਜਿਹਨੂੰ ਤੇਰਾ ਨਾਮ ਭੁੱਲ ਜਾਵੇ ਮਹਾਰਾਜ, ਸੋ ਨਿਰਧਨ ਕਾਂਢੀਐ। ਤੇ ਜਿਹਨੂੰ ਤੇਰਾ ਨਾਮ ਭੁੱਲ ਜਾਵੇ ਸੋ ਉਹ ਨਾਮ ਰੂਪੀ ਧਨ ਤੋਂ ਬਗੈਰ ਹੋਣ ਕਰਕੇ ਨਿਰਧਨ, ਧਨ ਤੋਂ ਹੀ ਨਾ ਕਾਂਢੀਆ ਕਿਹਾ ਜਾਂਦਾ ਹੈ। ਤੇ ਜਿਹਦੇ ਕੋਲ ਨਾਮ ਰੂਪੀ ਧਨ ਹੈ, ਜਿਸ ਨਾਮ ਰਿਦੇ ਸੋਈ ਬੜ ਰਾਜਾ, ਹੁਣ ਤਾਂ ਰਾਜਾ ਤੋਂ ਵੀ ਰਾਜਾ ਕਹਿ ਦਿੱਤਾ। ਨਾਮ ਧਨ ਜਿਸ ਜਨ ਕੇ ਪਾਲੇ ਸੇ ਪੂਰੇ ਸਾਹੁ, ਤਾਂ ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ। ਪਾਠੜੇ ਹਰ ਸੰਤ ਬਾਰੇ ਜਿਨ ਕਰ ਤਨ ਹਰ ਨਾਮਾ, ਨਹੀਂ ਤਾਂ ਫਿਰ ਕੰਗਾਲ ਕੈਸੇ ਕਹੇ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਉਹ ਨਿਰਧਨ ਹੈ। ਤੋ ਇਸ ਕਰਕੇ ਅੱਗੇ ਦੱਸਦੇ ਹੈ, ਤੇ ਉਹ ਫਿਰ ਨਾਮ ਤਾਂ ਨਹੀਂ ਸਾਰਿਆਂ ਤੋਂ ਵੱਡਾ ਹੈ ਭਾਈ, ਤੇ ਉਹਨੂੰ ਨਿਰਧਨ ਕਿਹਾ ਜਾਂਦਾ ਹੈ। ਨਾਮ ਰੂਪੀ ਧਨ ਤੋਂ ਹੀਣਾ ਹੈ, ਜਿਹਨੂੰ ਵਾਹਿਗੁਰੂ ਭੁੱਲਦਾ ਹੈ। ਜਿਸ ਨੂੰ ਵਿਸਰੈ ਨਾਉ, ਜਿਨ੍ਹਾਂ ਨੂੰ ਹੇ ਪਰਮੇਸ਼ਰ ਤੇਰਾ ਨਾਮ ਭੁੱਲ ਜਾਂਦਾ ਹੈ, ਸੋ ਜੋਨੀ ਹਾਂਡੀਐ। ਉਹ 84 ਲੱਖ ਜੂਨਾਂ ਦੇ ਅੰਦਰ ਉਹ ਭਰਮਣ ਕਰਦਾ, ਹਾਂਡੀਆ ਨਾਮ ਫਿਰਨ ਦਾ ਹੁੰਦਾ ਹੈ। ਉਹ ਜੂਨਾ ਹੰਡਾਉਂਦਾ ਫਿਰਦਾ ਹੈ, ਚੱਕਰ ਕੱਢਦਾ ਫਿਰਦਾ ਹੈ। ਜਿਸ ਖਸਮ ਨ ਆਵੈ ਚਿੱਤ, ਹੇ ਖਸਮ ਮਾਲਕ ਪਰਮੇਸ਼ਰ ਜਿਹਨੂੰ ਤੂੰ ਚੇਤੇ ਨਹੀਂ ਆਵੇ ਆਉਂਦਾ, ਤਿਸ ਜਮ ਦੰਡ ਦੇ। ਉਹਨਾਂ ਨੂੰ ਜਮ, ਫਿਰ ਜਮ ਧਰਮਰਾਜ ਸਜ਼ਾ ਦਿੰਦਾ ਹੈ, ਦੰਡ ਦਿੰਦਾ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੇ ਨਵੇਰਾ। ਉਹਨਾਂ ਨੂੰ ਇਹ ਡੰਡੇ ਲੱਗਦੇ ਆ ਧਰਮਰਾਜ ਦੇ। ਜਿਸ ਖਸਮ ਨ ਆਵੀ ਚਿੱਤ, ਜਿਹਨੂੰ ਖਸਮ ਮਾਲਕ ਹੈ ਵਾਹਿਗੁਰੂ ਤੂੰ ਚੇਤੇ ਨਾ ਆਵੇਂ, ਯਾਦ ਨਹੀਂ ਆਉਂਦਾ, ਜੋ ਤੇਰਾ ਸਿਮਰਨ ਨਹੀਂ ਕਰਦੇ। ਰੋਗੀ ਸੇ ਗਣੇ, ਤੇ ਉਹਨਾਂ ਨੂੰ ਫਿਰ ਰੋਗੀ ਕਿਹਾ ਜਾਏਗਾ। ਭਾਵ ਕੀ ਹੈ? ਆਦਿ ਵਿਆਧੀ ਉਪਾਧੀ ਰੋਗ ਤਾਂ ਹੈ ਹੀ, 5 ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਇਹ ਤਾਂ ਫਿਰ ਗਣੇ ਜਾਂਦੇ ਨੇ ਵੀ ਇਹਨਾਂ ਦਾ ਰੋਗੀ ਆ। ਕੋਈ ਕਾਮ ਦਾ ਰੋਗੀ, ਕੋਈ ਕ੍ਰੋਧ ਦਾ ਰੋਗੀ, ਜਾਂ ਫਿਰ ਹਉਮੈ ਦਾ ਰੋਗ, ਤਾਂ ਫਿਰ ਸਾਰਿਆਂ ਤੋਂ ਵੱਡਾ ਹਉਮੈ ਦੀਰਘ ਰੋਗ ਹੈ। ਇਸ ਪ੍ਰਕਾਰ ਦੱਸਦੇ ਨੇ ਜਿਹਨੂੰ ਵਾਹਿਗੁਰੂ ਭੁੱਲਦਾ ਹੈ ਉਹ ਇਸ ਪ੍ਰਕਾਰ ਵਿਕਾਰਾਂ ਦੇ ਵਿੱਚ ਰੋਗੀ ਹੈ। ਰੋਗੀ ਸੇ ਗਣੇ, ਤੇ ਉਹ ਫਿਰ ਰੋਗੀਆਂ ਦੇ ਵਿੱਚ ਗਿਣੇ ਜਾਂਦੇ ਐ, ਵਿਚਾਰੇ ਜਾਂਦੇ ਨੇ। ਉਹ ਗਣੇ ਗਿਣਤੀ ਵਿੱਚ ਆ ਕੇ ਵਿਚਾਰੇ ਜਾਂਦੇ ਆ ਕਿ ਰੋਗੀ ਨਾ ਕਾਮ ਕ੍ਰੋਧ ਆਦਿ ਦੇ ਵਿੱਚ ਸਾਰੇ ਜਾਂ ਹਉਮੈ ਆਦਿ ਦੇ ਰੋਗ ਹਨ। ਜਿਸ ਖਾਸਮ ਨਾ ਆਵੀ ਚਿੱਤ, ਜਿਨ੍ਹਾਂ ਨੂੰ ਖਾਸਮ ਮਾਲਕ ਵਾਹਿਗੁਰੂ ਚੇਤੇ ਨਹੀਂ ਆਉਂਦਾ, ਸਿਮਰਨ ਨਹੀਂ ਕਰਦੇ, ਸੋ ਖਰੋ ਅਹੰਕਾਰੀਆ। ਖਰੋ ਚੰਗਾ, ਬਹੁਤਾ ਜ਼ਿਆਦੇ ਵੱਡਾ ਹੰਕਾਰੀ ਪੁਰਖ ਕਿਹਾ ਜਾਂਦਾ ਹੈ। ਸੋ ਖਰੋ ਅਹੰਕਾਰੀਆ, ਸੋ ਉਹ ਜਿਹੜਾ ਨਾ ਚੰਗਾ ਵੱਡਾ ਹੰਕਾਰੀ ਕਿਹਾ ਜਾਂਦਾ ਹੈ। ਸੋਈ ਦੁਹੇਲਾ ਜਗ, ਉਹੀ ਦੇਹਲਾ ਦੁਖੀ ਹੈ ਹੇ ਪਰਮੇਸ਼ਰ। ਤੇ ਜਿਹਨੂੰ ਤੇਰਾ ਨਾਮ, ਸਾਰੀ ਪੰਕਤੀ ਇਕੱਠੀ ਬੋਲੋ। ਜਿਨ ਨਾਉ ਇਸਾਰੀਆ, ਹੇ ਪਰਮੇਸ਼ਰ ਜਿਨ੍ਹਾਂ ਨੇ ਤੇਰਾ ਨਾਮ ਵਿਸਾਰ ਦਿੱਤਾ, ਭੁਲਾ ਦਿੱਤਾ, ਸੋਈ ਉਹੀ ਜਗ। ਸੰਸਾਰ ਦੇ ਵਿੱਚ ਸਭ ਤੋਂ ਵੱਡਾ ਦੁਹੇਲਾ, ਦੁਹੇਲਾ ਨਾਮ ਦੁਖੀ ਦਾ ਹੁੰਦਾ ਹੈ, ਉਹ ਦੁਖੀ ਹੈ। ਸਭ ਤੋਂ ਵੱਡਾ ਦੁਖੀ ਰਹੇਗਾ ਨਾਮ ਨੂੰ ਵਿਸਾਰ ਕੇ ਦੁੱਖ ਭੋਗਦਾ ਹੈ। ਸ਼ਲੋਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ, ਤੈਡੀ ਬੰਦਸ ਮੈਂ ਕੋਈ ਨਾ ਡਿਠਾ। ਹੇ ਪਰਮੇਸ਼ਰ, ਤੈਂਡੀ, ਤੈਂਡੀ ਦਾ ਅਰਥ ਹੈ, ਇਹ ਲਹਿੰਦੇ ਦੀ ਬੋਲੇ, ਤੈਂਡੀ ਦਾ ਅਰਥ ਹੈ ਤੇਰੀ। ਬੰਦਸ ਮਨਿੰਦ, ਤੇਰੇ ਨਿਆਈ, ਤੇਰੇ ਵਰਗਾ, ਭਾਵ ਤੇਰੇ ਸਦਰਸ਼। ਤੇ ਹੋਰ ਕੋਈ ਮੈਨੂੰ ਦਿਸਦਾ ਨਹੀਂ, ਮੈਂ ਕੋਈ ਨਾ ਡਿਠਾ। ਤੇ ਇਸ ਕਰਕੇ ਤੈਨੂੰ ਕਿਸੇ ਕਿਸਮ ਦੀ, ਦੂਸਰਾ ਅਰਥ ਹੈ ਤੈਂਡੀ, ਤੈਨੂੰ ਕਿਸੇ ਕਿਸਮ ਦੀ ਬੰਦਿਸ਼ ਰੁਕਾਵਟ ਨਹੀਂ ਕੋਈ ਪਾ ਸਕਦਾ। ਕਿ ਬਾਬਰ ਨੇ ਜੇ ਲੋਕਾਂ ਦੀ ਦ੍ਰਿਸ਼ਟੀ ਵਿੱਚ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਕੈਦ ਕੀਤਾ, ਤੁਸੀਂ ਤਾਂ 1100 ਕੈਦੀ ਛਡਾ ਦਿੱਤੇ, ਬਾਬਰ ਪੈਰੀਂ ਪੈ ਗਿਆ। ਤੁਹਾਨੂੰ ਨਹੀਂ ਕੋਈ ਬੰਦੀ ਨਹੀਂ ਬਣਾ ਸਕਦਾ। ਇਸੇ ਤਰ੍ਹਾਂ 6ਵੇਂ ਰੂਪ ਦੇ ਵਿੱਚ ਉਮਰ ਭਰ ਦੇ ਕੈਦੀ ਨਹੀਂ ਛਡਾਏ ਰਾਜੇ, 52 ਰਾਜੇ ਛਡਾਏ। ਤੈਨੂੰ ਬੰਦਿਸ਼ ਬੰਦੀ ਖਾਨੇ 'ਚ ਪਾਉਣ ਵਾਲਾ ਦੁਨੀਆ ਵਿੱਚ ਕੋਈ ਵੀ ਨਹੀਂ ਹੈ, ਡਿੱਠਾ ਵੇਖਿਆ ਨਹੀਂ ਗਿਆ ਹੈ, ਜਾਂ ਤੇਰੇ ਸਦਰਸ਼ ਕੋਈ ਨਹੀਂ। ਇਹ ਅਰਥ ਮੁੱਖ ਰੱਖਣਾ।
ਤੇ ਸਤਿਗੁਰੂ ਜੀ ਅੱਗੇ ਕਥਨ ਕਰਦੇ ਹਨ। ਤੂੰ ਨਾਨਕ ਮਨ ਭਾਣਾ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ, ਇੱਕ ਤੂੰ ਮੇਰੇ ਮਨ ਹਿਰਦੇ ਵਿੱਚ ਭਾਣਾ ਪਾਉਂਦਾ ਹੈ, ਪਿਆਰਾ ਲੱਗਦਾ, ਚੰਗਾ ਲੱਗਦਾ। ਤੈਂਡੀ ਬੰਦਸ ਮੈਂ ਕੋਈ ਨਾ ਡਿਠਾ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜਾਏ। ਕਿਆ ਉਪਮਾ ਤੇਰੀ ਆਖੀ ਜਾਏ, ਕਹੀ ਨਹੀਂ ਜਾ ਸਕਦੀ ਹੈ। ਤੂੰ ਮਹਾਰਾਜ ਸਾਰਿਆਂ ਤੋਂ ਵੱਡਾ ਹੈ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਤੇਰੇ ਸਦਰਸ਼ ਕੋਈ ਵੀ ਸੰਸਾਰ 'ਚ ਦੇਵੀ ਦੇਵਤਾ ਜਾਂ ਅਵਤਾਰ ਪੈਗੰਬਰ ਕੋਈ ਵੀ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ, ਬਸ ਬਈ ਜਿਹਾ ਜਿਹਾ ਤੂੰ ਹੈ ਉਹ ਜਿਹਾ ਤੂੰ ਹੀ ਹੈ। ਕਿਆ ਉਪਮਾ ਦੀ ਜਾ, ਕਿਹੜੀ ਉਪਮਾ ਦੀ ਜੀ ਹੈ। ਪੱਲੇ ਅਮਰਦਾਸ ਗੁਣ ਤੇਰੀ, ਤੇਰੀ ਉਪਮਾ ਤੋਹੇ ਬਣਾਵੇ। ਤੇਰੀ ਉਪਮਾ ਤੈਨੂੰ ਹੀ ਬਣਾਉਂਦੀ ਹੈ। ਅੱਗੇ ਦੱਸਦੇ ਹਨ ਜੇ, ਭੂਲ ਕੁਮਾਈ ਤਿਸ ਮਿੱਤਰ ਵਿਚੋਲੇ। ਮੈਂ ਤਿਸ ਉਸ ਵਿਚੋਲੇ ਨਾਮ, ਵਿਚੋਲਗੀ ਕਰਨ ਵਾਲਾ, ਵਿਚੋਲਾ ਹੁੰਦਾ ਹੈ ਵਿਚੋਲਗੀ ਕਰਨ ਵਾਲਾ। ਵਿਚੋਲਗੀ ਕਰਨ ਵਾਲੇ ਜਿਹੜੇ ਰੱਬ ਤੇ ਮੇਰੇ ਵਿਚਾਲੇ ਵਿਚੋਲਗੀ ਕਰਦੇ ਮਿੱਤਰ ਸੱਜਣ ਕੌਣ? ਗੁਰੂ ਸਾਹਿਬ। ਉਹਨਾਂ ਦੇ ਉੱਪਰੋਂ ਤੇ ਮੈਂ ਮਨ ਬਾਣੀ ਸਰੀਰ ਕਰਕੇ ਘੋਲ ਕਮਾਈ ਬਾਰ ਨੇ ਬਲਿਹਾਰ ਨੇ ਜਾਵਾਂ। ਜੈ ਮਿਲ ਕੰਤ ਪਛਾਣਾ। ਜਿਨ੍ਹਾਂ ਨੂੰ ਮਿਲਣ ਕਰਕੇ ਕੰਤ ਖਸਮ ਮਾਲਕ ਪਰਮੇਸ਼ਰ, ਜੈ ਜਿਸ ਸਤਿਗੁਰੂ ਦੇ ਨਾਲ ਮਿਲ ਮਿਲਾਪ ਕਰਕੇ ਤੈਨੂੰ ਪਛਾਣਨਾ ਕਰਾਂ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ। ਮਹੱਲਾ ਪੰਜਵਾ। ਅੱਗੇ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਜੇ, ਪਾਵ ਸੁਹਾਵੀ ਜਾਂ ਤੋ ਤਿਰ ਜੁਲਦੇ। ਹੇ ਪਰਮੇਸ਼ਰ, ਜਦੋਂ ਤੇ ਪਾਵ ਪੈਰ ਤੇ ਤਦ, ਹੇ ਪਰਮੇਸ਼ਰ, ਤਦ ਹੀ ਪਾਵ ਪੈਰ ਸੁਹਾਵੇ ਸੋਭਨੀਕ ਹੁੰਦੇ ਆ। ਕਿ ਕਦੋਂ? ਜਾਂ ਜਦੋਂ ਤੇਰੇ ਦਰਸ਼ਨ ਵਾਸਤੇ ਜਾਂ ਤੇਰੀ ਸੰਗਤ ਵਿੱਚ ਤੇਰੀ ਧਿਰ, ਧਿਰ ਨਾਮ ਹੈ ਤਰਫ ਦਾ, ਪਾਸੇ ਦਾ, ਜੁਲਦੇ ਨਾਮ ਹੈ ਚੱਲਣ ਦਾ। ਜਦੋਂ ਤੇਰੇ ਪਾਸੇ ਨੂੰ ਕਦਮ ਚੱਲਦੇ ਹੈ, ਜਦੋਂ ਸਤਸੰਗਤ ਵਿੱਚ ਤੇਰਾ ਸਰੂਪ ਸਤਿਗੁਰੂ ਦੇ ਤਰਫ ਦਰਸ਼ਨ ਕਰਨ ਦੇ ਲਈ ਚੱਲਦੇ ਹਨ, ਉਹ ਫਿਰ ਚਰਨ ਤਾਪਰ ਸਕਿਆਥ, ਚਰਨ ਗੁਰ ਅਮਰ ਪਰਵਲ ਹੈ, ਉਹ ਫਿਰ ਸਫਲੇ ਹੋ ਜਾਂਦੇ ਹਨ। ਸੀਸ ਸੁਹਾਵਾ ਚਰਣੀ। ਸੀਸ ਸਿਰ ਤਾਂ ਸੁਹਾਵਾ ਸੋਭਨੀਕ ਹੁੰਦਾ ਹੈ ਜਦੋਂ ਆਪ ਜੀ ਦੇ ਚਰਨੀ ਚਰਨਾਂ ਕਮਲਾਂ ਦੇ ਵਿੱਚ ਆ ਕੇ ਟਿਕ ਜਾਂਦਾ ਹੈ। ਉਹ ਸਿਰ ਵੀ ਸਫਲਾ ਹੋ ਗਿਆ ਹੈ। ਤੇ ਇਸ ਕਰਕੇ ਸਖਿਆਤ ਸੋ ਹੀਓ ਜਿਤ ਹੀਓ ਵਸੈ ਗੁਰ ਅਮਰਦਾਸ ਨੇ ਜਗਤ ਪਿਤ। ਤੇ ਉਹ ਜਗਤ ਦੇ ਪਤੀ ਰੂਪ ਪਰਮੇਸ਼ਰ ਵਾਹਿਗੁਰੂ। ਸਖਿਆਤ ਸੋ ਸਿਰ ਜਾਲਪ ਪਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਜਿਹੜਾ ਗੁਰੂ ਨੂੰ ਸਿਰ ਰੋਜ਼ ਝੁਕਦਾ ਹੈ। ਤੇ ਐਸਾ ਹੈ ਕਿ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ 2 ਵੇਲੇ ਮੱਥਾ ਟੇਕਦਾ ਹੈ ਤੇ ਮਜਬੂਰੀ ਦੇ ਕਾਰਨ ਵਕਤ ਨਹੀਂ ਹੈ, ਰਜੇਵਾਂ ਕੋਈ ਐਸਾ ਕੱਲਾ ਮੱਥਾ ਹੀ ਟੇਕਦਾ ਹੈ, ਨਿਤਨੇਮ ਪੂਰਾ ਕਰਦਾ ਹੈ, ਰਹਿੰਦਾ ਘਰ ਵਿੱਚ ਹੈ, ਤਾਂ 8 ਪੈਰਾਂ 'ਚ ਹੋਣ ਵਾਲੇ ਗੁਨਾਹ ਮਹਾਰਾਜ ਸਾਹਿਬ ਜੀ ਉਹਦੇ ਝੁਕੇ ਹੋਏ ਸੀਸ ਦੇ ਕਾਰਨ ਮੁਆਫੀ ਵਿੱਚ ਰੱਖ ਦਿੰਦੇ ਨੇ। ਸ਼ਰਧਾ ਹੋਵੇ, ਜੇ ਵਿਸ਼ਵਾਸ ਹੈ ਤਾਂ ਸਭ ਕੁਝ ਹੈ। ਇਸ ਕਰਕੇ ਉਹ ਸਿਰ ਸਬਲਾ ਹੁੰਦਾ ਹੈ। ਹਸਤੋ ਪਵਿੱਤਰੰ ਜਦੀ ਦਾਨ ਪੁੰਨਯੰ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਮੁਖਯੰ ਪਵਿੱਤਰੰ ਜਦੀ ਰਾਮ ਨਾਮੰ, ਹਿਰਦਯੰ ਪਵਿੱਤਰੰ ਜਦੀ ਬ੍ਰਹਮਨਿਸ਼ਠਾ। ਤੇ ਪੈਰ ਉਦੋਂ ਪਵਿੱਤਰ ਹੁੰਦੇ ਜਦੋਂ ਸੰਗਤ ਬਲ ਤੀਰਥ ਯਾਤਰਾ, ਗੁਰੂ ਧਾਮਾਂ ਦੀ ਯਾਤਰਾ, ਚਰਨ ਸਬਲੇ ਹੁੰਦੇ ਨੇ। ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ। ਹੱਥ ਉਦੋਂ ਪਵਿੱਤਰ ਹੁੰਦੇ ਜਦੋਂ ਦਾਨ ਪੁੰਨ ਕਰੇ। ਮੁਖ ਉਦੋਂ ਪਵਿੱਤਰ ਹੁੰਦਾ ਹੈ ਜਦੋਂ ਰਾਮ ਨਾਮ ਜਪੇ। ਹਿਰਦਾ ਉਦੋਂ ਪਵਿੱਤਰ ਹੁੰਦਾ ਹੈ ਜਦੋਂ ਹਿਰਦੇ 'ਚ ਵਾਹਿਗੁਰੂ ਦਾ ਵਿਸ਼ਵਾਸ ਆ ਜਾਵੇ। ਸੋ ਇਸ ਪ੍ਰਕਾਰ ਦੱਸਿਆ ਹੈ ਜੇ, ਮੁਖ ਸੁਹਾਵਾ ਜਾਂ ਤੋ ਜਸ ਗਾਵੇ। ਮੁਖ ਤਾਂ ਸੁਹਾਵਾ ਹੁੰਦਾ ਹੈ, ਤੁਲਸੀ ਰਸਨਾ ਤੋ ਭਲੀ, ਜੋ ਮੁਖ ਕਹੀ ਹੈ ਰਾਮ, ਨਹੀਂ ਤਾਂ ਕਾਟਣ ਯੋਗ ਹੈ ਮੁਖ ਮੇਂ ਭਲਾ ਨਾ ਚਾਮ। ਚਮ ਕੀ ਕਰਨਾ ਫਿਰ? ਇਹ ਰਸਨਾ ਤੂੰ ਅੰਦਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ। ਤੇ ਇਸ ਨੂੰ ਕਿਹਾ ਹੈ, ਰੇ ਜੇ ਬੇ ਕਰੋ ਸਤਖੰਡ ਜਾਮ ਨਾ ਉਚਰੇ ਸ੍ਰੀ ਗੋਬਿੰਦ। ਇਹਨੂੰ ਤਾਂ ਤੇਰੇ ਟੁਕੜੇ ਟੁਕੜੇ ਨਾ ਕਰਦੇ ਆ। ਇਸ ਕਰਕੇ ਗੁਰੂ ਅਰਜਨ ਦੇਵ ਨੇ ਫਰਮਾਨ ਕੀਤਾ ਸੀ ਆਪਣੇ ਵਿਆਹ ਦੇ ਸਮੇਂ, ਨੈਣ ਨਾ ਦੇਖੇ ਸਾਹ ਸੇ ਨੈਣ ਵਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁਦ ਘਾਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਐ, ਹਰਿਹਾਂ ਜਾ ਵਿਸਰੈ ਗੋਬਿੰਦ ਰਾਜ ਦਿਨੋ ਦਿਨ ਕਟੀਐ। ਮੁਖ ਸੁਹਾਵਾ ਜਾ ਤੋ ਜਸ ਕਾਵੈ, ਕਬੀਰ ਸੋ ਮੁਖ ਤਨ ਹੈ, ਜਾ ਮੁਖ ਕਹੀਏ ਰਾਮ,
ਉਹ ਧਨਤਾ ਦੇ ਯੋਗ ਹੈ ਜਿਹੜਾ ਜਸ ਕਹੁੰਦਾ ਹੈ ਵਾਹਿਗੁਰੂ ਦਾ ਸੋਭਨੀਕ ਹੈ। ਜਿਉ ਪਿਆ ਤੋ ਸਰਣੀ, ਤੇ ਉਹ ਭਾਈ ਜਿਹੜਾ ਜੀਵਾਤਮਾ ਤਾਂ ਸਫਲਾ ਹੁੰਦਾ ਹੈ ਜਿਹੜੇ ਤੇਰੀ ਸ਼ਰਨ ਓਟ ਵਿੱਚ ਪਿਆ ਰਹੇ। ਸੋਭਨੀਕ ਤਾਂ ਹੁੰਦਾ ਹੈ, ਜੀਵ ਦਾ ਹਿਰਦਾ ਤਾਂ ਸੋਭਨੀਕ ਹੁੰਦਾ ਹੈ, ਤੇਰੀ ਸ਼ਰਨ ਵਿੱਚ ਪਿਆ ਰਹੇ। ਭਾਵ ਕੀ ਹੈ, ਤੇਰਾ ਆਸਰਾ ਲੈਣਾ ਕਰੇ। ਪੌੜੀ ਅੱਗੇ ਪੌੜੀ ਕਥਨ ਕਰਦੇ ਹਨ ਜੀ। ਮਿਲ ਨਾਰੀ ਸਤ ਸੰਗ, ਜਿਸ ਜਿਗਿਆਸੂ ਰੂਪ ਨਾਰੀ ਇਸਤਰੀ ਨੇ ਮਹਾਤਮਾ ਰੂਪੀ ਸਖੀ ਨਾਲ ਸਤ ਸੰਗਤ ਯਾਨੀ ਸਤ ਸੰਗ ਦੀ ਮਿਲ ਕੇ ਪਤੀ ਵਾਹਿਗੁਰੂ ਦੇ ਮੰਗਲ ਗਾਵੀਆ, ਪਰਮੇਸ਼ਰ ਦੇ ਮੰਗਲ ਜਸ ਨੂੰ ਗਾਵੀਆ ਗਾਉਣਾ ਕੀਤਾ ਹੈ। ਘਰ ਕਾ ਹੋਆ ਬੰਧਾਨ, ਉਸ ਦੇ ਲਈ ਸਰੂਪ ਰੂਪੀ ਤੁਰਿਆ ਪਦ ਰੂਪੀ ਘਰ ਦੀ ਪ੍ਰਾਪਤੀ ਦਾ ਵਿਧਾਨ ਪ੍ਰਬੰਧ ਹੋ ਗਿਆ ਹੈ। ਬਹੁੜ ਨਾ ਧਾਵੀਆ, ਭਾਵ ਇਹ ਨਿਯਮ ਬਣ ਗਿਆ ਹੈ, ਫਿਰ ਉਹ ਕਰਕੇ ਬਹੁੜ ਮੁੜ ਕੇ ਜੂਨਾ ਵਿੱਚ ਨਹੀਂ ਧਾਵਣਾ ਹੋਏਗਾ, ਜੂਨਾ ਵਿੱਚ ਨਹੀਂ ਜਾਏਗਾ। ਬਿਨਠੀ ਦੁਰਮਤ ਦੁਰਤ, ਤੇ ਉਹਦੇ ਇਹ ਸਾਰਾ ਇਕੱਠਾ ਬੋਲੋ। ਸੋਏ ਕੂੜਾਵੀਆ, ਉਹਦੀ ਕੁੜਾਵੀਆ ਝੂਠੀ ਸੋਏ ਸੋਭਾ ਦੁਰਤ ਪਾਪ ਜਿਹੜੇ ਨੇ ਪਾਪਾਂ ਵਾਲੀ ਜਾਂ ਦਵੈਤ ਨੂੰ ਪੈਦਾ ਕਰਨ ਵਾਲੀ ਦੁਰਮਤ ਖੋਟੀ ਸਿੱਖਿਆ ਬਿਨਠੀ ਨਾਸ ਹੋ ਗਈ ਹੈ। ਸੀਲਵੰਤ ਪ੍ਰਧਾਨ, ਉਹ ਸੀਲਵੰਤ ਸ੍ਰੇਸ਼ਟ ਨਰਮ ਸੁਭਾਅ ਵਾਲੀ ਤੇ ਵਿਕਾਰਾਂ ਨੂੰ ਜਿੱਤਣ ਕਰਕੇ ਉਹ ਫਿਰ ਲੋਕ ਪਰਲੋਕ ਦੇ ਵਿੱਚ ਪ੍ਰਧਾਨ ਮੁਖੀ ਹੈ ਜੀ। ਹਿਰਦੈ ਸਚਾਵੀਆ, ਜਿਸ ਦੇ ਹਿਰਦੇ ਵਿੱਚ ਸਚਾਵੀਆ ਸੱਚ ਸਰੂਪ ਦੀ ਪ੍ਰਾਪਤੀ ਆ ਗਈ ਹੈ, ਹਿਰਦੇ ਵਿੱਚ ਸਚਾਈ ਆ ਗਈ ਹੈ। ਅੰਤਰ ਬਾਹਰ ਇੱਕ, ਤੇ ਉਹ ਫਿਰ ਉਸ ਨੂੰ ਹਿਰਦੇ ਦੇ ਅੰਦਰ ਵਿੱਚ ਵੀ ਤੇ ਇੱਕੋ ਹੀ ਪਰਮੇਸ਼ਰ ਬਾਹਰ ਵੀ ਸੰਸਾਰ ਦੇ ਇੱਕੋ ਹੀ ਪਰਮੇਸ਼ਰ ਵਿਆਪਕ ਦਿਸਦਾ ਹੈ। ਇੱਕ ਰੀਤ ਆਵੀਆ, ਤੇ ਇਸ ਕਰਕੇ ਫਿਰ ਇੱਕੋ ਦੀ ਰੀਤ ਆਵੀਆ, ਰੀਤ ਮਰਿਆਦਾ ਆ ਗਈ ਹੈ। ਉਸ ਨੂੰ ਇੱਕ ਨਾਮ ਜਪਣ ਤੋਂ ਬਗੈਰ ਸਾਰੀ ਦੁਨੀਆ ਰੀਤ ਆਵੀਆ ਖਾਲੀ ਦਿਸਦੀ ਹੈ। ਮਨ ਦਰਸ਼ਨ ਕੀ ਪਿਆਸ, ਉਸ ਜਿਗਿਆਸੂ ਰੂਪ ਇਸਤਰੀ ਦੇ ਮਨ ਹਿਰਦੇ ਵਿੱਚ ਪਤੀ ਪਰਮੇਸ਼ਰ ਦੇ ਦਰਸ਼ਨ ਦੀਦਾਰਾਂ ਦੀ ਪਿਆਸ ਤ੍ਰੇ ਲੱਗੀ ਆ। ਦਸ ਤੇਰੇ ਕੀ ਪਿਆਸ ਮਨ ਲੱਗੀ, ਤੇ ਉਹ ਫਿਰ ਇਸ ਤਰ੍ਹਾਂ ਦੀ ਪਿਆਸ ਲੱਗੀ ਹੈ। ਚਰਨ ਦਾਸ ਆਵੀਆ, ਇਸ ਕਰਕੇ ਉਸਨੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਚਰਨ ਦਾਸ ਆਵੀਆਂ ਦਾਸੀਆਂ ਭਾਵ ਸੁਭਾਅ ਧਾਰਨ ਕਰ ਲਿਆ ਉਹਨਾਂ ਵਾਲਾ, ਕਿਉਂਕਿ ਮਨ ਤਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ। ਇਸ ਪ੍ਰਕਾਰ ਇਹ ਦਰਸ਼ਨਾਂ ਤੇ ਆਨੰਦ ਪ੍ਰਾਪਤ ਕਰ ਲਿਆ ਹੈ ਕਿ ਇਸ ਪ੍ਰਕਾਰ ਫਿਰ ਦਾਦੇ ਨੇ ਸੋਭਾ ਬਣੀ ਸੀਗਾਰ ਖਸਮ ਜਾਂ ਰਾਵੀਆ, ਜਾਂ ਜਦੋਂ ਖਸਮ ਮਾਲਕ ਪਰਮੇਸ਼ਰ ਨੇ ਉਸ ਨੂੰ ਆਪਣੇ ਵਿੱਚ ਰਾਵੀਆ ਅਭੇਦ ਕਰ ਲਿਆ, ਜਾਂ ਫਿਰ ਇਉਂ ਸਮਝੋ ਜਦੋਂ ਉਸਨੇ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਰਾਵੀਆ ਮੰਨਣਾ ਕੀਤਾ ਹੈ ਜਾਂ ਭੋਗਣਾ ਕੀਤਾ, ਜਦੋਂ ਉਸ ਦੀ ਜਿਹੜੀ ਪ੍ਰੇਮਾ ਭਗਤੀ ਕਰਕੇ ਉਸ ਦੀ ਪ੍ਰੇਮਾ ਭਗਤੀ ਕਰਕੇ ਸ੍ਰੇਸ਼ਟ ਸੋਭਾ ਮਹਿਮਾ ਬਣ ਆਈ ਹੈ ਅਤੇ ਸ਼ੁਭ ਗੁਣਾ ਰੂਪੀ ਸ਼ਿੰਗਾਰ ਵੀ ਉਸ ਦਾ ਸਫਲਾ ਹੋ ਗਿਆ ਹੈ। ਮਿਲਿਆ ਆਏ ਸੰਜੋਗ, ਜਦੋਂ ਜਿਗਿਆਸੂ ਰੂਪ ਸਖੀ ਤੇ ਉਸ ਪਰਮੇਸ਼ਰ ਵਾਹਿਗੁਰੂ ਸਾਰੀ ਇਹ ਵੀ ਇਕੱਠੀ ਬੋਲ ਲਓ ਜੀ। ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ, ਜਾਂ ਜਦੋਂ ਜਿਗਿਆਸੂ ਰੂਪ ਸਖੀ ਦੀ ਤਿਸ ਉਸ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਭਾਉ ਭਗਤੀ ਭਾਵੀਆ ਭਾ ਗਈ, ਚੰਗੀ ਲੱਗੀ, ਉਹ ਫਿਰ ਪੂਰਬਲੇ ਨਿਸ਼ਕਾਮ ਕਰਮਾਂ ਦੇ ਸੰਜੋਗ ਮੇਲ ਕਰਕੇ ਸਤ ਸੰਗਤ ਦੁਆਰਾ ਪਤੀ ਪਰਮੇਸ਼ਰ ਦੇ ਨਾਲ ਆ ਕਰਕੇ ਮਿਲ ਗਈ ਹੈ। ਸ਼ਲੋਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਕੇ ਸ਼ਲੋਕ ਉਚਾਰਨ ਕਰਦੇ ਹਨ ਜੀ। ਹਬ ਗੁਣ ਤੈਡੇ ਨਾਨਕ ਜੀਓ ਮੈਂ ਕੂ ਥੀਏ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀਓ ਜੀ, ਹਬ ਸਾਰੇ, ਤੇ ਇਹ ਪੋਠੋਹਾਰ ਵਾਲੇ ਪਾਸੇ ਇਹੀ ਬੋਲੀ ਹੈ, ਲਹਿੰਦੇ ਦੀ ਬੋਲੀ ਹੈ। ਆਪਾਂ ਸਭ ਕਹਿੰਦੇ, ਉਹ ਹਬ ਕਹਿੰਦੇ ਨੇ। ਆਪਾਂ ਸੱਸਾ ਵਰਦੇ ਆ, ਉਹ ਹਾਹਾ ਵਰਦੇ ਨੇ। ਹਬ ਸਾਰੇ ਗੁਣ ਉਪਕਾਰ ਆਦਿ ਜਿੰਨੇ ਵੀ ਤੇਰੇ ਬਖਸ਼ੇ ਹੋਏ ਹੈ, ਤੇਰੇ ਬਖਸ਼ੇ ਹੋਏ ਨੇ। ਮੈਂ ਸੱਚੇ ਪਾਤਸ਼ਾਹ ਕੂ ਤਾਈ, ਤੇ ਮੇਰੇ ਤਾਈ ਥੀਏ ਪ੍ਰਾਪਤ ਹੋਏ ਨੇ। ਜੇ ਪ੍ਰਾਪਤ ਹੋਏ ਨੇ ਤੇਰੇ ਕੋਲੋਂ ਹੀ ਹੋਏ ਨੇ। ਇਸ ਕਰਕੇ ਮੈਂ ਨਿਰਗੁਣ ਤੇ ਕਿਆ ਹੋਵੇ, ਮੈਥੋਂ ਨਿਰਗੁਣ ਗੁਣਾ ਤੋਂ ਰਹਿਤ ਤੇ ਤੂੰ ਭਲਾ ਕੀ ਹੋ ਸਕਦਾ ਹੈ? ਨਹੀਂ ਹੋ ਸਕਦਾ।
ਮੈਥੋਂ ਨਿਰਗੁਣ ਪਾਸੋਂ ਕੀਤੇ ਉਪਕਾਰਾਂ ਦਾ ਕੀ ਮੁੱਲ ਹੋ ਸਕਦਾ ਹੈ? ਭਾਵ ਕੋਈ ਮੁੱਲ ਨਹੀਂ ਹੋ ਸਕਦਾ। ਤੋ ਜੀਵੜ ਦਾਤਾਰ ਨਾ ਕੋਈ, ਤੁਧ ਜੀਵੜ ਦਾਤਾਰ ਮੈਂ ਕੋਈ ਨਦਰ ਨਾ ਆਵੇ। ਹੇ ਵਾਹਿਗੁਰੂ, ਤੇਰੇ ਵਰਗਾ ਕੋਈ ਹੈ ਹੀ ਨਹੀਂ। ਇਸ ਤਰ੍ਹਾਂ ਦਾ ਵੀ ਪ੍ਰਮਾਣ ਦਿੱਤਾ ਗਿਆ, ਇਹ ਨਾਲ ਮਿਲਦਾ ਸੀ। ਇੱਥੇ ਕਿਹਾ ਤੋ ਜੀਵੜ ਦਾਤਾਰ ਨਾ ਕੋਈ। ਹੇ ਪਰਮੇਸ਼ਰ, ਤੋ ਤੇਰੇ ਜੀਵੜ, ਹੋਰ ਕੋਈ ਦਾਤਾ ਨਹੀਂ ਹੈ। ਦਾਤਾਰ ਦਾਤਾਂ ਦੇਣ ਵਾਲਾ ਨਹੀਂ। ਤੋ ਸੋ ਨਹੀਂ ਦਾਤਾ ਕੋ ਮੋਹ ਸੋ ਨਾ ਭਿਖਾਰੀ ਦੀਨ। ਤੋ ਸੋ ਨਾ ਦਇਆਲ ਦੁਖੀ ਮੋਹ ਸੋ ਨਾ ਅਲਾਈ ਹੈ। ਮੋਹ ਸੋ ਨਹੀਂ ਕਿਰਤ ਕਣ ਤੋ ਸੋ ਉਪਕਾਰੀ ਨਹੀਂ। ਇਸ ਤਰ੍ਹਾਂ ਭਾਈ ਸਾਹਿਬ ਨੇ ਭਾਵਨਾ ਚਾਹ ਕੇ ਕਿਹਾ ਹੈ। ਇਸ ਕਰਕੇ ਤੇਰੇ ਵਰਗਾ ਕੋਈ ਦਾਤਾ ਨਹੀਂ ਮਹਾਰਾਜ। ਖੰਡਾਂ ਬ੍ਰਹਮੰਡਾਂ 'ਚ ਸਭ ਨੂੰ ਦਾਨ ਦੇਣ ਵਾਲਾ ਹੈ। ਜਾਚਕ ਸਦਾ ਜਾਚੋ ਹੈ। ਇਸ ਕਰਕੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਸ ਕਰਕੇ ਜਾਚਕ ਸਦਾ ਜਾਚੋਵੈ। ਮੈਂ ਜਾਚਕ ਮੰਗਤਾ ਹਾਂ, ਮੰਗਤਾ ਬਣ ਕੇ ਸਦਾ ਹੀ ਆਪ ਜੀ ਦੇ ਦਰਸ਼ਨਾਂ ਨੂੰ, ਨਾਮ ਨੂੰ ਮੰਗਦਾ ਰਹਿੰਦਾ ਹਾਂ। ਜਾਚੋਵੈ ਦਾ ਅਰਥ ਹੀ ਮੰਗਣਾ, ਮੰਗਦਾ ਰਹਿੰਦਾ ਹਾਂ। ਮਹੱਲਾ ਪੰਜਵਾ। ਅੱਗੇ ਮਹੱਲਾ ਉਚਾਰਨ ਕਰਦੇ ਹਨ ਜੀ। ਦੇਹ ਸਜੰਦੜੀ ਊਣ ਮਝੂਣਾ। ਇਹ ਭਾਈ ਪਾਠ ਦੀ ਘੁੰਡੀ ਹੈ, ਇਸ ਨੂੰ ਸਮਝੋ, ਨੋਟ ਕਰੋ। ਇਹ ਦੋ ਪਾਠ ਨੇ। ਮੁੱਖ ਪਾਠ ਊਣ, ਊਣ ਕਹਿ ਕੇ ਮਝੂਣਾ, ਇਹ ਹੈਗਾ ਮੁੱਖ ਪਾਠ। ਦੂਸਰਾ ਪਾਠ ਹੈ ਊਣ ਮਝੂਣਾ, ਉਹ ਅਰਥ ਦੇ ਵਿੱਚ ਕੀਤਾ ਜਾਏਗਾ। ਤੁਸੀਂ ਪਾਠ ਦੇ ਵਿੱਚ ਇਹ ਪਕਾਉਣਾ ਹੈ। ਇਸ ਕਰਕੇ ਇਹਨੂੰ ਉਵੇਂ ਊਣ ਕਹਿ ਕੇ ਮੰਮਾ ਅੱਖਰ ਉਧਰ ਲੈਣਾ, ਮਝੂਣਾ ਕਹਿਣਾ ਹੈ। ਊਣ ਮਝੂਣਾ ਅਰਥ ਬਣਿਆ ਪ੍ਰਤੱਖ ਦੇਹ ਕਾਇਆ। ਇਸ ਕਾਇਆ ਦੇ ਛਿਜੰਦੜੀ, ਛਿੱਦਣ, ਛੁੱਟਣ ਵੇਲੇ, ਨਾਸ ਹੋਣ ਵੇਲੇ ਕੀ ਹੋਊਗਾ? ਤੇ ਮਝੂਣਾ ਵਿਚਲਾ ਭਾਵ ਹਿਰਦਾ ਸੁਭ ਗੁਣਾ ਤੋਂ ਊਣ ਖਾਲੀ ਸੀ ਮੇਰਾ। ਇਸ ਕਰਕੇ ਹਿਰਦੇ ਦੇ ਆਪਣੇ ਆਪ ਨੂੰ ਸੁਭ ਗੁਣਾ ਤੋਂ ਖਾਲੀ ਵੇਖਿਆ ਮੈਂ। ਕਾਇਆ ਦੇ ਨਾਸ ਹੋਣ ਵੇਲੇ ਜੀਵ ਆਤਮਾ ਆਪਣੇ ਆਪ ਨੂੰ ਨਿਰਾਸ਼ਾ ਵੇਖ ਕੇ ਉਸ ਵੇਲੇ ਫਿਰ ਊਣਮ ਝੂਣਾ, ਨਿਮੋ ਝੂਣਾ ਹੋਊਗਾ। ਇਹ ਅੰਮ੍ਰਿਤਸਰ ਦਾ ਪਾਠ ਹੈ। ਦਮਦਮੀ ਸਾਹਿਬ ਦਾ ਉਹੀ ਹੈ ਜਿਹੜਾ ਊਣ ਮਝੂਣਾ ਹੈ। ਇਹ ਜੀਵ ਆਤਮਾ ਫਿਰ ਇਉਂ ਨਕਾਰਾ ਵੇਖ ਕੇ ਊਣ ਮਝੂਣਾ, ਨਿਮੋ ਝੂਣਾ ਹੋ ਗਿਆ ਹੈ। ਪਰਮੇਸ਼ਰ ਦੇ ਨਾਮ ਸਿਮਰਨ ਆਨੰਦ ਤੋਂ ਊਣਾ ਖਾਲੀ ਬਗੈਰ ਹਿਰਦਾ ਇਹ ਫਿਰ ਝੂਰ ਰਿਹਾ। ਪਰ ਇਹ ਸੱਚੇ ਪਾਤਸ਼ਾਹ ਗੁਰ ਸੱਜਣ ਜੀਉ ਧਰਾਇਆ। ਸੱਜਣ ਮਿੱਤਰ ਰੂਪ ਗੁਰੂ ਸਤਿਗੁਰੂ ਜੀ, ਸਤਿਗੁਰੂ ਨੇ ਜੀਉ ਹਿਰਦੇ ਵਿੱਚ ਧੀਰਜਤਾ ਦੇ ਤਾਂ ਹੀ ਧਰਾਇਆ, ਧਰਾਉਣਾ ਕੀਤਾ ਕਿ ਅਜੋਂ ਕੁਛ ਬਿਗੜੇ ਉਹਨੇ ਜੋ ਪ੍ਰਭ ਗੁਣ ਗਾਵੇ। ਹਿਰਦੇ ਵਿੱਚ ਨਾਮ ਨੂੰ ਧਰਾਉਣਾ ਕੀਤਾ। ਗੁਰਾਂ ਨੇ ਉਪਦੇਸ਼ ਦੇ ਕੇ ਸੱਜਣ ਅਕਾਲ ਪੁਰਖ ਦੇ ਨਾਲ ਮਿਲਾ ਕੇ ਦਿਲ ਧਰਾ ਦਿੱਤਾ, ਮੇਰਾ ਲਗਾ ਦਿੱਤਾ ਉਧਰ। ਭਾਵ ਸਤਿਗੁਰਾਂ ਨੇ ਉਪਦੇਸ਼ ਦੁਆਰਾ ਸਮਝਾ ਦਿੱਤਾ ਕਿ ਪਰਮੇਸ਼ਰ ਹਵਾ ਕਿ ਤੇਰੇ ਅੰਗ ਸੰਗ ਹੀ ਹੈ, ਤੂੰ ਚਿੰਤਾ ਨਾ ਕਰ। ਹੱਬੇ ਸੁਖ ਸੁਹਿਲੜਾ ਸੁੱਤਾ। ਲੋਕ ਪਰਲੋਕ ਦੇ, ਜੀਵਨ ਮੁਕਤੀ ਦੇ, ਵਿਦੇਹ ਮੁਕਤੀ ਆਦਿ ਦੇ ਇਹਨਾਂ ਸੁੱਖਾਂ ਨੂੰ ਪਾ ਕੇ ਬ੍ਰਹਮਾਨੰਦ ਰੂਪੀ ਸੁਖ ਦੇ ਸਹਿਤ ਸੁਹੇਲੜਾ, ਸੁਖੀ ਹੋ ਕੇ ਤੇ ਫਿਰ ਇਹਦੋਂ ਜਿਹੜਾ ਨਿਰਵਿਕਲਪ ਸਮਾਧੀ ਹੈ, ਇਹ ਨੀਂਦ ਹੈ, ਇਹਦੇ ਵਿੱਚ ਸੁੱਤਾ ਸੌਣਾ ਭਾਵ ਵਿਰਾਜਣਾ ਕੀਤਾ ਹੈ। ਜਿੱਤਾ ਜਗ ਸਬਾਇਆ। ਅਨੁਭਵ ਕੀਤਾ ਕਿ ਸਬਾਇਆ ਸਾਰਾ ਜਗ ਸੰਸਾਰ ਜਿੱਤਾ ਜਿੱਤ ਲਿਆ। ਇਸ ਪ੍ਰਕਾਰ ਮਨ ਜਿੱਤਿਆ ਜਗ ਜੀਤ, ਸੰਸਾਰ ਹੀ ਜਿੱਤਿਆ ਗਿਆ। ਇਹ ਅਨੁਭਵ ਕੀਤਾ ਫਿਰ ਉਸ ਵੇਲੇ। ਤੇ ਇਉਂ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਹਨ ਜੀ ਪੌੜੀ। ਤੇ ਅੱਗੇ ਪੌੜੀ ਕਥਨ ਕਰਦੇ ਮਹਾਰਾਜ। ਵੱਡਾ ਤੇਰਾ ਦਰਬਾਰ। ਤੇ ਮਹਾਰਾਜ ਕਹਿੰਦੇ ਨੇ, ਹੇ ਪਰਮੇਸ਼ਰ ਜੀ, ਹੇ ਵਾਹਿਗੁਰੂ ਜੀ, ਤੇਰਾ ਸਾਧ ਸੰਗਤ ਰੂਪੀ ਦਰਬਾਰ ਦੁਨੀਆ ਦੇ ਪਾਤਸ਼ਾਹਾਂ ਦੇ ਦਰਬਾਰਾਂ ਤੋਂ ਤੇ ਇੰਦਰ ਦੀ ਸਭਾ ਨਾਲੋਂ ਤੇ ਤਿੰਨਾਂ ਲੋਕਾਂ ਦੇ ਵਿੱਚੋਂ ਇਹ ਤੇਰਾ ਦਰਬਾਰ ਵੱਡਾ ਹੈ। ਇਹਦੇ ਵਰਗਾ ਕੋਈ ਵੱਡਾ ਦਰਬਾਰ ਨਹੀਂ ਜਿਹੜਾ ਸਾਧ ਸੰਗਤ ਹੈ। ਵੱਡਾ ਤੇਰਾ ਦਰਬਾਰ। ਤੇ ਅੱਗੇ ਦੱਸਦੇ ਹਨ ਜੀ ਸੱਚਾ ਤੁਧ ਤਖਤ। ਹਿਰਦੇ ਚ ਨਿਸ਼ਚਾ ਹੋਣ ਰੂਪ ਤਖਤ ਵੀ ਤੇਰਾ ਸੱਚਾ ਹੈ। ਇਸੇ ਪ੍ਰਕਾਰ ਜੀ ਵੱਡਾ ਤੇਰਾ ਦਰਬਾਰ। ਤੇਰਾ ਵੈਕੁੰਠ ਰੂਪ ਦਰਬਾਰ, ਤੇਰਾ ਸੱਚਖੰਡ ਰੂਪੀ ਦਰਬਾਰ ਵੀ ਵੱਡਾ ਹੈ। ਬੋਲੋ ਜੀ ਸੱਚਾ। ਸੱਚਾ ਤੁਧ ਤਖਤ। ਸਾਧ ਸੰਗਤ ਰੂਪੀ ਤਖਤ ਵੀ ਤੇਰਾ ਸੱਚਾ ਹੈ।
ਜਾਂ ਅੰਤਸ਼ਕਰਨ ਰੂਪ ਜਾਂ ਅੰਤਸ਼ਕਰਨ ਦਾ ਦੈਵੀ ਸੰਪਦਾ ਬ੍ਰਹਮ ਗਿਆਨ ਦੇ ਸਹਿਤ ਹੋਣ ਰੂਪ ਤਖਤ ਵੀ ਸੱਚਾ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਤੇਰਾ ਸਰੂਪ ਰੂਪੀ ਦਰਬਾਰ ਵੀ ਵੱਡਾ, ਤ੍ਰੈ ਕਾਲਵਾਦ ਰੂਪ ਹੈ, ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਹੋਣ ਵਾਲਾ, ਤ੍ਰੈ ਕਾਲ ਅਵਧ ਤਿੰਗ ਸਤਤਯੰ, ਅਤੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ, ਤੇ ਜਿਹੜਾ ਸੱਚਾ ਤੁਧ ਤਖਤ ਗਿਆਨ ਰੂਪੀ ਤਖਤ ਵੀ ਸੱਚਾ ਹੈ। ਸਿਰ ਸਾਹਾ ਪਾਤਸ਼ਾਹ, हे ਪਰਮੇਸ਼ਰ ਤੂੰ ਕਮੇਰ ਭੰਡਾਰੀ ਜਾਂ ਆਦ ਸਾਹਾ ਸਾਹੂਕਾਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦ ਇਹ ਪਾਤਸ਼ਾਹਾਂ ਤੋਂ ਵੀ ਸਿਰ ਸ਼੍ਰੋਮਣੀ ਹੈ। ਇਸ ਕਰਕੇ ਨਿਹਚਲ ਚੌਰ ਛਤ, ਤੇਰਾ ਹੁਕਮ ਰੂਪੀ ਚੌਰ ਚਵਰ ਜਿਹੜਾ ਚੌਰ ਜਸ ਰੂਪੀ ਚੌਰ ਤੇ ਛਤ ਛਤਰ ਨਿਹਚਲ ਅਚਲ ਰਹਿਣ ਵਾਲਾ ਹੈ। ਜਸ ਰੂਪੀ ਚੌਰ ਅਪਰੋਖ ਗਿਆਨ ਰੂਪੀ ਛਤਰ ਇਹ ਅਚਲ ਰਹਿਣ ਵਾਲੇ ਹਨ। ਜੋ ਭਾਵੈ ਪਾਰ ਬ੍ਰਹਮ, हे ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪ੍ਰਭੂ ਜੀ ਜਿਹੜਾ ਤੈਨੂੰ ਭਾਉਂਦਾ ਹੈ, ਜੋ ਭਾਵੇ ਪਾਰ ਬ੍ਰਹਮ, ਜੋ ਤੈਨੂੰ ਭਾਉਂਦਾ ਹੈ ਚੰਗਾ ਲੱਗਦਾ ਹੈ, ਸੋਈ ਸੱਚ ਨਿਆਉ, ਉਹੀ ਸੱਚਾ ਨਿਆਂ ਇਨਸਾਫ ਹੈ, ਉਹੀ ਤੇਰੇ ਸੱਚ ਸਰੂਪ ਦੀ ਪ੍ਰਾਪਤੀ ਦਾ ਨਿਆਂ ਨਿਰਣਾ ਹੈ। ਜੀ ਭਾਵੈ ਪਾਰ ਬ੍ਰਹਮ, ਇਹ ਪਾਰਬ੍ਰਹਮ ਪਰਮੇਸ਼ਰ ਜੋ ਤੈਨੂੰ ਚੰਗਾ ਲੱਗਦਾ ਹੈ। ਨਿਥਾਵੀ ਮਿਲੈ ਥਾਉ, ਤਾਂ ਥਾਂ ਹੀਣਿਆਂ ਪੁਰਖਾਂ ਨੂੰ ਸੱਚਖੰਡ ਰੂਪੀ ਥਾਂ ਮਿਲ ਜਾਂਦਾ ਹੈ। ਜਿਵੇਂ ਡੱਲੇ ਨੂੰ ਮਿਲਿਆ ਸੀ, ਕਿਹਾ ਸੀ ਮਹਾਰਾਜ ਪੀੜੀ ਜਿੰਨੀ ਥਾਂ ਚਾਹੀਦੀ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲੈ, ਭਾਵੇਂ ਮੰਜੇ ਦੀ ਨਹੀਂ ਥਾਂ ਲੈ ਲਈ, ਏਕੜ ਨਹੀਂ ਨਿਗੁਰੇ ਨੂੰ ਨਹੀਂ, ਇਹ ਮਹਾਰਾਜ ਸਾਹਿਬ ਨੇ ਕਿਹਾ ਸੀ। ਇਸ ਕਰਕੇ ਉਹਨਾਂ ਨੂੰ ਥਾਂ ਮਿਲਦੀ ਹੈ। ਜੋ ਕੀਨੀ ਕਰਤਾਰ, हे ਕਰਤਾਰ ਪਰਮੇਸ਼ਰ ਜਿਹੜੀ ਤੂੰ ਕੀਨੀ ਕੀਤੀ ਹੈ, ਜੋ ਕਰ ਰਿਹਾ ਹੈ, ਸਾਈ ਭਲੀ ਗੱਲ, ਇਹਨੂੰ ਭਾਈ ਗੱਲ ਕਰਨਾ। ਜੇ ਤਾਂ ਗੱਲ ਕਹਿ ਦਿੱਤਾ ਤਾਂ ਗੱਲ ਬਣ ਗਿਆ ਕੰਠ, ਅੱਖਰ ਉਹੀ ਨਾ, ਤੇ ਇਹਨੂੰ ਗੱਲ, ਤੇ ਉਹੀ ਗੱਲ ਚੰਗੀ ਹੈ। ਕਹਿੰਦਾ ਫਲਾਣਾ ਗੱਲਾਂ ਕਰਦਾ, ਐਂ ਤਾਂ ਨਹੀਂ ਕਰਦੇ ਫਲਾਣਾ ਗੱਲਾਂ ਕਰਦਾ, ਉਹਦਾ ਅੱਖਰ ਹੀ ਨਹੀਂ ਬਣਦਾ। ਉਹੀ ਗੱਲ ਚੰਗੀ ਹੈ, ਤੇਰੀ ਹੁਕਮ ਰੂਪੀ ਗੱਲ ਚੰਗੀ ਹੈ। ਜਿਨੇ ਪਛਾਤਾ ਖਸਮ, हे ਖਸਮ ਮਾਲਕ ਪਰਮੇਸ਼ਰ ਜੀ ਜਿਨ੍ਹਾਂ ਨੇ ਤੈਨੂੰ ਗੁਰਾਂ ਦੁਆਰਾ ਪਛਾਤਾ ਪਛਾਣ ਲਿਆ ਹੈ, ਸਿਦਗਾਹ ਮਲ, ਤੇ ਉਹ ਫਿਰ हे ਪਰਮੇਸ਼ਰ ਜਿਨ੍ਹਾਂ ਨੇ ਤੇਰੇ ਸਰੂਪ ਨੂੰ ਪਛਾਣ ਲਿਆ ਨਾ, ਉਹ ਤੇਰੇ ਦਰ ਗਾਹ, ਦਰ ਅੰਦਰ ਹਿਰਦੇ ਰੂਪੀ ਗਾਹ ਜਗ੍ਹਾ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਨੂੰ ਉਹਨਾਂ ਨੇ ਮਲ ਦਿੱਤਾ ਹੈ, ਜਾਂ ਵਿਕਾਰਾਂ ਰੂਪੀ ਪਹਿਲਵਾਨਾਂ ਨੂੰ ਮਲ ਦਿੱਤਾ ਹੈ। ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ, ਦੂਰ ਕਰ ਦਿੱਤਾ ਹੈ। ਤੁਰਿਆ ਪਦ ਰੂਪੀ ਦਰਗਾਹ ਨੂੰ ਮਲ ਲੈਣਾ ਕੀਤਾ ਹੈ। ਇਸ ਕਰਕੇ ਹਉ ਗੁਸਾਈ ਦਾ ਪਹਿਲਵਾਨੜਾ ਹੋ ਗਿਆ। ਮੈਂ ਗੁਸਾਈ ਪਰਮਾਤਮਾ ਦਾ ਪਹਿਲਵਾਨੜਾ, ਮੈਂ ਪਹਿਲਵਾਨ ਆ ਰੱਬ ਦਾ ਪਹਿਲਵਾਨ ਆ। ਮੈਂ ਰਾਜਾ ਮਹਾਰਾਜ ਦੇ ਪਹਿਲਵਾਨ ਰੱਖੇ ਹੁੰਦੇ ਸੀ। ਕਹਿੰਦੇ ਕਿਹਾ ਜਾ ਪਹਿਲਵਾਨ ਹੈ, ਕਹਿੰਦੇ ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ, ਮੇਰੇ ਗੁਰੂ ਨੇ ਮੇਰੀ ਕੰਡ ਤੇ ਹੱਥ ਰੱਖਿਆ ਤੇ ਮੈਂ ਪੰਜ ਨੂੰ ਚਿੱਤ ਕਰ ਦਿੱਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮੈਂ ਐਸਾ ਮੱਲ ਬਣਿਆ, ਪਹਿਲਵਾਨ ਬਣਿਆ ਹਾਂ, ਇਉਂ ਦਰਗਾਹ ਦਾ ਪਹਿਲਵਾਨ ਹੋਇਆ। ਸਹੀ ਤੇਰਾ ਫੁਰਮਾਨ, हे ਪਰਮੇਸ਼ਰ ਤੇਰਾ ਫੁਰਮਾਨ ਹੁਕਮ ਸਹੀ ਹੈ, ਇਹਨੂੰ ਕੋਈ ਗਲਤ ਕਹਿੰਦਾ ਤਾਂ ਆਪ ਗਲਤ ਹੋਏਗਾ। ਜੋ ਤੂੰ ਕਰਹਿ ਕਰਾਵੇ ਸੁਆਮੀ ਸਾ ਮਸਲਤ ਪ੍ਰਵਾਨ, ਸੱਚਾ ਹੈ ਉਹ ਕਿਨੈ ਨਾ ਫੇਰੀਐ। ਉਹਨੂੰ ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਫੇਰ ਸਕਦੇ, ਮੋੜ ਨਹੀਂ ਸਕਦੇ। ਜੀਵ ਤਾਂ ਕਿਹੜੇ ਵਾਗ ਦੀ ਮੂਲੀ ਹੈ, ਇਹ ਉਲਟਾਇਆ ਨਹੀਂ ਜਾਂਦਾ, ਮੋੜਿਆ ਨਹੀਂ ਜਾ ਸਕਦਾ। ਕਾਰਣ ਕਰਨ ਕਰੀਮ, हे ਪਰਮੇਸ਼ਰ ਤੂੰ ਆਪ ਹੀ ਸਾਰੇ ਕਾਰਨ ਕਾਰਜਾਂ ਅਤੇ ਕਰਨ ਵਾਲਾ, ਕਾਰਨ ਰੂਪ ਵੀ ਆਪੇ, ਕਾਰਜ ਵੀ, ਕਾਰਨ ਕਰਨ ਵਾਲਾ ਵੀ ਤੇ ਕਾਰਜ ਰੂਪ ਵੀ ਆਪ ਹੀ ਹੈ, ਕਰਨ ਵਾਲਾ ਵੀ ਆਪੇ, ਕਰਾਉਣ ਵਾਲਾ ਵੀ ਆਪ ਹੈ। ਆਪ ਹੀ ਫਿਰ ਕਰੀਮ ਕਰਮ ਬਖਸ਼ੀ ਕਰਨ ਵਾਲਾ ਹੈ, ਤੇ ਆਪ ਹੀ ਕੁਦਰਤ ਤੇਰੀ ਹੈ, ਤੇ ਆਪ ਹੀ ਕਿਰਪਾਲਤਾ ਕਰਨ ਵਾਲਾ ਹੈ। ਸਭ ਤੇਰੀ ਹੈ, ਤੇਰੀ ਹੀ ਕੁਦਰਤ ਸ਼ਕਤੀ ਹੈ, ਤੇਰੀ ਕੁਦਰਤ ਤੂੰ ਆਪ ਹੀ ਜਾਣਦਾ ਹੈ। ਕੁਦਰਤ ਤੇਰੀ ਹੈ। ਸੈਂਕੜੇ ਥਾਵਾਂ ਤੇ ਕੁਦਰਤ ਦਾ ਨਿਰਣਾ ਆ ਗਿਆ ਵੀ ਰੱਬ ਦੇ ਅਧੀਨ ਹੈ, ਪਰ ਅੱਜ ਦੇ ਪ੍ਰਚਾਰਕ ਫਿਰ ਵੀ ਇਹ ਗੱਲ ਕਹਿਣ ਵੀ ਕੁਦਰਤ ਹੈ ਜੀ, ਰੱਬ ਕੋਈ ਨਹੀਂ ਹੁੰਦਾ। ਇਹ ਅਣਜਾਣਪਣਾ ਹੈ। ਤੇ ਕਾਰਨ ਕਰਨ ਇਹਦਾ ਵਿਧਾਨ ਦੇ ਵਿੱਚ ਪ੍ਰਕਰਨ ਆਉਂਦਾ ਹੈ ਕਿ ਪਰਮਾਤਮਾ ਆਪ ਹੀ ਸੰਸਾਰ ਦਾ ਉਪਾਦਾਨ ਕਾਰਨ ਹੈ, ਆਪ ਹੀ ਨਿਮਿਤ ਕਾਰਨ ਹੈ। ਇਹ ਦੋ ਹੁੰਦੇ ਨੇ ਕਾਰਨ, ਇੱਕ ਉਪਾਦਾਨ ਕਾਰਨ, ਇੱਕ ਨਿਮਿਤ ਕਾਰਨ। ਤੇ ਬਲਕਿ
ਆਪ ਹੀ ਅਭਿੰਨ ਉਪਾਦਾਨ ਤੇ ਨਿਮਿਤ ਕਾਰਨ ਹੈ। ਆਪ ਹੀ ਅਭਿੰਨ ਵੀ ਹੈ ਤੇ ਕਾਰਨ ਵੀ ਹੈ। ਉਹ ਇਹਦੇ 'ਚ ਮਿਸਾਲ ਹੈ ਜਿਵੇਂ ਮੱਕੜੀ ਹੈ। ਮੱਕੜੀ ਜਾਲਾ ਤਣਦੀ ਹੈ। ਕਿਸੇ ਗਵਾਂਢੀਆਂ ਤੋਂ ਸੂਤ ਨਹੀਂ ਲੈ ਕੇ ਆਈ ਵੀ ਸੂਤ ਦੇ ਦੇ ਮੈਂ ਤਾਣਾ ਬਾਣਾ ਤੜਨਾ ਹੈ। ਜਲਾਹਾ ਤਾਣਾ ਤਣੂਗਾ ਤਾਂ ਸੂਤ ਵੱਖਰਾ ਹੈ। ਉਹ ਸੂਤਰ ਮੂੰਹ ਚੋਂ ਕੱਢਦੀ ਹੈ। ਉਹ ਮੱਕੜੀ ਜਿਹੜਾ ਜਾਲੇ ਦਾ ਉਪਾਦਾਨ ਕਾਰਨ ਵੀ ਆਪ ਹੀ ਹੈ ਤੇ ਉਹਦਾ ਜਿਹੜਾ ਸੂਖਮ ਸਰੀਰ ਹੈ ਉਹ ਨਿਮਿਤ ਕਾਰਨ ਹੈ। ਤੇ ਘੁਮਿਆਰ ਹੈ ਉਹ ਜਦੋਂ ਘੜਾ ਬਣਾਉਂਦਾ ਹੈ, ਮਿੱਟੀ ਦਾ ਬਰਤਨ ਬਣਾਉਂਦਾ ਹੈ ਤਾਂ ਮਿੱਟੀ ਜਿਹੜਾ ਘੜੇ ਦਾ ਉਪਾਦਾਨ ਕਾਰਨ ਹੈ ਤੇ ਘੁਮਿਆਰ ਨਿਮਿਤ ਕਾਰਨ ਹੈ। ਚਲੋ ਹੋਰ ਚੀਜ਼ਾਂ ਵੀ ਹੈ ਨਾਲ ਸਹਿਕ, ਮੈਂ ਜਿਹੜਾ ਅੱਗੇ ਕਿਉਂਕਿ ਸ਼ਬਦ ਰਹਿੰਦਾ ਸਮਾਂ ਸਮਾਪਤੀ ਦੇ ਨੇੜੇ ਚਲਿਆ ਗਿਆ ਤੇ ਇਸ ਕਰਕੇ ਪਰ ਪਰਮਾਤਮਾ ਆਪ ਹੀ ਉਪਾਦਾਨ ਕਾਰਨ ਤੇ ਆਪ ਹੀ ਨਿਮਿਤ ਕਾਰਨ ਹੈ, ਪਰ ਅਭਿੰਨ ਨਿਮਿਤ ਉਪਾਦਾਨ ਕਾਰਨ ਹੈ। ਵੱਖਰਾ ਵੀ ਰਹਿੰਦਾ ਹੈ। ਦੀਸੈ ਸਭ ਸੰਗ ਰਹੇ ਲੇਪਾ ਨਹਿ ਵਿਆਪਿਆ ਉਨਮਾਈ, ਐਸਾ ਪਰਮੇਸ਼ਰ ਹੈ ਕਿ ਤਾਂ ਉਹਨੂੰ ਕਿਹਾ ਕਾਰਨ ਕਰਨ ਕਰੀਮ, ਕਰੀਮ ਬਖਸ਼ੀ ਕਰਨ ਵਾਲਾ ਕੁਦਰਤ ਤੇਰੀ ਹੈ ਸ਼ਕਤੀ ਮਹਾਰਾਜ। ਸ਼ਲੋਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਕੇ ਸ਼ਲੋਕ ਚਾਰਦੇ ਆ ਜੀ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ। ਤੇਰੇ ਵਰਗਾ ਮਹਾਰਾਜ ਸੋਏ ਸੁੰਦੜੀ, ਤੇਰੀ ਕਣਸੋ ਸੁਣ ਕੇ, ਸ਼ੋਭਾ ਸੁਣ ਕੇ ਮੇਰਾ ਤਨ ਸਰੀਰ ਤੇ ਮਨ ਹਿਰਦਾ ਮੌਲਾ ਪ੍ਰਫੁੱਲਤ ਹੋ ਗਿਆ। ਤੇਰੀ ਸ਼ੋਭਾ ਸੁਣ ਕੇ ਮਹਾਰਾਜ। ਨਾਮ ਜਪੰਦੜੀ ਲਾਲੀ। ਤੇਰਾ ਨਾਮ ਜਪੰਦੜੀ ਜਪਣ ਕਰਕੇ ਗਿਆਨ ਤੇ ਭਗਤੀ ਦੀ ਲਾਲੀ ਚੜ ਗਈ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋ ਵੀ ਨਾ ਲਾਗੇ ਦਾਗਾ। ਵਿਸ਼ੇ ਵਿਕਾਰਾਂ ਦਾ ਦਾਗ ਨਹੀਂ ਲੱਗਦਾ। ਫਿਰ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਤੇਰੇ ਸਾਧ ਸੰਗਤ ਰੂਪੀ ਪੰਧ ਰਸਤੇ ਤੇ ਚੱਲਦਿਆਂ, ਗਿਆਨ ਰੂਪੀ ਪੰਧ ਰਸਤੇ ਤੇ ਚੱਲਦਿਆਂ, ਜੁਲੰਦੜੀ ਤੁਰਦਿਆਂ ਤੁਰਦਿਆਂ ਮੇਰਾ ਹਿਰਦਾ ਅੰਦਰੋਂ ਠੰਡਾ ਠਾਰ ਹੋ ਗਿਆ, ਸੀਤਲ ਹੋ ਗਿਆ, ਸ਼ਾਂਤੀ ਆ ਗਈ। ਅੱਗੇ ਗੁਰ ਦਰਸ਼ਨ ਦੇਖ ਨਿਹਾਲੀ। ਗੁਰਾਂ ਦਾ ਦਰਸ਼ਨ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਗੁਰ ਦਰਸ਼ਨ ਦੇਖ ਨਿਹਾਲੀ, ਦੀਦਾਰ ਕਰਕੇ ਵੇਖ ਕੇ ਚਿੱਤ ਦੀ ਬਿਰਤੀ ਪ੍ਰਸੰਨਤਾ ਦੇ ਸਹਿਤ ਹੋ ਗਈ। ਸਤਿਗੁਰਾਂ ਦੁਆਰਾ ਤੇਰੇ ਸੱਚ ਨਾਮ, ਤੇਰੇ ਸੱਚ ਸਰੂਪ ਦੇ ਦੀਦਾਰ ਕਰਕੇ ਚਿੱਤ ਦੀ ਬਿਰਤੀ ਨਿਹਾਲ ਹੋ ਗਈ, ਦੁੱਖਾਂ ਰਹਿਤ। ਮਹੱਲਾ ਪੰਜਵਾ। ਅੱਗੇ ਮਹਾਰਾਜ ਮਹੱਲਾ ਉਚਾਰਨ ਕਰਦੇ ਨੇ। ਹਠ ਮੁੰਝਾਹੂ ਮੈਂ ਮਾਨਕ ਲੱਦਾ। ਇਹ ਭਾਈ ਹਠ ਨਾਮ ਸਾਧ ਸਿੰਘ ਜੀ ਇਹ ਲਹਿੰਦੇ ਦੀ ਬੋਲੀ ਹੈ। ਆਪਾਂ ਹਿਰਦਾ ਕਹਿੰਦੇ ਆ, ਉਹ ਹਠ ਕਹਿੰਦੇ ਨੇ ਹਿਰਦੇ ਨੂੰ। ਇਹ ਬੋਲੀ ਦਾ ਫਰਕ ਹੈ। ਹਠ ਨਾਮ ਹਿਰਦੇ ਦਾ ਹੈ। ਹੇ ਭਾਈ ਹਠ ਹਿਰਦੇ ਦੇ ਮਝਾਹੋਂ ਵਿੱਚੋਂ ਹੀ ਮੈਨੂੰ ਮਾਨਕ ਰੂਪ ਬ੍ਰਹਮ ਪਰਮਾਤਮਾ ਅਮੋਲਕ ਹੈ ਜਿਹੜਾ ਲੱਦਾ ਲੱਭ ਗਿਆ ਮੈਨੂੰ, ਜਿਹਨੂੰ ਲੱਭਦਾ ਫਿਰਦਾ ਸੀ। ਮੁੱਲ ਨਾ ਕਿੱਦਾ ਤੇ ਮੈਂ ਮਾਨਕ ਲੱਦਾ ਜੀ। ਇਹ ਦੁਆਰੇ ਮੈਂ ਮਾਨਕ ਲੱਦਾ ਤੇ ਮੈਨੂੰ ਸਰਵਣ ਮੰਨਣ ਅਧਿਆਸਨ ਰੂਪੀ ਮਾਨਕ ਨੂੰ ਮੈਂ ਲੱਭ ਲਿਆ ਹੈ। ਮੁੱਲ ਨਾ ਕਿੱਦਾ ਕਹਿੰਦੇ ਮੁੱਲ ਲਿਆਂਦਾ ਸੀ, ਕਹਿੰਦਾ ਨਾ ਕਿਸੇ ਪਾਸੋਂ ਮੁੱਲ ਨਹੀਂ, ਕਿੱਦਾਂ ਲਿਆ ਮੈਂ। ਕਹਿੰਦੇ ਫਿਰ ਤੈਨੂੰ ਪ੍ਰਾਪਤ ਕਿਵੇਂ ਹੋਇਆ, ਦੱਸਦੇ ਹਨ। ਮੈਂ ਕੂ ਸਤਿਗੁਰ ਦਿੱਤਾ ਤੇ ਮੈਂ ਮੇਰੇ ਕੂ ਤਾਈ ਸਤਿਗੁਰਾਂ ਨੇ ਦਇਆ ਦ੍ਰਿਸ਼ਟੀ ਕਰਕੇ ਹੀ ਦੇ ਦਿੱਤਾ, ਮੁੱਲ ਕੋਈ ਨਹੀਂ ਲਿਆ ਹੈ। ਢੂੰਡ ਜਾਈ ਥੀਆ ਥਿੱਤਾ। ਵੇਦਾਂ ਸ਼ਾਸਤਰਾਂ ਦੇ ਰਾਹੀਂ ਢੂੰਡ ਖੋਜ ਕਰਕੇ, ਖੋਜ ਕਰਨ ਦੀ ਇੱਛਾ ਹੁਣ ਹਿਰਦੇ ਵਿੱਚੋਂ, ਵੇਦਾਂ ਸ਼ਾਸਤਰਾਂ ਦੇ ਰਾਹੀਂ ਜਿਹੜੇ ਢੂੰਡ ਕਰਨੀ ਸੀ ਨਾ, ਖੋਜ ਕਰਨ ਦੀ, ਉਹ ਇੱਛਾ ਹੁਣ ਹਿਰਦੇ ਵਿੱਚੋਂ ਬੁਝਾਈ ਚਲੀ ਗਈ ਹੈ। ਇਹ ਇੱਛਾ ਰਹੀ ਹੈ ਹੁਣ। ਥੀਆ ਥਿੱਤਾ ਵਾਹਿਗੁਰੂ ਦੇ ਸਰੂਪ ਵਿੱਚ ਥਿੱਤਾ ਇਸਤਿਤ ਥੀਆ ਹੋ ਗਿਆ। ਤੇ ਇਸ ਪ੍ਰਕਾਰ ਇਹਦੇ ਅਰਥ ਨੇ। ਅੱਗੇ ਫਰਮਾਨ ਕਰਦੇ ਹਨ ਜੀ। ਜਨਮ ਪਦਾਰਥ ਨਾਨਕ ਜਿੱਤਾ। ਤੇ ਹੁਣ ਜਿਹੜੇ ਜਨਮ ਪਦਾਰਥ ਹੈ, ਨਾਮ ਪਦਾਰਥ ਹੈ, ਪ੍ਰੇਮ ਪਦਾਰਥ ਹੈ, ਗਿਆਨ ਪਦਾਰਥ ਹੈ, ਮੁਕਤ ਪਦਾਰਥ ਹੈ, ਇਹ ਸਾਰੇ ਪਦਾਰਥ ਹੈ। ਉਹਨਾਂ 'ਚ ਜਨਮ ਪਦਾਰਥ ਪਹਿਲਾ ਪਦਾਰਥ ਹੈ, ਸਾਰਿਆਂ ਪਦਾਰਥਾਂ ਤੋਂ ਸ਼੍ਰੋਮਣੀ। ਨਿਸ਼ਕਾਮ ਕਰਮਾਂ ਦਾ ਸਦਕਾ ਮਨੁੱਖਾ ਜਨਮ ਰੂਪੀ ਪਦਾਰਥ ਮਿਲਿਆ ਸੀ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਜਨਮ ਪਦਾਰਥ ਨਾਨਕ ਜਿੱਤਾ। ਤੇ ਉਹ ਮੈਂ ਹੁਣ ਗੁਰੂ ਉਪਦੇਸ਼ ਦਾ ਨਾਮ ਜਪ ਕੇ ਜਿੱਤ ਲਿਆ ਇਸ ਨੂੰ। ਇਹ ਜਿੱਤਾ ਨਹੀਂ ਕਰਨਾ ਪਾਠ, ਜਿੱਤ ਲਿਆ, ਭਾਵ ਸਫਲਾ ਕਰ ਲਿਆ ਹੈ। ਪੌੜੀ ਅੱਗੇ ਪੌੜੀ ਕਥਨ ਕਰਦੇ ਹਨ। ਜਿਸ ਕੈ ਮਸਤਕ ਕਰਮ ਹੋਏ। ਭਾਈ ਜਿਹਦੇ ਮੱਥੇ ਦੀ ਰੇਖਾ ਸਿੱਧੀ ਹੋ ਗਈ, ਕਰਮ ਚੰਗੇ ਹੋ ਗਏ ਜਿਹਦੇ, ਤੁਸੀਂ ਜਿੰਨਾ ਮਰਜ਼ੀ ਕਹੋ
ਵੀ ਭਾਈ ਸੇਵਾ ਕਰਿਆ ਕਰੋ, ਗੁਰੂ ਘਰ ਦੀ ਸੇਵਾ ਕਰਨੀ ਚੰਗੀ ਹੈ, ਮਹਾਤਮਾ ਕਹਿੰਦੇ ਨੇ ਸੇਵਾ ਕਰੋ। ਨਹੀਂ, ਜਿੰਨਾ ਚਿਰ ਮੱਥੇ ਦੇ ਲੇਖ ਸਿੱਧੇ ਨਹੀਂ ਨਾ, ਸੇਵਾ ਨਹੀਂ ਕਰ ਸਕਦਾ। ਜਿਸ ਦੇ ਮੱਥੇ ਦੇ ਕਰਮ ਹੋਏ ਹੋਣ, ਜਿਹਦੇ ਮਸਤਕ ਮੱਥੇ ਉੱਤੇ ਸ਼੍ਰੋਮਣੀ ਕਰਮ ਭਾਗ, ਉਹ ਉਹਦੇ ਹੋ ਜਾਣ। ਭਾਗ ਹੁੰਦੇ ਨੇ ਚੰਗੇ ਕਰਮ ਹੋਣ। ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਸੇਵਾ 'ਚ ਉਹ ਲੱਗਦੇ ਹਨ। ਤੇ ਇਸ ਪ੍ਰਕਾਰ ਕਿਹਾ ਹੈ, ਸੋ ਸੇਵਾ ਲਾਗਾ। ਉਹ ਸੇਵਾ ਟਹਿਲ ਸਤਿਗੁਰਾਂ ਦੀ, ਉਹ ਸੇਵਾ ਕਰਦਾ ਹੈ। ਸੇਵ ਕੀਤੀ ਸੰਤੋਖੀ, ਜਿਨ ਸੱਚੋ ਸੱਚ ਧਿਆਇਆ। ਉਹਨੇ ਮੰਦੇ ਪੈਰ ਨੂੰ ਰੱਖਿਓ, ਕਰ ਸੁਕਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ। ਇਤਿਆਦ ਕਿਹਾ ਹੈ, ਸੋ ਸੇਵਾ ਲਾਗਾ। ਉਹ ਸੇਵਾ ਦੇ ਚ ਲਾਗਾ ਲੱਗਿਆ ਹੈ, ਸੇਵਾ ਟਹਿਲ ਵਿੱਚ ਲੱਗ ਗਿਆ ਹੈ। ਤੇ ਅੱਗੇ ਦੱਸਦੇ ਨੇ, ਜਿਸ ਗੁਰ ਮਿਲ ਕਮਲ ਪ੍ਰਗਾਸਿਆ। ਜਿਸ ਦਾ ਪੂਰੇ ਗੁਰਾਂ ਦੇ ਨਾਲ ਮਿਲ ਕੇ ਹਿਰਦਾ ਰੂਪੀ ਕਮਲ, ਬ੍ਰਹਮ ਗਿਆਨ ਰੂਪੀ ਸੂਰਜ ਦੇ ਚੜ੍ਹਨੇ ਕਰਕੇ ਕਰਨਾ ਮੈਤਰੀ ਮੁਦਤਾ ਪੇਖਿਆ ਰੂਪ ਪੰਖੜੀਆਂ ਦੇ ਸਹਿਤ ਪ੍ਰਗਾਸਿਆ, ਪ੍ਰਕਾਸ਼ ਹੋਇਆ, ਖਿੜ ਗਿਆ ਹੈ। ਸੋ ਅਨ ਦਿਨ ਜਾਗਾ। ਉਹ ਰਾਤ ਦਿਨ ਗਿਆਨ ਅਵਸਥਾ ਦੇ ਵਿੱਚ ਜਾਗ ਗਿਆ ਹੈ। ਬਾਕੀ ਲੋਕ ਸੁੱਤੇ ਪਏ, ਉਹ ਜਾਗ ਆਇਆ। ਲੱਗਾ ਰੰਗ ਚਰਨਾਰ ਬਿੰਦ। ਜਿਹਦਾ ਗੁਰਾਂ ਦੇ ਪਰਮੇਸ਼ਰ ਦੇ ਚਰਨਾਰ ਬਿੰਦ, ਚਰਨਾ ਕਮਲਾਂ ਦੇ ਨਾਲ ਰੰਗ ਨਾਮ ਹੈ ਪ੍ਰੇਮ ਦਾ। ਪ੍ਰੇਮ ਲੱਗਾ ਲੱਗ ਗਿਆ ਹੈ, ਜਿਹਨੂੰ ਐਸਾ ਰੰਗ ਲੱਗ ਗਿਆ ਹੈ, ਰੰਗ ਪ੍ਰੇਮ ਲੱਗਾ ਲੱਗਿਆ ਹੈ। ਸਭ ਭਰਮ ਭਉ ਭਾਗਾ। ਉਹਦਾ ਸਾਰਾ ਭਰਮ ਤੇ ਭਉ ਡਰ ਭਾਗਾ ਭੱਜ ਗਿਆ। ਕਿਉਂਕਿ ਜਿਹੜਾ ਭਰਮ ਹੈ ਉਹ 5 ਪ੍ਰਕਾਰ ਦਾ ਹੈ। ਅਹੰ ਪਰਮ, ਕਰਤੱਤਵ ਪਰਮ, ਪੁਨਸੰਗ ਪਰਮ ਵਿਕਾਰ, ਬਰਮ ਇਤਰ ਜਗ ਸਤ ਪਰਮ। ਇਹ 5 ਭਰਮ ਸੰਸਾਰ, 5 ਭਰਮ ਨੇ। ਤੇ ਇਹਨਾਂ ਨੂੰ ਸਾਧ ਸਿੰਘ ਜੀ ਫਿਰ 7 ਪ੍ਰਕਾਰ ਦਾ ਡਰ ਸੀ। ਯਹ ਪੈ ਪ੍ਰਲੋਕ ਪੈ, ਜਨਮ ਬੇਦ ਨਾ ਜਾਤ, ਅੰਦਰ ਰਖਿਆਰ ਗੁਪਤ ਪੈ, ਅਕਸ ਮਾਤਰ ਪੈ ਸਾਤ। ਪਰਮ ਤੇ ਭਉ ਭਾਗਾ ਭੱਜ ਗਿਆ, ਨਿਵਰਤ ਹੋ ਗਿਆ ਹੈ। ਆਤਮ ਜਿਤਾ ਗੁਰਮਤੀ। ਤੇ ਫਿਰ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਆਤਮ ਮਨ ਨੂੰ ਜਿੱਤਾ। ਇਹਨੂੰ ਵੀ ਜਿੱਤਾ ਕਰਨਾ ਭਾਈ, ਜਿਤਾ ਨਾ ਬਣੇ, ਜਿੱਤ ਲਿਆ ਹੈ। ਉਸਨੇ ਜਿੱਤ ਪ੍ਰਾਪਤ ਕਰ ਲਈ ਹੈ। ਆਗੰਜਿਤ ਭਾਗਾ। ਤੇ ਆਗੰਜਿਤ ਭਾਗਾ, ਮੁੱਖ ਪਾਠ ਤਾਂ ਹੈਗਾ ਇਹੀ, ਆਗੰਜਿਤ ਭਾਗਾ। ਤਤਾ ਉਧਰ ਲੱਗ ਜੂਗਾ, ਫਿਰ ਤਪਾਗਾ ਬਣ ਜੂਗਾ। ਇਹ ਦੂਜੇ ਅਰਥ ਵਿੱਚ ਕਰਨਾ ਗਿਆਨੀਆਂ ਨੇ, ਤੁਸੀਂ ਪਾਠ ਨਹੀਂ ਕਰਨਾ ਹੈ। ਪਾਠ ਕੀ ਕਰਨਾ? ਆਗੰਜਿਤ ਭਾਗਾ। ਅਗੰਜਿਤ ਕਹਿ ਕੇ ਭਾਗਾ ਕਹਿਣਾ। ਜਿਸ ਨੇ ਗੁਰਮਤਿ, ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਆਤਮ ਮਨ ਨੂੰ ਜਿੱਤ ਲਿਆ ਨਾ, ਉਹਦੇ ਅਗੰਜਿਤ, ਕੱਟਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਪਾਗਾ ਪਾ ਲਿਆ। ਉਸ ਨੂੰ ਅਗੰਜਿਤ ਪਾਗਾ, ਅਗੰਜ ਅਣਗਿਣਤ ਸੇਵਾ ਰੂਪੀ ਤਪਾਗਾ ਤਪ ਆ ਕੇ ਪ੍ਰਾਪਤ ਹੋ ਗਿਆ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਤਪ ਦੁਆਰਾ ਗਿਆਨ ਰੂਪੀ ਫਲ ਪ੍ਰਾਪਤ ਹੋ ਗਿਆ ਹੈ। ਜਿਸ ਹੈ ਧਿਆਇਆ ਪਾਰ ਬ੍ਰਹਮ। ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਪਾਪਾਂ ਪੁੰਨਾਂ ਤੋਂ ਜੋ ਪਰੇ ਹੈ, ਪ੍ਰਕਿਰਤੀ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਹੈ, ਪਰਮੇਸ਼ਰ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ। ਸੋ ਕਲਮ ਹੈ ਤਾਗਾ। ਉਹ ਕਲਯੁਗ ਦੇ ਮਹਿ ਵਿੱਚ ਤਾਗਾ ਇਸਤਤ ਹੋਇਆ। ਭਾਵ ਬਾਕੀ ਸਭ ਮਰ ਕੇ ਨਾਸ ਹੋਣ ਵਾਲੇ ਨੇ, ਉਹ ਇਸਤਤ ਰੂਪ ਹੈ। ਉਹ ਕਲਯੁਗ ਦੇ ਵਿੱਚ ਤਾਗਾ ਤਤ ਸਰੂਪ ਦਾ ਗਿਆਤਾ ਹੈ। ਜਿਵੇਂ ਸੂਤ ਵਿੱਚ ਤਾਗਾ ਮਿਲਿਆ ਹੁੰਦਾ ਹੈ, ਇਉਂ ਉਹ ਕਲਜ ਦੇ ਚੇਤਨ ਸਰੂਪ ਰੂਪ ਸੋ ਕਲਮੇ ਤਾਗਾ। ਉਹ ਤਾਗਾ ਰੂਪ ਹੈ, ਸੂਤ ਜਿਵੇਂ ਮਿਲਿਆ ਹੁੰਦਾ ਐ ਮਿਲਿਆ। ਸਾਧੂ ਸੰਗਤ ਨਿਰਮਲ। ਜਿਨ੍ਹਾਂ ਦਾ ਸਾਧੂ ਸ੍ਰੇਸ਼ਟ ਸੰਤ ਜਨਾਂ, ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮਨ ਨਿਰਮਲਾ ਉਜਲ ਹੋਇਆ ਹੈ। 68 ਮਜਨਾਗਾ। ਇਹਨੂੰ ਵੀ ਭਾਈ ਕਸ ਕੇ ਬੋਲਣਾ ਹੈ, ਮਜਨਾਗਾ। ਮਜਨਾਗਾ ਨਹੀਂ ਕਹਿਣਾ ਇਹਨੂੰ, ਮਜਨਾਗਾ। ਮੱਜਨ ਤੋਂ ਭਾਵ ਹੈ, ਜਿਵੇਂ ਮੱਜਨ ਕਹਿੰਦੇ ਮਜਨਾਗਾ। ਤੇ ਉਸ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਪ੍ਰਾਪਤ ਹੋ ਗਿਆ ਹੈ। ਜਿਸ ਪ੍ਰਭ ਮਿਲਿਆ ਆਪਣਾ। ਜਿਨ੍ਹਾਂ ਨੂੰ ਆਪਣਾ ਪਿਆਰਾ ਆਤਮ ਰੂਪ ਪ੍ਰਭੂ ਪਰਮੇਸ਼ਰ ਮਿਲਿਆ ਹੈ, ਸੋ ਪੁਰਖ ਸੁਭਾਗਾ। ਉਹ ਪੁਰਖ ਤਾਂ ਸੁਭਾਗਾ, ਸ੍ਰੇਸ਼ਟ ਭਾਗਾਂ ਵਾਲਾ ਜਾਣਨਾ ਕਰੋ। ਨਾਨਕ ਤਿਸ ਬਲਿਹਾਰਣੈ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਤਿਸ, ਉਸ ਪੁਰਖ ਤੋਂ ਬਲਿਹਾਰ ਨੇ, ਕੁਰਬਾਨ ਜਾਈਏ ਜੀ। ਜਿਸ ਈਵਡ ਭਾਗਾ। ਜਿਸ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਇਤਨੇ ਵੱਡੇ ਸ਼੍ਰੋਮਣੀ ਭਾਗਾ ਕਰਮ ਹਨ, ਉਹ ਤੋਂ ਤਾਂ ਬਲਿਹਾਰ ਜਾਈਏ। ਹਾਂ ਵੀ ਬੋਲ ਦੋ ਕੀ ਹੈ? ਜਿਸ ਈਵਡ ਭਾਗਾ। ਜਿਸ ਏਵਡ ਭਾਗਾ, ਤੇ ਜਿਸ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਏਵਡ,
ਇਤਨੇ ਵੱਡੇ ਸ਼੍ਰੋਮਣੀ ਭਾਗਾ ਕਰਮ ਹਨ। ਗੁਰੂ ਕਿਰਪਾ ਕਰੇ, ਜਿੱਥੇ ਅੱਖਰ ਸੌਖੇ ਸੀ ਉੱਥੇ ਸਿਧਾਂਤ ਸੌਖਾ ਨਹੀਂ ਸੀ। ਅੱਜ ਦੀ ਕਥਾ ਦਾ ਅੱਖਰ ਬੜੇ ਸੌਖੇ ਸੀ, ਤੇ ਇਸ ਕਰਕੇ ਸਤਿਗੁਰੂ ਗਰੀਬਾਨ ਕਿਰਪਾ ਕਰਨ। ਕੱਲ ਨੂੰ ਇਹ ਵਾਰ ਸਮਾਪਤ ਹੋਏਗੀ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨਗੇ ਲਾਹਾ ਪ੍ਰਾਪਤ ਕਰਾਂਗੇ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਣ ਜਿਸ ਏਵੜ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।